चुके परिवार का स्वागत है। वाहिगुरु जी का खालसा वाहिगुरु जी की फतेह। ये 17 सन दाता जी मेहर करो। वाकया जे परमात्मा मेहर करूगा तो सारा कुछ ही ठीक हो जाना जी। सारा कुछ ਉਹਦੇ ਹੱਥ ਦੇ ਵਿੱਚ ਆ। ਉਹਦੀ ਰਜ਼ਾ ਦੇ ਨਾਲ ਹੀ ਜੋ ਕੁਝ ਵੀ ਹੋਇਆ ਤੇ ਉਹਦੇ ਹੁਕਮ ਦੇ ਵਿੱਚ ਹੀ ਆ। ਇੱਕ ਮਿੰਟ ਦੇ ਵਿੱਚ ਉਹਨੇ ਸਾਰਾ ਕੁਝ ਜਿਹੜਾ ਆਪਣੇ ਸਿਸਟਮ ਦੇ ਵਿੱਚ ਬੰਨਿਆ ਹੋਇਆ ਉਹ ਦੁਨੀਆ ਨੂੰ ਦਿਖਾ ਦਿੱਤਾ ਜੀ। ਕੋਈ ਸਰਵਉੱਚ ਪਾਵਰ ਹੈਗੀ ਆ ਜਿਹੜੀ ਇੰਨਾ ਕੁਛ ਦੁਨੀਆ ਦੇ ਘਾਟ ਵਾਪਰ ਰਿਹਾ ਸੀਗਾ ਤੇ ਉਹਨੂੰ ਆਪਣੇ ਕਲਾਵੇ ਦੇ ਵਿੱਚ ਲੈ ਕੇ ਸਾਰੀ ਦੁਨੀਆ ਨੂੰ ਉਹਨੇ ਘਰਾਂ ਦੇ ਵਿੱਚ ਬਿਠਾ ਦਿੱਤਾ। ਬੜੀ ਪਾਵਰ ਆ ਜੀ। ਅੱਜ ਦਿਨ ਸ਼ੁੱਕਰਵਾਰ ਆ ਜੀ 1 ਮਈ ਤੇ ਵੀਕਐਂਡ ਆ ਗਿਆ ਤੇ ਵੀਕਐਂਡ ਤੇ ਜਿਹੜਾ ਟੈਂਪਰੇਚਰ ਆ ਉਹ ਵੀ ਬਹੁਤ ਵਧੀਆ ਰਹੂਗਾ। ਅੱਜ ਹੁਣ ਟੈਂਪਰੇਚਰ ਜਿਹੜਾ ਨਵਾਂ ਬਦਲਵਾਈ ਆ ਤੇ ਦੁਪਹਿਰੇ ਜਿਹੜਾ 17 ਤੱਕ ਚੱਲ ਜੂਗਾ। ਸੂਰਜ 6:08 ਤੇ ਚੜਿਆ ਤੇ 8:21 ਤੇ ਛੁਪੇਗਾ। ਆਪਣੇ ਨਾਲ ਪੰਜਾਬ ਭਾਰਤ ਤੋਂ ਬਖਤੌਰ ਸਿੰਘ ਢਿੱਲੋਂ ਜੀ ਜੁੜਦੇ ਨੇ ਬਠਿੰਡੇ ਪੰਜਾਬ ਤੋਂ। ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਹਰਜਿੰਦਰ ਸਿੰਘ ਧਨੋਵਾ ਜਿਹੜੀ ਆਪਾਂ ਨੂੰ ਲੋਕਲ ਅਪਡੇਟ ਆ ਕਰੋਨਾ ਵਾਇਰਸ ਦੇ ਨਾਲ ਜਾਂ ਕੁਝ ਵੀ ਜਿਹੜੀਆਂ ਸਰਕਾਰਾਂ ਦੀਆਂ ਅਪਡੇਟ ਆ ਨਾਰਥ ਅਮਰੀਕਾ ਦੀ ਉਹ ਜਾਂ ਯੂਰਪ ਦੀ ਕੋਈ ਵੀ ਗੱਲਬਾਤ ਹੁੰਦੀ ਆ ਉਹ ਆਪਾਂ ਨੂੰ ਅਪਡੇਟ ਦਿੰਦੇ ਆ ਤੇ ਆਪਾਂ ਕਰਦੇ ਆ ਸਵਾਗਤ ਢਿੱਲੋਂ ਸਾਹਿਬ ਦਾ। ਜੀ ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ। ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਸੱਜਣਾ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਆਪਾਂ ਖਬਰਾਂ ਵਾਲੇ ਬੰਨੇ ਚੱਲਦੇ ਹਾਂ ਜੀ। ਪਹਿਲਾਂ ਕਿਉਂਕਿ ਗੱਲਾਂ ਬਾਤਾਂ ਚੱਲਣ ਲੱਗ ਪਈਆਂ ਸੀ ਵੀ ਜਿਹੜੀ ਪਾਰਲੀਮੈਂਟ ਦੀ ਬਿਲਡਿੰਗ ਆ ਬੜੀ ਪੁਰਾਣੀ ਬਣੀ ਹੋਈ ਹੈ ਜੀ ਤੇ ਬੜੇ ਹੋਰ ਢੰਗ ਦੇ ਨਾਲ ਬਣਾਈ ਹੋਈ ਸੀ ਕਿ ਬੜੇ ਸੱਜੇ ਢੰਗ ਦੇ ਨਾਲ। ਪਰ ਕਹਿੰਦੇ ਪਾਰਲੀਮੈਂਟ ਲਈ ਨਵੀਂ ਬਿਲਡਿੰਗ ਜ਼ਰੂਰੀ ਜਾਂ ਲੋਕਾਂ ਦੀ ਜਾਨ, ਕਿਉਂਕਿ ਇਸ ਟਾਈਮ ਕਰੋਨਾ ਵਾਇਰਸ ਆ। ਬਿਲਡਿੰਗ ਦੇ ਨਾਲ ਮੈਨੂੰ ਤਾਂ ਲੱਗਦਾ ਜਿਹੜੀ ਲੋਕਾਂ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਹੈ। ਤੁਹਾਡਾ ਕੀ ਹੈ ਜੀ ਤੇ ਨਜ਼ਰੀਆ? ਨਹੀਂ ਜੀ, ਇਸ ਗੱਲ ਤੇ ਨਿਰਭਰ ਨਹੀਂ ਕਿ ਮੈਂ ਕੀ ਚਾਹੁੰਦਾ, ਮੇਰੀ ਕੀ ਸਮਝ ਹੈ। ਲੇਕਿਨ ਇਸ ਵੇਲੇ ਦੇਸ਼ ਦੇ ਵਿੱਚ ਇਹ ਬਹਿਸ ਚੱਲ ਰਹੀ ਹੈ। ਦੇਸ਼ ਦੇ ਵੈਸੇ ਤਾਂ ਭਾਰਤ ਦੀ ਇਹ ਬਦਕਿਸਮਤੀ ਹੈ ਕਿ ਇੱਥੇ ਅਹਿਮ ਮੁੱਦਿਆਂ ਨੂੰ ਲੈ ਕੇ ਕਦੇ ਬਹਿਸ ਨਹੀਂ ਹੁੰਦੀ ਜੀ। ਵਿਕਸਿਤ ਦੇਸ਼ਾਂ ਦੇ ਵਿੱਚ ਅਗਰ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਘਟਨਾ ਨੂੰ ਲੈ ਕੇ ਵਿਚਾਰ ਚਰਚਾ ਹੁੰਦੀ ਹੈ, ਮੰਥਨ ਹੁੰਦਾ ਹੈ, ਲੋਕ ਉਹਦੇ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੈ। ਇੱਕ ਸਿਹਤਮੰਦ ਜਿਹੜੀ ਹੈਗੀ ਹੈ ਪਾਲਿਸੀ ਤਿਆਰ ਕਰਨ ਵਾਸਤੇ ਲੋਕ ਆਪਣੀ ਰਾਏ ਦਾ ਯੋਗਦਾਨ ਪਾਉਂਦੇ ਹੈ ਜੀ। ਪਰ ਭਾਰਤ ਦੇ ਵਿੱਚ ਇਹ ਚੱਲਣ ਨਹੀਂ ਹੈ ਕਿਉਂਕਿ ਭਾਰਤ ਬਹੁਤ ਗਰੀਬ ਦੇਸ਼ ਹੈ ਜਿੱਥੇ ਦੀ 33% ਆਬਾਦੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਹੈ ਜੀ। ਉੱਥੋਂ ਦੇ ਲੋਕਾਂ ਨੂੰ ਆਪਣੇ ਪੇਟ ਦੀ ਜਿਹੜੀ ਅੱਗ ਦੀ ਭੁੱਖ ਦੀ ਅੱਗ ਹੈ ਉਹਨੂੰ ਬੁਝਾਉਣ ਦੇ ਲਾਲੇ ਪਏ ਰਹਿੰਦੇ। ਉਹਨਾਂ ਵਿਚਾਰਿਆਂ ਨੂੰ ਵੀ ਪਤਾ ਹੀ ਨਹੀਂ ਕਿ ਅਸੀਂ ਆਪਣੀ ਕੋਈ ਰਾਏ ਵੀ ਜ਼ਾਹਰ ਕਰਨੀ ਜੀ। ਲੇਕਿਨ ਜਿਵੇਂ ਕਿ ਦੁਨੀਆ ਹੁਣ ਇੱਕ ਪਿੰਡ ਬਦਲਦੀ ਜਾ ਰਹੀ ਹੈ ਜੀ। ਔਰ ਜਿਹੜੇ ਬੁੱਧੀਜੀਵੀ ਲੋਕ ਹੈ ਉਹ ਬਾਹਰਲੇ ਦੇਸ਼ਾਂ ਨੂੰ ਦੇਖਦੇ ਆ ਤੇ ਉਹਨਾਂ ਦੇ ਵਿੱਚ ਫਿਰ ਵਿਚਾਰ ਚਰਚਾ ਹੁੰਦੀ ਹੈ। ਹੁਣ ਇਹ ਵਿਚਾਰ ਚਰਚਾ ਭਾਰਤ ਦੇ ਵਿੱਚ ਵੀ ਹੋਣ ਲੱਗ ਪਈ ਹੈ ਜੀ ਕਿ ਜਦੋਂ ਦੁਨੀਆ ਇੱਕ ਮਹਾਮਾਰੀ ਦੇ ਨਾਲ ਜੂਝ ਰਹੀ ਹੈ, ਜਿਹੜੇ ਬਹੁਤ ਹੀ ਵਿਕਸਿਤ ਦੇਸ਼ ਹੈ ਅਮਰੀਕਾ ਵਰਗੇ ਸੁਪਰ ਪਾਵਰ ਜੀ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਹਜ਼ਾਰਾਂ ਲੋਕ ਮਰ ਚੁੱਕੇ ਹੈ, ਲੱਖਾਂ ਜਿਹੜੇ ਹੈਗੇ ਉਹ ਬਿਸਤਰਿਆਂ 'ਚ ਪਏ ਹੈ, ਤਬੂਤਾਂ ਦੀ ਪ੍ਰੋਬਲਮ ਆ ਰਹੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਸਾਡੀ ਸਭ ਤੋਂ ਪ੍ਰਾਇਰਿਟੀ ਕੀ ਹੋਣੀ ਚਾਹੀਦੀ ਹੈ ਜੀ, ਸਾਡੀ ਅਹਿਮੀਅਤ ਕੀ ਹੋਣੀ ਚਾਹੀਦੀ ਹੈ? ਅਹਿਮੀਅਤ ਕਿਸ ਗੱਲ ਨੂੰ ਦੇਣੀ ਹੈ? ਅਹਿਮੀਅਤ ਅਸੀਂ ਸੁੰਦਰੀਕਰਨ ਨੂੰ ਦੇਣੀ ਹੈ? ਅਹਿਮੀਅਤ ਅਸੀਂ ਬਿਲਡਿੰਗਾਂ ਉਸਾਰਨ ਨੂੰ ਦੇਣੀ ਹੈ? ਜਾਂ ਅਹਿਮੀਅਤ ਲੋਕਾਂ ਦੀ ਜਾਨ ਬਚਾਉਣ ਨੂੰ ਦੇਣੀ ਹੈ? ਅਸਲ ਕੇਂਦਰੀ ਨੁਕਤਾ ਹੁਣ ਇਹ ਬਣਿਆ ਹੋਇਆ ਜੀ। ਇਸ ਮੁੱਦੇ ਨੂੰ ਲੈ ਕੇ ਭਾਰਤ ਦੇ ਵਿੱਚ ਵੀ ਜੁੰਝ ਚਰਚਾ ਹੋ ਰਹੀ ਹੈ, ਵਿਚਾਰ ਹੋ ਰਹੀ ਹੈ ਜੀ। ਅਸਲ ਦੇ ਵਿੱਚ ਜਿਹੜੀ ਸਾਡੀ ਮੌਜੂਦਾ ਪਾਰਲੀਮੈਂਟ ਹੈ ਇਹ ਅੰਗਰੇਜ਼ਾਂ ਦੇ ਜ਼ਮਾਨੇ ਦੀ ਬਣੀ ਹੋਈ ਹੈ ਜੀ। ਜੇ ਅਸੀਂ ਬਿਲਡਿੰਗ ਦੀ ਜਿਹਨੂੰ ਅਸੀਂ ਕਹਾਂਗੇ ਇਹਦੀ ਬਣਤਰ ਦੇਖੀਏ ਤਾਂ ਇਹਦੀ ਬਣਤਰ ਇੱਕ ਨਮੂਨੇ ਦੇ ਤੌਰ ਤੇ ਹੈ। ਬਹੁਤ ਸੁੰਦਰ ਬਣਤਰ ਬਣੀ ਹੋਈ ਹੈ। ਉਹ ਇਲਾਕਾ ਜਿਹੜਾ ਹੈਗਾ ਬਹੁਤ ਹੀ ਸੁੰਦਰ ਪ੍ਰਭਾਵ ਦੇ ਰਿਹਾ ਹੈ ਜੀ। ਲੇਕਿਨ ਨਰਿੰਦਰ ਮੋਦੀ ਸਾਹਿਬ ਨੇ ਆ ਕੇ ਜਦੋਂ ਹੁਣੇ ਦੂਜੀ ਵਾਰੀ ਪ੍ਰਧਾਨ ਮੰਤਰੀ ਬਣ ਗਿਆ, ਸਕੀਮ ਇਹ ਪਹਿਲਾਂ ਦੀ ਹੈ ਜੀ, ਲੇਕਿਨ ਹੁਣ ਇਹਨਾਂ ਨੇ ਅਮਲੀ ਰੂਪ ਦੇਣ ਵਾਸਤੇ 20,000 ਕਰੋੜ ਰੁਪਇਆ ਰਿਜ਼ਰਵ ਰੱਖਿਆ ਹੋਇਆ ਹੈ ਕਿ ਇਹਨੂੰ ਜਿਹੜਾ ਹੈਗਾ ਪਾਰਲੀਮੈਂਟ ਔਰ ਪਾਰਲੀਮੈਂਟ ਦੇ ਨਾਲ ਜਿਹੜੀਆਂ ਲੱਗਣ ਵਾਲੀਆਂ ਇਮਾਰਤਾਂ ਜੀ, ਵਿਸਟਾ, ਇਹਨੂੰ ਵਿਸਟਾ ਕਿਹਾ ਗਿਆ, ਵਿਸਟਾ ਪ੍ਰੋਜੈਕਟ 3 ਕਿਲੋਮੀਟਰ ਦਾ ਰਾਜਪਥ ਤੋਂ ਲੈ ਕੇ 3 ਕਿਲੋਮੀਟਰ ਦਾ ਇਲਾਕਾ, ਰਾਜਪਥ ਵੀ ਜਿਹੜੀ ਹੈਗੀ ਹੈ ਉਹਨੂੰ ਵੀ ਉਹਦੇ ਵਿੱਚ ਲਿਆ ਹੋਇਆ ਹੈ ਕਿ ਇਹਦਾ ਮੁੜ ਨਿਰਮਾਣ ਕੀਤਾ ਜਾਵੇ। ਉਹਨੇ ਮੁੜ ਨਿਰਮਾਣ ਕਰੂੰਗਾ, ਫੁਰਨਾ ਕਿਉਂ ਫੁਰਿਆ ਜੀ? ਕਈ ਗੱਲਾਂ ਇਹਦੇ ਚ ਰਲਦੀਆਂ। ਇੱਕ ਤਾਂ
ਗੱਲ ਬੜੀ ਹੁਣ ਉੱਭਰ ਕੇ ਸਾਹਮਣੇ ਆਈ ਹੈ ਕਿ ਭਾਰਤ ਦੇ ਵਿੱਚ ਇੱਕ ਜੋਤਸ਼ੀ ਹੈ ਅਸ਼ਵਨ ਕੁਮਾਰ ਬਾਂਸਲ ਜੀ। 2002 ਦੇ ਵਿੱਚ ਉਹਨੇ ਗੱਲ ਕਹੀ ਸੀ ਕਿ ਜਿਹੜੀ ਭਾਰਤ ਦੀ ਇਹ ਪਾਰਲੀਮੈਂਟ ਹੈ ਇਹਦਾ ਆਕਾਰ ਗੋਲ ਹੈ, ਇਹ ਗੁਲਾਈ 'ਚ ਹੈ। ਤੇ ਜਦੋਂ ਅਸੀਂ ਗੁਲਾਈ ਬਣਾ ਕੇ ਦੇਖਦੇ ਹਾਂ, ਤੁਸੀਂ ਆਪ ਬਣਾ ਕੇ ਦੇਖੋ ਤੇ ਉਹ ਐਂ ਲੱਗਦੀ ਹੈ ਜਿਵੇਂ ਜ਼ੀਰੋ ਹੈ ਜੀ। ਉਹਦਾ ਇਹ ਮੰਨਣਾ ਹੈ, ਕਹਿੰਦਾ ਵੀ ਵਸਤੂ ਕਲਾ ਦੇ ਲਿਹਾਜ਼ ਦੇ ਨਾਲ ਜਿਹੜੀ ਜ਼ੀਰੋ ਹੈ ਇਹ ਵਿਕਾਸ ਦਾ ਪ੍ਰਤੀਕ ਨਹੀਂ ਜੀ। ਤੇ ਭਾਰਤ ਦਾ ਵਿਕਾਸ ਦਾ ਪ੍ਰਤੀਕ ਜਿਹੜਾ ਹੈਗਾ ਉਹ ਤਿਕੋਣ ਬਣਦਾ ਹੈ, ਜਿਹੜਾ ਉਹਨਾਂ ਦਾ ਆਪਦਾ ਜੋਤਿਸ਼ ਦਾ ਹਿਸਾਬ ਕਿਤਾਬ ਲਾਉਂਦੇ ਹੈ। ਹਾਲਾਂਕਿ ਜੋਤਿਸ਼ ਦੇ ਮਾਮਲੇ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜੋਤਿਸ਼ ਇੱਕ ਮਿੱਥ ਹੈ। ਇਹ ਇੱਕ ਮੰਨ ਕੇ ਤੁਰਿਆ ਜਾਂਦਾ ਹੈ ਕਿ ਕੋਈ ਬੰਦਾ ਭਵਿੱਖ ਦਾ ਪਤਾ ਲਾ ਲੈਂਦਾ ਆਪਣੇ ਦਾ ਕਿ ਜੀ ਭਵਿੱਖ ਦੇ ਵਿੱਚ ਕੀ ਹੋਊਗਾ ਜੀ। ਲੇਕਿਨ ਬਹੁਤ ਸਾਰੇ ਲੋਕ ਆਪਾਂ ਇਹੋ ਜਿਹੇ ਵੀ ਦੇਖੇ ਆ ਜਿੱਥੇ ਕਈ ਵਾਰੀ ਜੱਟ ਵਿਦਿਆ ਦੇ ਨਾਲ ਜਿਹੜੇ ਸਾਡੇ ਪੰਡਤ ਹੁੰਦੇ ਆ ਦੱਸਦੇ ਆ ਵੀ ਅਸੀਂ ਤੇਰਾ ਭਵਿੱਖ ਦੱਸ ਦਿੰਦੇ ਤੇ ਕੰਨ ਤੇ ਥੱਪੜ ਮਾਰ ਕੇ ਅਗਲਾ ਪੁੱਛ ਲੈਂਦਾ ਵੀ ਤੈਨੂੰ ਇਹ ਪਤਾ ਸੀ ਮੈਂ ਤੇਰੇ ਥੱਪੜ ਮਾਰੂੰਗਾ। ਇਸ ਕਿਸਮ ਦੀਆਂ ਗੱਲਾਂ ਬਾਤਾਂ ਵੀ ਚੱਲਦੀਆਂ ਕਿਉਂਕਿ ਜਿਹੜਾ ਇਹ ਦੰਭ ਹੈ ਦੰਭ ਨੂੰ ਉਹ ਨਕਾਰਦੇ ਹੈ। ਪਰ ਉਹਨੇ ਕਹਿੰਦਾ ਕਿ ਜੇ ਤਿਕੋਣ ਦੀ ਸ਼ਕਲ ਦੇ ਵਿੱਚ ਹੋਵੇ ਤਾਂ ਫਿਰ ਭਾਰਤ ਜ਼ਿਆਦਾ ਵਿਕਾਸ ਕਰੂਗਾ। ਅਜਿਹੀ ਕੋਈ ਗੱਲ ਵੀ ਹੋ ਸਕਦੀ ਹੈ ਕਿਉਂਕਿ RSS ਭਾਰਤੀ ਜਨਤਾ ਪਾਰਟੀ ਜਿਹੜੀ ਇਹਨਾਂ ਦੀ ਸੋਚ ਹੈ, ਇਹਨਾਂ ਦੀ ਸੋਚ ਕਰਮ ਕਾਂਡਾਂ ਵਾਲੀ ਹੈ। ਜੋਤਿਸ਼ ਵਗੈਰਾ ਮੰਤਰਾਂ ਸ਼ੰਤਰਾਂ ਦੇ ਵਿੱਚ ਇਹ ਲੋਕ ਵਿਸ਼ਵਾਸ ਰੱਖਦੇ ਹੈ। ਤੁਸੀਂ ਦੇਖੋ ਕਿ ਜਦੋਂ ਇਹਨਾਂ ਨੇ ਕੋਈ ਓਥ ਗ੍ਰਹਿਣ ਕਰਨੀ ਹੁੰਦੀ ਹੈ ਉਸ ਵੇਲੇ ਵੀ ਇਹ ਲਗਨ ਕਢਾਉਂਦੇ ਆ ਕਿ ਕਿੰਨੇ ਵੱਜ ਕੇ ਕਿੰਨੇ ਮਿੰਟ ਦੇ ਉੱਤੇ ਅਸੀਂ ਓਥ ਗ੍ਰਹਿਣ ਕਰੀਏ, ਕਿੰਨੇ ਵੱਜ ਕੇ ਕਿੰਨੇ ਮਿੰਟ ਦੇ ਉੱਤੇ ਨੋਮੀਨੇਸ਼ਨ ਪੇਪਰ ਫਾਈਲ ਕਰੀਏ ਵਗੈਰਾ ਵਗੈਰਾ। ਇਹ ਇਹਨਾਂ ਦਾ ਇੱਕ ਚਲਨ ਹੈ ਜੀ। ਇੱਕ ਕਾਰਨ ਇਹਦਾ ਇਹ ਵੀ ਹੋ ਸਕਦਾ ਹੈ। ਦੂਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਹੁਣ ਜਦੋਂ ਕੋਈ ਵੀ ਦੁਨੀਆ ਦਾ ਬਾਹਰਲਾ ਮਹਿਮਾਨ ਸਾਡੇ ਆਉਂਦਾ ਹੈ ਜੀ, ਜਾਂ ਆਪਾਂ ਕਹਿ ਸਕਦੇ ਦੁਨੀਆ ਦੇ ਪ੍ਰਭਾਵਸ਼ਾਲੀ ਲੋਕ ਭਾਰਤ ਦੇ ਦੌਰੇ ਤੇ ਆਉਂਦੇ ਹੈ ਤਾਂ ਉਹਨਾਂ ਨੂੰ ਫਿਰ ਤਾਜ ਮਹਿਲ ਦਿਖਾਉਣ ਵਾਸਤੇ ਆਗਰੇ ਲਿਜਾਇਆ ਜਾਂਦਾ ਹੈ ਜੀ। ਤੇ ਜਦੋਂ ਤਾਜ ਮਹਿਲ ਦੀ ਗੱਲ ਚੱਲਦੀ ਹੈ ਤਾਂ ਤਾਜ ਮਹਿਲ ਕਿਹਨੇ ਬਣਾਇਆ ਜੀ? ਸ਼ਾਹਜਹਾਂ ਨੇ ਬਣਵਾਇਆ ਸੀ। ਕਿਹਦੀ? ਆਪਣੀ ਬੇਗਮ ਦੀ ਯਾਦ ਦੇ ਵਿੱਚ। ਤਾਜ ਮਹਿਲ ਨੂੰ ਦੇਖਣ ਵਾਲੇ ਲੋਕ ਨਾਲ ਦੀ ਨਾਲ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਸ਼ਾਹਜਹਾਂ ਦਾ ਜ਼ਿਕਰ ਆ ਜਾਂਦਾ ਹੈ, ਉਹਨਾਂ ਦੀ ਜ਼ੁਬਾਨ ਦੇ ਉੱਤੇ ਸ਼ਾਹਜਹਾਂ ਦਾ ਨਾਂ ਆ ਜਾਂਦਾ ਹੈ ਜੀ। ਮੇਰੇ ਖਿਆਲ ਮੁਤਾਬਕ ਨਰਿੰਦਰ ਮੋਦੀ ਸਾਹਿਬ ਉਹਨਾਂ ਦੀ ਸੋਚ ਇਹ ਵੀ ਹੋਣੀ ਹੈ ਕਿ ਅੱਜ ਮੈਂ ਪ੍ਰਧਾਨ ਮੰਤਰੀ ਹਾਂ, ਵਿਆਹ ਭਾਵੇਂ ਕਰਵਾਇਆ ਲੇਕਿਨ ਉਹਨਾਂ ਦੇ ਔਲਾਦ ਹੈ ਨਹੀਂ। ਅਗਲੀਆਂ 2-3 ਸਦੀਆਂ ਤੱਕ ਜਦੋਂ ਲੋਕ ਪਾਰਲੀਮੈਂਟ ਦੇਖਿਆ ਕਰਨ ਸ਼ਾਇਦ ਮੇਰਾ ਵੀ ਜ਼ਿਕਰ ਕਰਿਆ ਕਰਨ ਕਿ ਹਾਂ ਨਰਿੰਦਰ ਮੋਦੀ ਨਾਂ ਦਾ ਕੋਈ ਪ੍ਰਧਾਨ ਮੰਤਰੀ ਹੁੰਦਾ ਸੀ, ਉਹਨੇ ਇਹ ਚੀਜ਼ ਬਣਾਈ ਸੀ ਪਾਰਲੀਮੈਂਟ। ਇਹ ਵੀ ਗੱਲ ਹੋ ਸਕਦੀ ਹੈ 20,000 ਕਰੋੜ ਰੁਪਏ ਦੀ ਜਿਹੜਾ ਉੱਤੇ ਖਰਚਾ ਹੋ ਰਿਹਾ ਹੈ। ਇਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਗੁਜਰਾਤ ਦੇ ਵਿੱਚ ਅਹਿਮਦਾਬਾਦ ਦੇ ਵਿੱਚ ਇੱਕ ਮੂਰਤੀ ਬਣਵਾਈ ਹੈ ਸਰਦਾਰ ਪਟੇਲ ਦੀ ਜੀ, ਉਹਦੇ ਤੇ ਵੀ 3,000 ਕਰੋੜ ਰੁਪਈਆ ਖਰਚ ਕੀਤਾ ਗਿਆ ਹੈ। ਇੱਕ ਹੋਰ ਪ੍ਰਪੋਜ਼ਲ ਹੈ ਉਹਦੇ ਤੇ ਅਜੇ ਤੱਕ ਜਿਹੜੀ ਹੈਗੀ ਆ ਉਹਨੇ ਅਮਲੀ ਰੂਪ ਅਖਤਿਆਰ ਨਹੀਂ ਕੀਤਾ ਜੀ। ਉਹ ਅਹਿਮਦਾਬਾਦ ਤੋਂ ਲੈ ਕੇ ਮੁੰਬਈ ਤੱਕ ਬੁਲਟ ਟ੍ਰੇਨ ਚਲਾਉਣ ਦੀ ਕਹਾਣੀ ਵੀ ਹੈ, ਉਹ ਵੀ ਚੱਲਦੀ ਹੈ। ਇਹ ਕਈ ਕੁਛ ਜਿਹੜੀਆਂ ਕਈ ਯੋਜਨਾਵਾਂ ਨਰਿੰਦਰ ਮੋਦੀ ਸਾਹਿਬ ਦੇ ਦਿਮਾਗ ਦੀ ਉਪਜਾਇ ਸੋਚ ਹੈ ਜੀ। ਚਲੋ ਕਈ ਵਾਰੀ ਇਹ ਹੁੰਦਾ ਹੈ ਕਿ ਹਰ ਜਿਹੜਾ ਸ਼ਾਸਕ ਹੁੰਦਾ ਹੈ ਉਹ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਤਰੀਕੇ ਆਪਣੀ ਮੋਹਰ ਛਾਪ ਛੱਡ ਕੇ ਜਾਂਦਾ ਹੈ ਕਿ ਮੈਂ ਜੀ ਚੰਗੇ ਕੰਮ ਕੀਤੇ ਆ, ਵਿਕਾਸ ਦੇ ਕੰਮ। ਹੁਣ ਮੇਰਾ ਖਿਆਲ ਹੈ ਵਿਕਾਸ ਦੇ ਕੰਮ ਹੋ ਜਾਣ, ਸਾਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ। ਸਾਡੇ ਕੋਲੇ ਵੀ ਬੜੀਆਂ ਜਿਹੜੀਆਂ ਸਿੱਖ ਕਾਲ ਦੀਆਂ ਵਿਰਾਸਤਾਂ ਪਈਆਂ। ਸਭ ਤੋਂ ਤਾਜ਼ਾ ਵਿਰਾਸਤ ਦੀ ਜੇ ਆਪਾਂ ਗੱਲ ਕਰੀਏ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਖਾਲਸਾ ਕਾਲਜ ਹੈ ਜਿਹੜਾ, ਉਹ ਇੱਕ ਬਹੁਤ ਵੱਡੀ ਵਿਰਾਸਤ ਹੈ ਸਾਡੇ ਕੋਲੇ ਜੀ। ਇਹ ਹੁੰਦਾ ਹੈ ਆਮ ਹਾਲਤਾਂ ਦੇ ਵਿੱਚ ਜੇ ਨਾਰਮਲ ਹਾਲਾਤ ਹੋਣ ਇਹ ਪਾਰਲੀਮੈਂਟ ਦੀ ਇਮਾਰਤ ਬਣ ਜੇ ਕੋਈ ਮਾੜੀ ਗੱਲ ਨਹੀਂ, ਮੂਰਤੀਆਂ ਲੱਗ ਜਾਣ ਕੋਈ ਮਾੜੀ ਗੱਲ ਨਹੀਂ, ਬੁਲਟ ਟ੍ਰੇਨ ਲੱਗ ਜੇ ਕੋਈ ਮਾੜੀ ਗੱਲ ਨਹੀਂ। ਪਰ ਹੁਣ ਜਦੋਂ ਐਡਾ ਵੱਡਾ ਸੰਕਟ ਪਿਆ ਹੋਇਆ ਜੀ, ਇੱਥੇ ਸਵਾਲ ਇਹ ਪੈਦਾ ਹੁੰਦਾ ਸੰਕਟ ਦੇ ਵਿੱਚ ਵੀ ਅਸੀਂ ਆਪਣੇ ਲੋਕਾਂ ਨੂੰ ਬਚਾਈਏ ਜਾਂ ਅਸੀਂ ਪਾਰਲੀਮੈਂਟ ਦੀ ਨਵੀਂ ਇਮਾਰਤ ਬਣਾਈਏ। ਇਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਹੈ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਭੱਤੇ ਮਿਲਦੇ ਉਹਦੇ ਚ 30% ਦੀ ਕਮੀ ਕਰ ਦਿੱਤੀ ਗਈ ਹੈ ਜੀ। MP ਲੈਡ ਦਾ ਜਿਹੜਾ ਫੰਡ ਮਿਲਦਾ ਹੁੰਦਾ ਸਾਲ ਦਾ 5 ਕਰੋੜ ਰੁਪਈਆ ਸਾਲ ਦਾ, ਉਹਦੇ ਤੇ ਵੀ ਬੈਨ ਲਾਤਾ ਕਿ ਜੀ ਉਹ ਕਿਸੇ ਨੂੰ ਅਗਲੇ 2 ਸਾਲਾਂ ਵਾਸਤੇ ਨਹੀਂ ਮਿਲੂਗਾ। ਇਹ ਸਾਰਾ ਪੈਸਾ ਕਹਿੰਦੇ ਸੀ ਇਕੱਠਾ ਕਰਨਾ ਹੈ, ਔਰ ਇਕੱਠਾ ਕਾਹਦੇ ਵਾਸਤੇ ਕਰਨਾ ਹੈ? ਕਰੋਨਾ ਦੀ ਜਿਹੜੀ ਬਿਮਾਰੀ ਹੈ ਇਹਦਾ ਮੁਕਾਬਲਾ ਕਰਨਾ ਹੈ। ਠੀਕ ਹੈ, ਬਿਲਕੁਲ ਕਰੋ ਜੀ। ਇੱਕ ਅੰਦਾਜ਼ਾ ਲਾਈਏ ਆਪਾਂ ਮੋਟਾ ਜਿਹਾ ਤਾਂ ਕਿੰਨਾ ਕੁ ਪੈਸਾ ਇਕੱਠਾ ਹੋ ਜਾਊਗਾ? ਮੇਰੇ ਖਿਆਲ ਮੁਤਾਬਕ 10,000 ਕਰੋੜ ਰੁਪਈਆ ਇਕੱਠਾ ਹੁੰਦਾ ਹੈ। ਤੇ MP ਲੈਡ ਦੀ ਅਸੀਂ ਗੱਲ ਕਰੀਏ, MP ਲੈਡ ਇਹ ਉਹ ਫੰਡ ਹੈ ਪਾਰਲੀਮੈਂਟ ਦੇ ਮੈਂਬਰਾਂ ਦਾ ਜਿਹੜਾ ਉਹਨਾਂ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਖਰਚ ਕਰਨਾ ਹੁੰਦਾ ਹੈ, ਯੋਜਨਾਵਾਂ ਤੇ ਲਾਉਣਾ ਹੁੰਦਾ ਹੈ। ਕਿਉਂਕਿ ਆਮ ਤੌਰ ਤੇ ਰਾਜ ਸਰਕਾਰਾਂ ਆਪਣੀਆਂ ਯੋਜਨਾਵਾਂ ਬਣਾਉਂਦੀਆਂ, ਕੇਂਦਰ ਸਰਕਾਰ ਆਪਣੀ ਯੋਜਨਾ ਬਣਾਉਂਦੀ ਹੈ, ਲੇਕਿਨ ਕਈ ਵਾਰੀ ਹਲਕੇ ਦੇ ਵਿੱਚ ਕੋਈ ਇਮੀਡੀਏਟ ਕੰਮ ਕਰਨ ਵਾਲੇ ਹੁੰਦੇ ਹੈ। ਪਾਰਲੀਮੈਂਟ ਦਾ ਮੈਂਬਰ ਉੱਥੇ ਜਾਂਦਾ ਹੈ, ਜਾ ਕੇ ਜਦੋਂ ਆਪਦੇ ਹਲਕੇ ਦੇ ਲੋਕਾਂ ਨੂੰ ਮਿਲਦਾ, ਲੋਕ ਕੋਈ ਮੰਗ ਰੱਖਦੇ ਹੈ,
ਉਹ ਜਾਇਜ਼ ਸਮਝਦਾ ਕਿ ਹਾਂ ਇੱਥੇ ਪੈਸਾ ਲਾਉਣ ਦੀ ਲੋੜ ਹੈ, ਤੇ ਪੈਸਾ ਲਾ ਦਿੱਤਾ ਜਾਂਦਾ ਹੈ। ਜੇ ਹੁਣ ਵੀ ਆਪਾਂ ਤਾਜ਼ਾ ਸਥਿਤੀ ਦੇਖੀਏ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਜਿਹੜੇ ਫਿਰੋਜ਼ਪੁਰ ਤੋਂ ਪਾਰਲੀਮੈਂਟ ਦੇ ਮੈਂਬਰ ਹੈ, ਉਹਨਾਂ ਨੇ ਆਪਣੇ ਹਲਕੇ ਦੇ ਲਈ ਇੱਕ ਗੱਡੀ ਵੀ ਦਿੱਤੀ ਹੈ। ਇੱਕ ਉਹਨਾਂ ਨੇ ਵੈਂਟੀਲੇਟਰ ਵੀ ਇੱਕ ਹਸਪੀਟਲ ਦੇ ਵਿੱਚ ਲਵਾਉਣ ਦਾ ਪ੍ਰਬੰਧ ਕੀਤਾ ਹੋਇਆ। ਉਹ ਵੈਂਟੀਲੇਟਰ ਦੇ ਵਿੱਚੋਂ ਪੈਸੇ ਲਾਏ ਗਏ ਸੀ। ਸੋ ਇਹ ਇਸ ਕਿਸਮ ਦੀਆਂ ਜਿਹੜੀਆਂ ਯੋਜਨਾਵਾਂ ਹੁੰਦੀਆਂ ਉਹਨਾਂ ਦੀ ਖਾਤਰ ਪੈਸਾ ਹੁੰਦਾ ਕਿ ਉਹਦੇ ਤੇ ਰੋਕ ਲਾਈ ਜਾ ਸਕਦੀ ਹੈ। ਤਾਂ ਸਵਾਲ ਫਿਰ ਇਹ ਪੈਦਾ ਹੁੰਦਾ ਹੈ ਕਿ ਫਿਰ 20,000 ਕਰੋੜ ਰੁਪਈਆ ਜਿਹੜਾ ਪਾਰਲੀਮੈਂਟ ਤੇ ਖਰਚ ਕਰਨਾ, ਪਾਰਲੀਮੈਂਟ ਦੀ ਇਮਾਰਤ ਤੇ, ਉਹਨੂੰ ਰੋਕਿਆ ਜਾ ਸਕਦਾ, ਉਹਨੂੰ ਅਸੀਂ ਹੋਰ ਕੰਮਾਂ ਤੇ ਲਾ ਸਕਦੇ ਹਾਂ। ਕੱਲ ਰਘੂ ਰਾਮ ਰਾਜਨ ਜਿਹੜੇ ਦੁਨੀਆ ਪੱਧਰ ਦੇ ਅਰਥ ਸ਼ਾਸਤਰੀ ਹੈ, ਰਿਜ਼ਰਵ ਬੈਂਕ ਆਫ ਇੰਡੀਆ ਦੇ ਉਹ ਗਵਰਨਰ ਰਹੇ ਹੈ, ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ। ਰਾਹੁਲ ਗਾਂਧੀ ਨੇ ਕਈ ਸਵਾਲ ਕੀਤੇ ਤੇ ਉਹਨਾਂ ਦਾ ਜਵਾਬ ਦਿੱਤਾ। ਉਹਦਾ ਇਹ ਸੀ ਕਿ ਇਸ ਸੰਕਟ ਦੇ ਦੌਰ ਦੇ ਵਿੱਚ ਜਿਹੜੇ ਸਾਡੇ ਦਿਹਾਤੀ ਲੋਕ ਆ, ਕਿਸਾਨ ਤੇ ਮਜ਼ਦੂਰ, ਉਹਨਾਂ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਤਾਂ ਉਹਦਾ ਮੰਨਣਾ ਸੀ ਕਿ ਉਹ ਜਿਹੜੇ ਲੋਕ ਹੈ ਉਹਨਾਂ ਲੋਕਾਂ ਨੂੰ ਸੰਕਟ ਚੋਂ ਕੱਢਣਾ ਚਾਹੀਦਾ ਹੈ। ਉਹਨਾਂ ਨੂੰ ਜਿਹੜੀ ਹੈਗੀ ਹੈ ਇੱਕ ਮੁਆਵਜ਼ਾ ਦੇਣਾ ਚਾਹੀਦਾ ਹੈ। ਤਾਂ ਉਹਦਾ ਰਾਹੁਲ ਗਾਂਧੀ ਦਾ ਮੁੜ ਕੇ ਨੂੰ ਸਵਾਲ ਸੀ ਕਿ ਤੁਹਾਡੇ ਖਿਆਲ ਮੁਤਾਬਕ ਕਿੰਨਾ ਕੁ ਮੁਆਵਜ਼ਾ ਚਾਹੀਦਾ ਹੈ। ਉਹ ਕਹਿੰਦਾ ਭਾਰਤ ਸਮਰੱਥਾ, ਭਾਰਤ ਕੋਲ ਬਹੁਤ ਪੈਸਾ ਹੈ, ਘੱਟੋ ਘੱਟ ਜਿਹੜਾ ਹੈਗਾ 65 ਹਜ਼ਾਰ ਕਰੋੜ ਰੁਪਈਆ ਸਾਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਉਣਾ ਚਾਹੀਦਾ। ਉਹ ਤੋਂ ਬਗੈਰ ਸਾਡੀ ਮਾਰਕੀਟ ਦੇ ਉਭਾਰ ਦੇ ਵਿੱਚ ਨਹੀਂ ਆਉਣਾ ਜੀ। ਔਰ ਅਗਲੀ ਗੱਲ ਉਹਨੂੰ ਪੁੱਛੀ ਗਈ ਸੀ ਕਿ ਜਿਹੜੇ ਸਾਡਾ ਕੋਰੋਨਾ ਦਾ ਅਸੀਂ ਮੁਕਾਬਲਾ ਕਿਵੇਂ ਕਰ ਸਕਦੇ ਹਾਂ। ਤਾਂ ਉਹਦਾ ਮੰਨਣਾ ਹੈ, ਰਘੂ ਰਾਮ ਰਾਜਨ ਦਾ ਮੰਨਣਾ ਇਹ ਹੈ ਕਿ ਘੱਟੋ ਘੱਟ 5 ਲੱਖ ਟੈਸਟ ਜਿਹੜੇ ਆ ਉਹ ਡੇਲੀ ਹੋਣੇ ਚਾਹੀਦੇ ਹੈ ਜੀ। ਚੰਦੀ ਸਾਹਿਬ, ਅੱਜ ਜਿਹੜੀ ਸਾਡੀ ਸਮਰੱਥਾ ਹੈ, ਸਾਡੀ ਸਮਰੱਥਾ ਤਾਂ ਹੈ ਕਿ ਅਸੀਂ 20,000 ਟੈਸਟ ਵੀ ਨਹੀਂ ਕਰ ਸਕਦੇ। 5 ਲੱਖ ਟੈਸਟ ਡੇਲੀ ਹੋਣੇ ਚਾਹੀਦੇ ਹੈ। ਇਹ ਘੱਟੋ ਘੱਟ ਰਿਕੁਆਇਰਮੈਂਟ ਹੈ, ਤਾਂ ਜਾ ਕੇ ਮਤਲਬ ਜਿਹੜਾ ਅਸੀਂ ਕਰਾਂਗੇ, ਕਿਉਂਕਿ ਦੁਨੀਆ ਦੇ ਵਿੱਚ ਤਾਂ ਟੈਸਟ ਬਹੁਤ ਜ਼ਿਆਦਾ ਹੁੰਦੇ ਜੀ। ਸਾਡੇ ਟੈਸਟ ਨਹੀਂ ਹੁੰਦੇ। ਸਾਡੇ ਤਾਂ ਹਾਲਤ ਇਹ ਹੁੰਦੀ ਹੈ ਕਿ ਜਦੋਂ ਬੰਦਾ ਚਲਾ ਜਾਂਦਾ ਉਹ ਦੇਖਦੇ ਹੈ ਕਿ ਤੈਨੂੰ ਭਾਈ ਲੱਛਣ ਲੱਗਦੇ ਆ ਕੁਛ, ਜੇ ਤਾਂ ਲੱਛਣ ਲੱਗ ਜਾਣ ਫਿਰ ਤਾਂ ਉਹਦਾ ਕੁਛ ਕਰ ਲੈਂਦੇ ਆ। ਨਹੀਂ, ਇਹ ਫਿਰ ਇੰਨਾ ਪੈਸਾ ਲੱਗਣਾ ਚਾਹੀਦਾ ਸੀ ਜਿਹੜਾ ਇੱਧਰ ਲੱਗਣਾ ਚਾਹੀਦਾ ਸੀ। ਵੈਸੇ ਵੀ ਜੇ ਆਪਾਂ 20,000 ਕਰੋੜ ਰੁਪਇਆ ਦੇਖੀਏ ਤਾਂ 20,000 ਕਰੋੜ ਰੁਪਏ ਦੇ ਨਾਲ ਜਿਹੜੇ ਅੱਜ ਸਾਡੇ ਹਸਪਤਾਲਾਂ ਦੀ ਹਾਲਤ ਹੈ, ਸਮੁੱਚੇ ਭਾਰਤ ਤੇ ਪੰਜਾਬ ਵੀ ਉਹਦਾ ਹਿੱਸਾ ਹੈ। ਅਸੀਂ ਦੇਖੀਏ ਤਾਂ ਸਾਡੇ ਹਸਪਤਾਲਾਂ ਦੀ ਹੈਲਥ ਸੇਵਾਵਾਂ ਦੀ ਬਹੁਤ ਮਾੜੀ ਸਥਿਤੀ ਹੈ। ਜਿਹੜੇ ਲੋਕ ਕਰੋਨਾ ਵਰਗੀਆਂ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੈ, ਉਹਨਾਂ ਨੂੰ ਹਸਪੀਟਲ 'ਚ ਐਡਮਿਟ ਕੀਤਾ ਜਾਂਦਾ ਹੈ, ਪਾਲਿਆ ਜਾਂਦਾ ਹੈ। ਉਹਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਹੈਗੀ ਹੈ ਫੈਸਿਲਿਟੀ, ਜਿਹੜੀ ਉਹਨਾਂ ਦਾ ਟ੍ਰੀਟਮੈਂਟ ਹੈ, ਉਹ ਨਹੀਂ ਦਿੱਤਾ ਜਾਂਦਾ। ਸਭ ਤੋਂ ਵੱਡੀ ਸਾਡੇ ਕੋਲੇ ਸਾਡੇ ਹਜੂਰੀ ਰਾਗੀ ਨਿਰਮਲ ਸਿੰਘ ਹੋਣਾ ਦੀ ਮਿਸਾਲ ਸਾਡੇ ਕੋਲ ਹੈ, ਜਿਹੜੀ ਪਦਮ ਸ਼੍ਰੀ ਵੀ ਸੀ, ਉਹ ਨਹੀਂ ਰਹੇ ਸਾਡੇ ਦਰਮਿਆਨ। ਪਰ ਉਹਨਾਂ ਦੀ ਜਿਹੜੀ ਆਖਰੀ ਆਡੀਓ ਆਪਾਂ ਸੁਣੀ ਹੈ, ਉਹ ਕਹਿੰਦੇ ਜੀ ਮੇਰੀ ਤਾਂ ਕਿਸੇ ਨੇ ਬਾਤ ਨਹੀਂ ਪੁੱਛਦੇ, ਮੈਨੂੰ ਕੋਈ ਪਾਣੀ ਨਹੀਂ ਦੇ ਰਿਹਾ, ਮੈਨੂੰ ਕੋਈ ਗੋਲੀ ਤੱਕ ਨਹੀਂ ਦੇ ਰਿਹਾ। ਇਹ ਵੱਡੇ ਵੱਡੇ ਜਿਹੜੇ ਸਾਡੇ ਮਹਾਪੁਰਸ਼ ਹੈ, ਸਾਡੇ ਪੂਜਨਯੋਗ ਲੋਕ ਹੈ, ਜਿਨ੍ਹਾਂ ਦਾ ਬੜਾ ਸਤਿਕਾਰ ਹੈ, ਉਹਨਾਂ ਦਾ ਟ੍ਰੀਟਮੈਂਟ ਨਹੀਂ ਹੁੰਦਾ ਤੇ ਆਮ ਸਧਾਰਨ ਬੰਦੇ ਦਾ ਟ੍ਰੀਟਮੈਂਟ ਕਿਹੋ ਜਿਹਾ ਹੋ ਜਾਊਗਾ। ਹਸਪਤਾਲਾਂ ਦੀ ਬਹੁਤ ਮਾੜੀ ਹਾਲਤ ਹੈ। ਇੱਕ ਅੰਦਾਜ਼ੇ ਮੁਤਾਬਕ ਇਹ ਹੈ ਕਿ ਜੇ ਇਹੀ 20,000 ਕਰੋੜ ਰੁਪਈਆ ਕਿਤੇ ਹੈਲਥ ਸੇਵਾਵਾਂ ਤੇ ਖਰਚ ਕਰਨਾ ਹੋਵੇ ਤਾਂ ਘੱਟੋ ਘੱਟ 10 ਤੋਂ ਲੈ ਕੇ 15 ਏਮਜ਼ ਬਣ ਸਕਦੇ ਆ, ਜਿਨ੍ਹਾਂ ਦੀ ਕੋਈ ਬੜੀ ਲੋੜ ਹੈ। ਏਮਜ਼ ਵਰਗੇ ਹਸਪਤਾਲਾਂ ਦੀ ਲੋੜ ਹੈ ਤਾਂ ਕਿ ਇਲਾਜ ਕੀਤਾ ਜਾਵੇ। ਸੋ ਉਸ ਪਾਸੇ ਪੈਸਾ ਖਰਚ ਨਹੀਂ ਕੀਤਾ ਜਾ ਰਿਹਾ, ਇੱਧਰ ਨੂੰ ਖਰਚ ਕੀਤਾ ਜਾ ਰਿਹਾ ਹੈ। ਹੁਣ ਇਹ ਇੱਕ ਬਹਿਸ ਉੱਠੀ ਹੈ ਕਿ ਹਾਂਜੀ ਦੱਸੋ ਇਹਦਾ ਸਾਨੂੰ ਕੀ ਕਰਨਾ ਚਾਹੀਦਾ ਹੈ। ਮੇਰੇ ਇੱਕੋ ਸਤਰਾਂ ਯਾਦ ਆਉਂਦੀਆਂ, ਸ਼ਹਿਰ ਲੁਧਿਆਣਾ ਦੀ ਜੀ, ਭਾਰਤ ਦਾ ਬਹੁਤ ਵੱਡਾ ਸ਼ਹਿਰ ਹੋਇਆ ਹੈ। ਉਹਨੇ ਇੱਕ ਵਾਰੀ ਤਾਜ ਮਹਿਲ ਦੇ ਉੱਤੇ ਇੱਕ ਨਜ਼ਮ ਲਿਖੀ ਸੀ, ਕਹਿੰਦਾ ਹੈ ਇੱਕ ਸ਼ਹਿਨशाह ਨੇ बना के हंसी ताज महल हम गरीबों की मोहब्बत का उड़ाया है मजाक। मतलब गरीबां ਨੂੰ ਤਾਂ ਮਜ਼ਾਕ ਦਾ ਕੇਂਦਰ ਬਣਾਇਆ ਜਾ ਰਿਹਾ ਹੈ। ਇਹ ਜਿਵੇਂ ਵੱਡੇ ਲੋਕਾਂ ਦੇ ਇੱਕ ਖੁਰਨੇ ਆ ਜਾਂਦੇ ਆ, ਉਹਨਾਂ ਨੂੰ ਸੁਪਨੇ ਆ ਜਾਂਦੇ ਆ ਕਿ ਇੱਕ ਇਹੋ ਜਿਹੀ ਬਿਲਡਿੰਗ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਮੈਂ ਬੈਠਾ, ਉਸ ਕਿਸਮ ਦੇ ਤਾਂ ਦੇ ਉੱਤੇ ਪੈਸਾ ਲਾਇਆ ਜਾਂਦਾ ਹੈ। ਲੇਕਿਨ ਜਿਵੇਂ ਕਿ ਹੁੰਦਾ, ਤੁਸੀਂ ਯਾਦ ਕਰੋ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਹੈ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਜਦੋਂ ਕਰੋਨਾ ਦੀ ਬਿਮਾਰੀ ਸ਼ੁਰੂ ਹੋਈ ਹੈ, ਉਹਨੇ ਕਿਹਾ ਸੀਗਾ ਕਿ ਐਸਾ ਬਾਅਦ ਦੇ ਵਿੱਚ ਹੋਰ ਇਕੱਠਾ ਹੋ ਜਾਣਾ, ਲੋਕ ਟੈਕਸ ਦੇਣ ਨੂੰ ਤਿਆਰ ਹੋਣਗੇ ਤਾਂ ਹੀ ਸਾਡੀ ਆਰਥਿਕਤਾ ਚੱਲ ਸਕੂਗੀ, ਖੜੀ ਹੋ ਸਕੂਗੀ। ਜੇ ਲੋਕ ਬਚਣਗੇ, ਲੋਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਲੋਕਾਂ ਨੂੰ ਬਚਾ ਲਾਂਗੇ ਤੇ ਲੋਕ ਸਾਡੀ ਡਿਵੈਲਪਮੈਂਟ ਦੇ ਵਿੱਚ ਫੇਰ ਯੋਗਦਾਨ ਪਾਉਣਗੇ। ਤੇ ਚੰਦੀ ਸਾਹਿਬ, ਅੱਜ ਤੁਹਾਡੇ ਸਾਹਮਣੇ ਨਿਊਜ਼ੀਲੈਂਡ ਇੱਕ ਛੋਟਾ ਜਿਹਾ ਮੁਲਕ ਹੈ, 50 ਲੱਖ ਦੀ ਆਬਾਦੀ ਹੈ, ਉਹ ਇੱਕ ਮਿਸਾਲ ਬਣ ਕੇ ਸਾਹਮਣੇ ਆ ਗਿਆ। ਲਗਭਗ ਉਹਨਾਂ ਨੇ ਕਰੋਨਾ ਵਰਗੀ ਬਿਮਾਰੀ ਦੇ ਉੱਤੇ ਕਾਬੂ ਪਾ ਲਿਆ। ਲੇਕਿਨ ਭਾਰਤ ਇੱਕ ਵੱਡਾ ਦੇਸ਼ ਹੈ, ਵੱਡੀ ਜਮਹੂਰੀਅਤ ਹੈ, ਉਹਦੀ ਹਾਲਤ ਦੇਖੋ ਤੁਸੀਂ ਕਿੰਨੀ ਹੈ। ਔਰ ਅੱਜ ਮੈਂ ਸਾਡੀ ਲੇਟੈਸਟ ਹੁਣੇ ਖਬਰ ਦੱਸ ਰਿਹਾ ਕਿ ਅਗਲੇ 2 ਹਫ਼ਤਿਆਂ ਲਈ ਲਾਕਡਾਊਨ ਵਧਾਉਣ ਦਾ ਫਿਰ
ਭਾਰਤ ਸਰਕਾਰ ਨੇ ਫੈਸਲਾ ਕਰ ਲਿਆ ਕਿ ਲਾਕਡਾਊਨ ਨੂੰ ਵਧਾਉਣਾ ਪੈਣਾ ਹੈ। ਜੇ ਲਾਕਡਾਊਨ ਨੂੰ ਨਾ ਵਧਾਵਾਂਗੇ ਤੇ ਨੁਕਸਾਨ ਇੱਥੇ ਬਹੁਤ ਜ਼ਿਆਦਾ ਹੋ ਜਾਣਾ ਹੈ। ਸੋ ਇਹਨਾਂ ਹਾਲਤਾਂ ਦੇ ਵਿੱਚ ਵੱਡਾ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਪਾਰਲੀਮੈਂਟ ਦੀ ਬਿਲਡਿੰਗ ਬਣਾਉਣੀ ਬਹੁਤ ਜ਼ਰੂਰੀ ਹੈ ਜਾਂ ਲੋਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਮੇਰਾ ਖਿਆਲ ਹੈ ਵੀ ਸਭ ਤੋਂ ਪਹਿਲ ਜਿਹੜੀ ਉਹ ਲੋਕਾਂ ਦੀ ਚਾਹੀਦੀ ਹੈ ਕਿ ਪਾਰਲੀਮੈਂਟ ਆਪਾਂ ਫੇਰ ਬਣਾ ਲਾਂਗੇ, ਫੇਰ ਕਿਸੇ ਵੇਲੇ ਸੋਚ ਲਾਂਗੇ 20,000 ਕਰੋੜ ਰੁਪਈਆ ਜਿਹੜਾ ਉਧਰ ਲਾਉਣਾ, ਉਹ 20,000 ਕਰੋੜ ਰੁਪਈਆ ਤੁਸੀਂ ਮਾਰਕੀਟ ਚ ਲਾਓ। ਆਮ ਲੋਕਾਂ ਨੂੰ ਜਿਹੜੇ ਗਰੀਬ ਹੈ, ਮਜ਼ਦੂਰ ਹੈ, ਇਹਨਾਂ ਨੂੰ ਰੋਟੀ ਦੇ ਲਾਲੇ ਪਏ ਆ, ਤੁਸੀਂ ਉਹਨਾਂ ਚ ਤਕਸੀਮ ਕਰੋ ਤਾਂ ਕਿ ਉਹ ਪੈਸਾ ਮਾਰਕੀਟ ਦੇ ਵਿੱਚ ਆਵੇ ਤੇ ਸਾਡੀ ਆਰਥਿਕਤਾ ਖੜੀ ਹੋਵੇ। ਨਾਲ ਹਸਪਤਾਲ ਬਣਾਓ, ਦਵਾਈਆਂ ਦਾ ਇੰਤਜ਼ਾਮ ਕਰੋ, ਵੈਂਟੀਲੇਟਰ ਬਣਾਓ, ਜਿਹੜੇ ਲੋਕ ਮਰਦੇ ਉਹਨਾਂ ਨੂੰ ਬਚਾਇਆ ਜਾ ਸਕੇ। ਲੋੜ ਇਸ ਵੇਲੇ ਇਸ ਗੱਲ ਦੀ ਹੈ ਜੀ। ਬਿਲਕੁਲ ਜੀ। ਢਿੱਲੋਂ ਸਾਹਿਬ, ਆਪਾਂ ਹਰਜਿੰਦਰ ਸਿੰਘ ਧਨੋਆ ਨੂੰ ਲੈ ਲਈਏ ਕਿਉਂਕਿ ਉਹਨਾਂ ਨੂੰ ਜ਼ਰੂਰੀ ਕੰਮ ਆ, ਰੁਝੇਵਾਂ ਤਾਂ ਉਹਨਾਂ ਨੇ ਮੁੜ ਕੇ ਬਿਜੀ ਹੋ ਜਾਣਾ। ਹਾਂਜੀ ਹਰਜਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਚੰਦੀ ਸਾਹਿਬ ਤੇ ਢਿੱਲੋਂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ, ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਵੇਂ ਕੈਨੇਡੀਅਨ ਮਿਲਟਰੀ ਪਲੇਨ ਜਿਹੜਾ ਆਪਣੇ ਕ੍ਰੈਸ਼ ਹੋਇਆ ਸੀ ਕਿਤੇ ਗ੍ਰੀਸ ਦੇ ਵਿੱਚ ਨੈਟੋ ਟ੍ਰੇਨਿੰਗ ਮਿਸ਼ਨ ਦੇ, ਉਸ ਤੇ ਜਸਟਿਨ ਟਰੂਡੋ ਨੇ ਵੀ ਬੜਾ ਦੁੱਖ ਪ੍ਰਗਟਾਇਆ ਜੀ। ਉਹ ਤੇ ਕਿਹਾ ਆ ਕਿ ਜਿਹੜੇ ਇਹਦੇ ਵਿੱਚ 6 ਲੋਕ ਸੀਗੇ ਤੇ ਇੱਕ ਤਾਂ ਚਲੋ ਕੱਲ ਮਿਲ ਗਿਆ ਸੀ, 5 ਸਟਿਲ ਮਿਸਿੰਗ ਆ ਤੇ ਸਟਿਲ ਵਰਕਿੰਗ ਔਨ ਦੈਟ ਵੀ ਉਹਨਾਂ ਨੂੰ ਜਿਹੜਾ ਜਲਦੀ ਤੋਂ ਜਲਦੀ ਉਹਨਾਂ ਨੂੰ ਲੱਭਿਆ ਜਾਵੇ। ਤੇ ਇਸੇ ਤਰ੍ਹਾਂ ਜੇ ਡਗ ਫੋਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜਿਹੜੇ ਬਿਜ਼ਨਸ ਵਾਲੇ ਲੋਕ ਆ ਉਹਨਾਂ ਨੂੰ ਕਿਹਾ ਆ ਵੀ ਤੁਸੀਂ ਹੁਣ ਤਿਆਰ ਰਹੋ ਤੇ ontario ਬਹੁਤ ਜਲਦੀ ਆਪਣੀ ਜਿਹੜੀ ਆ ਸੇਫਟੀ ਗਾਈਡਲਾਈਨ ਜਿਹੜੀ ਆ ਉਹ ਰਿਲੀਜ਼ ਕਰੂਗਾ। ਤੇ ਉਹਨਾਂ ਨੇ ਕਿਹਾ ਕੋਈ ਇਹ 65 ਗਾਈਡਲਾਈਨਸ ਹੋਣਗੀਆਂ, ਇਹਦੇ ਵਿੱਚ ਇਨਕਲੂਡਿੰਗ ਆਫਿਸ ਸਪੇਸ, ਰੈਸਟੋਰੈਂਟ ਤੇ ਆਟੋ ਇੰਡਸਟਰੀ ਹੋਵੇਗੀ ਜੀ। ਇਸੇ ਤਰ੍ਹਾਂ CBC ਨੇ ਨਿਊਜ਼ ਕਵਰ ਕੀਤੀ ਹੈ ਕਿ ਜਿਵੇਂ ਆਪਣੇ ਕ੍ਰੈਡਿਟ ਕਾਰਡ ਕੰਪਨੀਆਂ ਬਹੁਤ ਸਾਰੇ ਕਸਟਮਰ ਨੂੰ ਜਿਹੜੇ ਆ $1000 ਜਿਹੜੇ ਆ ਉਹ ਰਿਫੰਡ ਬੈਕ ਆ ਰਿਹਾ ਜੀ। ਇਸ ਨਿਊਜ਼ ਦੇ ਵਿੱਚ ਦੱਸਿਆ ਗਿਆ ਕਿ ਕਈ ਲੋਕਾਂ ਨੂੰ, ਕਿਸੇ ਨੂੰ 4300, 2100, ਇੱਕ ਆਪਣੇ ਇੱਥੋਂ ਟੋਰਾਂਟੋ ਦੇ ਰੈਜ਼ੀਡੈਂਸ ਹੈ ਜੀ ਐਲਿਸਨ ਬਰਾਊਨ, ਉਹਨਾਂ ਨੇ CBC ਨੂੰ ਈਮੇਲ ਕਰਕੇ ਕਿਹਾ ਕਿ ਮੈਨੂੰ $50,000 ਜਿਹੜਾ ਆ ਉਹ ਕ੍ਰੈਡਿਟ ਕਾਰਡ ਕੰਪਨੀ ਨੇ ਰਿਫੰਡ ਕੀਤਾ ਆ। ਕਿਉਂਕਿ ਜਿਸ ਤਰ੍ਹਾਂ ਜਦੋਂ ਪੂਰੀ ਖਬਰ ਪੜ੍ਹੀ ਗਈ ਤਾਂ ਚੰਦੀ ਸਾਹਿਬ ਉਹਦੇ ਵਿੱਚ ਲਿਖਿਆ ਗਿਆ ਸੀ ਜਦੋਂ ਆਪਾਂ ਕ੍ਰੈਡਿਟ ਕਾਰਡ ਨੂੰ ਸਾਈਨ ਅਪ ਕਰਦੇ ਹਾਂ ਆਪਾਂ ਨੂੰ ਬਹੁਤ ਸਾਰਾ ਨਹੀਂ ਪਤਾ ਹੁੰਦਾ ਕਿ ਆਪਾਂ ਸਾਈਨ ਕੀਤੇ ਹੁੰਦੇ ਆ। ਇਹ ਉਹਨਾਂ ਲੋਕਾਂ ਨੂੰ ਪੈਸੇ ਬੈਕ ਆਉਂਦੇ ਆ ਜਦੋਂ ਉਹਦੇ ਵਿੱਚ ਲਿਖਿਆ ਹੋਵੇ ਕਿਸੇ ਦੀ ਜੌਬ ਚਲ ਜਾਂਦੀ ਹੈ ਜਾਂ ਕਿਸੇ ਦੀ ਸੱਟ ਲੱਗ ਜਾਂਦੀ ਹੈ ਜਾਂ ਇਸ ਤਰ੍ਹਾਂ ਕਰਕੇ ਜੀ। ਤਾਂ ਇਵੇਂ ਵੀ ਇਹ ਜਿਹੜੇ ਲੋਕਾਂ ਨੂੰ ਇਹ ਪੈਸੇ ਬੈਕ ਆਏ ਆ ਉਹਨਾਂ ਨੂੰ ਵੀ ਨਹੀਂ ਸੀ ਪਤਾ, ਤਾਂ ਉਹ ਤਾਂ ਸਮਝਦੇ ਵੀ ਸਾਡੀ ਇੱਕ ਕਿਸਮ ਦੀ ਇਹ ਲੋਟਰੀ ਲੱਗੀ ਆ। ਤੇ ਬਾਕੀ Airbnb ਦੇ ਜਿਹੜੇ ਪਾਰਟਨਰ ਵਿਦ ਹੈਲਥ ਕੇਅਰ ਯੂਨੀਅਨ ਆ ਉਹਨਾਂ ਨੇ ਉਹਨਾਂ ਦੇ ਨਾਲ ਕੇ ਜਿਹੜੇ ਆਪਣੇ ਫਰੰਟ ਲਾਈਨ ਵਰਕਰ ਆ ਉਹਨਾਂ ਨੂੰ ਆਫਰ ਕੀਤੀ ਆ, ਜਿਹੜੇ ਆਪਣੇ GTA ਦੇ ਵਿੱਚ ਕੰਮ ਕਰਦੇ ਆ, ਕੰਮ ਤੋਂ ਬਾਅਦ ਥੱਕੇ ਹੋਣ ਕਰਕੇ ਦੂਰ ਆਪਣੇ ਘਰਾਂ ਨੂੰ ਜਾਂਦੇ ਆ, ਉਹਨਾਂ ਨੂੰ ਫ੍ਰੀ ਰਹਿਣ ਲਈ ਜਗ੍ਹਾ ਦਿੱਤੀ ਜਾਊਗੀ। ਤੇ ਬਜਟ ਆਫਿਸਰ ਜਿਹੜੇ ਆਪਣੇ ਹੈਗੇ ਆ ਤਾਂ ਉਹਨਾਂ ਨੇ ਕਿਹਾ ਆ ਕਿ COVID-19 ਦਾ ਕਰਕੇ ਜਿਹੜਾ ਫੈਡਰਲ ਦਾ ਡੈਫੀਸਿਟ ਆ ਉਹ ਵੱਧ ਕੇ 252 ਬਿਲੀਅਨ ਤੱਕ ਚਲੇ ਗਿਆ ਜੀ। ਤੇ ਆਪਣੇ ਬਟਨਵਿਲ 에ਅਰਪੋਰਟ ਹੈ ਜੀ ਇੱਥੇ ਮਾਰਖਮ ਦੇ ਵਿੱਚ ਬੁੱਡਵਾਈਨ ਤੇ ਤਾਂ 16 ਤੇ, ਤਾਂ ਉੱਥੇ ਇੱਕ ਪ੍ਰਾਈਵੇਟ ਜੈਟ ਨੂੰ ਕਿਸੇ ਨੇ ਅੱਗ ਲਾਤੀ ਸੀ। ਇਹ ਜਿਹੜਾ ਓਵਰ ਮਿਲੀਅਨ ਦਾ ਨੁਕਸਾਨ ਹੋਇਆ ਸੀ। ਉਹਨਾਂ ਨੇ ਹੁਣ ਇਸ ਸ਼ਖਸ ਦੀ ਜਿਹੜੀ ਆ ਫੋਟੋ ਵੀ ਰਿਲੀਜ਼ ਕੀਤੀ ਆ ਤੇ ਕਿਹਾ ਆ ਕਿ ਇਹ ਜਿਹੜਾ ਅੱਗ ਲਾਉਣ ਦੇ ਵਿੱਚ ਆ ਵੀ ਇਹਦਾ ਵੀ ਉਹਨਾਂ ਬੰਦਿਆਂ ਦੇ ਨਾਲ ਹੀ ਕਨੈਕਸ਼ਨ ਹੈ ਜੀ। ਤੇ ਬਾਕੀ ਆਪਣੇ ਜਿਹੜੀਆਂ ਕੰਪਨੀਜ਼ ਹੈਗੀਆਂ ਮਾਲ ਓਨ ਕਰਦੀਆਂ ਜਿਵੇਂ ਈਟਨ ਸੈਂਟਰ ਹੋਇਆ, ਯਾਰਕਡੇਲ ਮਾਲ ਜਾਂ ਜਿਹੜੇ ਹੋਰ ਵੱਡੇ ਵੱਡੇ ਮਾਲ ਹੋਏ, ਉਹ ਕੰਪਨੀ ਦਾ ਕਹਿਣਾ ਹੈ ਕਿ ਸਾਨੂੰ ਹੁਣ ਤੱਕ 20 ਤੋਂ 25% ਜਿਹੜੇ ਰਿਟੇਲਰ ਆ ਉਹਨਾਂ ਨੇ ਹੀ ਰੈਂਟ ਦਿੱਤਾ ਜੀ। ਬਾਕੀ ਆਪਣੇ 80 ਸਾਲਾਂ ਦਾ ਬਜ਼ੁਰਗ ਹੈ ਜੀ, ਉਹ ਟੋਰਾਂਟੋ ਪੁਲਿਸ ਨੇ ਸੈਕਸੁਅਲ ਅਸਾਲਟ ਦੇ ਵਿੱਚ ਉਹਨੂੰ ਚਾਰਜ ਕੀਤਾ ਜੀ ਆਪਣੇ ਲੋਅਰ ਸਪਲਾਈਨਾ ਤੇ ਕੁਈਨਸਕੇ ਵੈਸਟ ਡਾਊਨਟਾਊਨ ਟੋਰਾਂਟੋ ਦੀ ਗੱਲ ਹੈ ਜੀ ਇਹ। ਬਾਕੀ ਜਿਸ ਤਰ੍ਹਾਂ ontario ਦੇ ਆਪਾਂ ਨਵੇਂ ਨੰਬਰਾਂ ਦੀ ਗੱਲ ਕੀਤੀ ਜਾਵੇ, ਜਿਸ ਤਰ੍ਹਾਂ ਆਪਾਂ ਕੱਲ ਸ਼ੇਅਰ ਕੀਤਾ ਸੀ 347 ਨੰਬਰ ਸੀ, ਤਾਂ ਹੁਣ ਇਹ ਵੱਧ ਕੇ 459 ਜਿਹੜੇ ਨਵੇਂ ਕੇਸ ਆਏ ਆ ਚੰਦੀ ਸਾਹਿਬ। ਤੇ ਜੇ ਆਪਾਂ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਹ ontario ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਹੁਣ ਤੱਕ ਜਿਹੜੇ ਪਿਛਲੀ ਵਾਰੀ ਵੱਧ ਨੰਬਰ ਸੀਗੇ 12,550 ਸੀਗੇ, ਹੁਣ ਇਹਨਾਂ ਨੇ 12,928 ਇੱਕ ਦਿਨ ਦੇ ਵਿੱਚ ਇਹਨਾਂ ਨੇ ਟੈਸਟ ਕੀਤੇ ਆ। ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਹੁਣ ਅਸੀਂ ਸਾਡਾ ਅਗਲਾ ਟੀਚਾ ਹੈ ਕਿ ਇਹਨੂੰ ਵਧਾ ਕੇ ਅਸੀਂ 14,000 ਤੱਕ ਲੈ ਕੇ ਜਾਇਆ ਜਾਵੇ ਜੀ। ਬਾਕੀ ਟੋਰਾਂਟੋ ਸਿਟੀ ਕੌਂਸਲ ਦੀ ਜਿਹੜੀ ਆ ਫਸਟ ਟਾਈਮ ਜਿਹੜੀ ਮੀਟਿੰਗ ਹੋਈ ਆ ਆਪਣੇ ਵਰਚੁਅਲ ਮੀਟਿੰਗ ਦੀ ਜਿਹੜੀ, ਉਹਨਾਂ ਨੇ ਜਨਾਨੀ ਮਸਲੀ ਸਾਰੀਆਂ ਪਾਵਰਾਂ ਜਿਹੜੀਆਂ ਐਕਸਟੈਂਡ ਕਰਕੇ ਆਪਣੇ ਜੌਨ ਟੋਰੀ ਨੂੰ ਦੇਤੀਆਂ ਬਾਈਲਾ ਤੇ ਜਾਂ ਜਿਹੜੀਆਂ ਹੋਰ ਐਮਰਜੈਂਸੀ ਪਾਵਰ ਆ ਸਿਟੀ ਦੀਆਂ ਜੀ। ਇਸੇ ਤਰ੍ਹਾਂ ਟੋਰਾਂਟੋ ਪੁਲਿਸ ਨੇ ਇੱਕ ਨਾਰਥ ਯਾਰਕ ਦੇ ਵਿੱਚ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਮਾਰਿਆ। ਐਕਚੁਅਲੀ ਗੱਲ ਇਸ ਤਰ੍ਹਾਂ ਸੀਗੀ ਕਿ 400 ਫਿੰਚ ਦੇ ਏਰੀਆ ਦੇ ਵਿੱਚ 50 ਨਾਰਥ ਫਿੰਚ ਤੇ
ਬੈਸਟ ਵੈਸਟਰਨ ਹੋਟਲ ਸੀ, ਉਹਨਾਂ ਦੇ ਉੱਥੋਂ ਮੈਨੇਜਮੈਂਟ ਨੇ ਰਿਪੋਰਟ ਕੀਤੀ ਸੀ ਕੋਈ ਸ਼ਖਸ ਵੈਪਨ ਲੈ ਕੇ ਇੱਥੇ ਫਿਰ ਰਿਹਾ, ਤੇ ਜਦੋਂ ਪੁਲਿਸ ਆਈ ਤਾਂ ਉਹ ਗੱਡੀ ਦੇ ਵਿੱਚੋਂ ਨਹੀਂ ਨਿਕਲ ਰਿਹਾ ਸੀ। ਜ਼ਿਆਦਾ ਜਦੋਜਹਿਦ ਕਰਨ ਦੇ ਕਾਰਨ ਜਦੋਂ ਨਹੀਂ ਆਇਆ ਤੇ ਇਸ ਕਰਕੇ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ ਤੇ ਉੱਥੇ ਉਹਦੀ ਮੌਤ ਹੋਈ ਆ। ਇਸੇ ਤਰ੍ਹਾਂ ਈਟੋਬੀਕੋ ਦੇ ਵਿੱਚ ਵੀ ਅਪਾਰਟਮੈਂਟ ਦੇ ਵਿੱਚ ਕਿਸੇ ਦੀ ਡੋਰ ਵਿੱਚ ਜਾ ਕੇ 2-3 ਸ਼ਾਟ ਮਾਰੇ ਗਏ ਜੀ, ਤੇ ਪਰ ਕੋਈ ਜਾਨੀ ਨੁਕਸਾਨ ਉੱਥੇ ਨਹੀਂ ਹੋਇਆ। ਤੇ ਬਾਕੀ ਖਬਰ ਆਪਣੇ ਬਰੈਂਪਟਨ ਤੋਂ ਆ ਰਹੀ ਹੈ ਜੀ, ਆਪਣੇ 18 ਸਾਲਾਂ ਦੀ ਕੁੜੀ, ਨਾਂ ਤਾਂ ਨਹੀਂ ਇਹਨਾਂ ਨੇ ਕੁਝ ਦੱਸਿਆ, ਇਹ ਆਪਣੇ ਕੰਟੀਨੈਂਟਲ ਰੋਡ ਐਂਡ ਬ੍ਰਿਸਡੇਲ ਡਰਾਈਵ ਬਰੈਂਪਟਨ ਦੇ ਵਿੱਚ ਕਾਲੇ ਰੰਗ ਦੀ ਗੱਡੀ ਆਈ, ਇਹ ਸਾਈਡ ਤੇ ਵਾਕ ਕਰਦੀ ਸੀਗੀ ਤੇ 18 ਸਾਲ ਤੇ 19 ਸਾਲ ਦੇ ਦੋ ਮੁੰਡਿਆਂ ਨੇ ਇਹਨੂੰ ਪੁੱਛ ਕਰਕੇ ਕਾਰ ਵਿੱਚ ਸੁੱਟਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋ ਨੂੰ ਚਾਰਜ ਕਰ ਲਿਆ ਜੀ। ਚੰਦੀ ਸਾਹਿਬ ਜੀ ਬਾਕੀ ਆਪਾਂ ਜਦੋਂ COVID-19 ਦੀ ਗੱਲ ਕਰਦੇ ਹਾਂ ਤੇ ਜਿਹੜੇ ਅਰਲੀ ਕੇਸ ਕੈਨੇਡਾ ਦੇ ਵਿੱਚ ਆਏ ਸੀ, ਜਿਸ ਤਰ੍ਹਾਂ ਕਹਿੰਦੇ ਸੀ ਕਿ ਇਹ ਕੇਸ ਆਪਣੇ ਚਾਈਨਾ ਵੁਹਾਨ ਤੋਂ ਆਏ ਆ, ਪਰ ਇਹ ਜਿਹੜਾ ਡਾਟਾ ਸ਼ੋ ਕਰ ਰਿਹਾ ਜੀ ontario ਦੇ, ਜੇ ਮੈਂ ਗੱਲ ਦੱਸਾਂ ਜਨਵਰੀ 15 ਤੋਂ ਲੈ ਕੇ ਅਪ੍ਰੈਲ 16 ਤੱਕ ਜੀ ਇਹ ਜਿਹੜੇ ਟੋਟਲ ਉਸ ਵੇਲੇ ਕੇਸ ਸੀਗੇ 1201 ਕੇਸ ਸੀਗੇ, ਤੇ ਜਿਹੜੇ 404 ਲੋਕ USA ਤੋਂ ਟਰੈਵਲ ਕਰਕੇ ਕੈਨੇਡਾ ਆਏ ਸੀਗੇ ਤੇ ਉਹਨਾਂ ਨੂੰ ਕਰੋਨਾ ਵਾਇਰਸ ਹੋਇਆ, ਤੇ ਉਸ ਤੋਂ ਬਾਅਦ 126 ਲੋਕ ਜਿਹੜੇ UK ਤੋਂ ਸੀ। ਇਹ ਕਾਫੀ ਵੱਡਾ ਡਾਟਾ ਜੀ। ਜੇ ਏਦਾਂ ਹੀ ਮੈਂ ਕੁਬੈਕ ਦੀ ਗੱਲ ਕਰਾਂ ਜਨਵਰੀ 15 ਤੋਂ ਅਪ੍ਰੈਲ 16 ਦੀ, ਇਹ 1032 ਸੀਗੇ ਜੀ। ਇਸੇ ਤਰ੍ਹਾਂ ਇੱਥੇ ਵੀ ਗਿਣਤੀ ਜਿਹੜੇ USA ਤੋਂ ਟਰੈਵਲ ਕਰਕੇ ਉਹਨਾਂ ਦੀ ਜ਼ਿਆਦਾ ਜੀ, 373 ਜਿਹੜੇ ਫਰਾਂਸ ਤੋਂ ਆਏ ਸੀ 151 ਜੀ। ਬਾਕੀ ਆਟਵਾ ਦੇ ਮੇਅਰ ਨੇ ਜਿਹੜੇ ਉੱਥੇ ਦੇ ਨਰਸਿੰਗ ਹੋਮ ਆ, ਪਹਿਲਾਂ ਉਹਨਾਂ ਨੂੰ ਬੈਨ ਕੀਤਾ ਸੀ, ਕੋਈ ਵੀ ਵਿਜ਼ਟਰ ਇੱਥੇ ਨਹੀਂ ਆ ਸਕਦਾ। ਉਹਨਾਂ ਨੇ ਹੁਣ ਬੈਨ ਨੂੰ ਹਟਾਇਆ, ਕਿਹਾ ਹੈ ਕਿ ਜਿਹੜੇ ਫੈਮਿਲੀ ਮੈਂਬਰ ਆ ਉਹ ਵਿੰਡੋ ਰਾਹੀਂ ਆ ਕੇ ਵਿੰਡੋ ਵਿਜ਼ਿਟ ਉਹ ਕਰ ਸਕਦੇ ਆ ਜੀ। ਆਪਣੇ ਟੋਰਾਂਟੋ ਦੇ ਵਿੱਚ ਜੀ ਹਾਈ ਐਂਡ ਗਰੋਸਰੀ ਸਟੋਰ ਆ ਜੀ, ਫੂਡ ਸਰਵਿਸ, ਉੱਥੇ ਵੀ ਜਿਹੜੇ ਕੁਝ EMPLOYE ਪੋਜ਼ਿਟਿਵ ਪਾਏ ਗਏ ਆ ਜੀ। ਤੇ ਬਾਕੀ ਜਿਸ ਤਰ੍ਹਾਂ ਚੰਦੀ ਸਾਹਿਬ ਹੁਣ ਅਮਰੀਕਾ ਦੇ ਵਿੱਚ ਵੀ ਨਵੰਬਰ 3 ਲਾਗੇ ਆਉਣ ਵਾਲਾ ਇਲੈਕਸ਼ਨਾਂ ਦਾ ਦੌਰ ਆ, ਤੇ ਜੋ ਬਾਈਡਨ ਉਹ ਵੀ ਜਿੱਦਾਂ ਮੀ ਟੂ ਆਪਣੇ ਚੱਲੀ ਸੀਗੀ ਜੀ, ਉਹਦੇ ਵਿੱਚ ਬੜੇ ਐਲੀਗੇਸ਼ਨ ਲੱਗਦੇ ਆ ਜੀ। ਇਸ ਤਰ੍ਹਾਂ ਜੋ ਬਾਈਡਨ ਵੀ ਐਲੀਗੇਸ਼ਨਾਂ ਦੇ ਵਿੱਚ ਘਿਰ ਗਿਆ ਜੀ। ਇੱਕ ਲੇਡੀ ਦਾ ਨਾਂ ਹੈ ਜੀ ਤਾਰਾ ਰੈਡੀ ਜੀ, ਤੇ ਇਹ 30 ਸਾਲ ਪਹਿਲਾਂ ਦੀ ਗੱਲ ਹੈ ਜੀ, ਜਿਹਦਾ ਜੋ ਬਾਈਡਨ ਦੀ ਤਾਂ ਹੁਣ ਉਮਰ 77 ਈਅਰ ਹੈ ਜੀ। ਇਹ 30 ਸਾਲ ਪਹਿਲਾਂ ਜੀ ਜਦੋਂ ਸੈਨੇਟਰ ਹੁੰਦੇ ਸੀ, ਤਾਰਾ ਰੈਡੀ ਨੇ ਕਿਹਾ ਆ ਕਿ ਇਹ ਜਦੋਂ ਮੈਂ ਇਕੱਲੀ ਇਹਦੇ ਆਫਿਸ ਸੀ ਤਾਂ ਮੈਨੂੰ ਇਹਨਾਂ ਨੇ ਧੱਕਾ ਮਾਰ ਕੇ ਕੰਧ ਦੇ ਨਾਲ ਲਾਇਆ। ਚੰਦੀ ਸਾਹਿਬ ਇਹ ਜਿਹੜੀ ਖਬਰ ਆ ਕਿ ਮੇਰੀ ਜਗੀਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਇਹਨੂੰ ਕਵਰ ਕਰਾਂ, ਕਿ ਇਹਦੇ ਵਿੱਚ ਬਹੁਤ ਵੱਧ ਘੱਟ ਲਿਖਿਆ ਗਿਆ ਕਿ ਜਿਹੜੀ ਮੈਂ ਸੋਚਦਾ ਕਿ ਏਅਰ ਦੀ ਮਰਿਆਦਾ ਠੀਕ ਨਹੀਂ ਹੋਵੇਗੀ, ਮੈਂ ਪੇਸ਼ ਕਰਾਂਗਾ ਜੀ। ਤੇ ਇਸੇ ਤਰ੍ਹਾਂ ਜੇ ਮੈਂ 407 ਦੀ ਗੱਲ ਕਰਾਂ ਤੇ ETR ਜਿਹੜਾ ਹੈਗਾ ਜੀ, ਉਹਨਾਂ ਨੇ ਵੀ 5.2 ਮਿਲੀਅਨ ਜਿਹੜਾ ਡੋਨੇਟ ਕੀਤਾ ਹੈ ਜੀ ਇਹ। ਤੇ ਐਲੀਗੇਸ਼ਨ ਦੇ ਵਿੱਚ ਮੈਂ ਚੰਦੀ ਸਾਹਿਬ ਹੋਰ ਥੋੜਾ ਜਿਹਾ ਐਡਅਪ ਕਰਦਾ, ਐਲੀਗੇਸ਼ਨ ਆਪਣੇ ਇੱਥੇ ਵੀ ਲੱਗਦੇ ਆ, ਜਿਵੇਂ ਹੁਣ ਆਪਣੇ ਬਰੈਂਪਟਨ ਦੇ ਮੇਅਰ ਆ, ਇਹਨਾਂ ਤੇ ਵੀ ਐਲੀਗੇਸ਼ਨ ਲਾਏ ਸੀ ਜਦੋਂ ਆਪਣੇ ਇਹ ਲੀਡਰ ਸੀਗੇ ਜੀ ਇੱਥੇ PC ਪਾਰਟੀ ਦੇ, ਇੰਟੀਰੀਅਰ PC ਪਾਰਟੀ ਦੇ। ਉਸ ਵੇਲੇ ਦੇਖੋ ਇਹਨਾਂ ਤੇ 2 ਕੁੜੀਆਂ ਨੇ ਐਲੀਗੇਸ਼ਨ ਲਾਏ, ਇਹਨੂੰ ਸਾਈਡ ਲਾਈਨ ਕੀਤਾ ਗਿਆ। ਫਿਰ ਉਸ ਤੋਂ ਬਾਅਦ ਇਹਦੇ ਕੋਲ ਕੋਈ ਰਾਹ ਨਹੀਂ ਸੀਗਾ। ਫਿਰ ਆਪਣੇ ਇੱਥੇ ਪੀਲ ਰੀਜਨ ਦੇ ਵਿੱਚ ਕੋਈ ਡਾਇਰੈਕਟਰ ਦੀ ਚੋਣ ਹੋਣੀ ਸੀਗੀ, 3-4 ਡਾਇਰੈਕਟਰ ਲੈਣੇ ਸੀ, ਕਿਉਂਕਿ ਡਗ ਫੋਰਡ ਦੀ ਇਹਦੇ ਨਾਲ ਲੱਗਣ ਕਰਕੇ ਫਿਰ ਉਹਨਾਂ ਨੇ ਉਹ ਬਿਲਕੁਲ ਕੈਂਸਲ ਕਰਤਾ। ਇਹਦੇ ਸਾਰੇ ਰਾਹ ਬੰਦ ਹੋ ਗਏ, ਪਰ ਇੱਕੋ ਹੀ ਰਾਹ ਬਚਿਆ ਸੀ। ਫਿਰ ਲਾਸਟ ਮਿੰਟ ਤੇ ਆ ਕੇ ਤੇ ਇਹ ਇੱਥੇ ਬਰੈਂਪਟਨ ਦਾ ਮੇਅਰ ਖੜਿਆ ਸੀਗਾ, ਉਦੋਂ ਵੀ ਆ ਕੇ ਫਿਰ ਜਿਹੜੇ ਆਪਣੇ MP ਦੀ ਗੱਲ ਕਰਾਂ ਸਾਰੀਆਂ ਪਾਰਟੀਆਂ ਦੇ, ਜਾਂ MPP ਦੀ ਗੱਲ ਕਰਾਂ, ਉਹਨਾਂ ਨੇ ਵੀ ਆਪਣੇ ਇਹਦੀ ਉਲਟ ਜਾ ਕੇ ਦੂਸਰੇ ਕੈਂਡੀਡੇਟ ਦੀ ਹੈਲਪ ਕੀਤੀ ਸੀਗੀ। ਪਰ ਇਹ ਲੋਕਾਂ ਨੇ ਜਿਸ ਤਰ੍ਹਾਂ ਚੰਦੀ ਸਾਹਿਬ ਇਸ ਤਰ੍ਹਾਂ ਐਲੀਗੇਸ਼ਨ ਲੱਗਦੇ ਆ, ਡੋਨਲਡ ਟਰੰਪ ਤੇ ਵੀ ਲੱਗੇ ਸੀ, ਉਸ ਵੇਲੇ ਫਿਰ ਲੋਕ ਸੋਚਦੇ ਆ ਕਿ ਇਸ ਬੰਦੇ ਨਾਲ ਧੱਕਾ ਹੋ ਰਿਹਾ, ਤੇ ਲੋਕਾਂ ਦੀ ਸਿੰਪਥੀ ਉਹਨਾਂ ਦੇ ਨਾਲ ਜੁੜ ਜਾਂਦੀ ਆ। ਤੇ ਇਸ ਕਰਕੇ ਡੋਨਲਡ ਟਰੰਪ ਵੀ ਜਦੋਂ ਗੋ ਥਰੂ ਹੋ ਗਏ ਸੀਗੇ, ਤੇ ਇਸੇ ਤਰ੍ਹਾਂ ਆਪਣੇ ਇੱਥੇ ਜਿਹੜਾ ਪੈਟਰਿਕ ਬਰਾਊਨ ਆ ਇਹ ਵੀ ਥਰੂ ਹੋ ਗਿਆ ਸੀਗਾ ਜੀ ਇਹ। ਬਾਕੀ ਜੇ ਮੈਂ ਚੰਦੀ ਸਾਹਿਬ ontario ਦੇ ਕੇਸਾਂ ਦੀ ਗੱਲ ਕਰਾਂ, ontario ਦੇ ਵਿੱਚ ਹੁਣ ਤੱਕ 16,187 ਕੇਸ ਆਏ ਆ ਤੇ 1082 ਲੋਕਾਂ ਦੀ ਇੱਥੇ ਮੌਤ ਹੋਈ ਆ। ਜੇ ਕੁਬੈਕ ਦੀ ਗੱਲ ਕੀਤੀ ਜਾਵੇ ਤਾਂ 27,538 ਆ ਜੀ, 1859 ਦੀ ਇੱਥੇ ਮੌਤ ਹੋਈ ਆ। ਤੇ ਜੇ ਮੈਂ ਟੋਟਲ ਕੇਸਾਂ ਦੀ ਗੱਲ ਕਰਾਂ ਤੇ ਹੁਣ ਤੱਕ 33,31,817 ਕੇਸ ਹੋਏ ਆ। ਬਾਕੀ ਡੈਥ 2,35,000 ਨੂੰ ਪਹੁੰਚ ਗਈ ਆ ਜੀ। ਜਿਹੜੀ ਰਿਕਵਰੀ ਆ ਜੀ ਮਿਲੀਅਨ ਤੋਂ ਉੱਤੇ ਪਹੁੰਚ ਗਈ ਆ। ਜੇ USA ਇਕੱਲੇ ਦੀ ਗੱਲ ਕਰਾਂ ਤੇ ਇੱਥੇ ਟੋਟਲ ਕੇਸ ਜਿਹੜੇ ਆ 10,96,000 ਜੀ, 1.1 ਮਿਲੀਅਨ ਹੋ ਗਏ ਆ ਜੀ। 63,876 ਲੋਕਾਂ ਦੀ ਇੱਥੇ ਮੌਤ ਹੋਈ ਆ। ਜੇ ਕੈਨੇਡਾ ਦਾ ਨੰਬਰ ਕਰਾਂ ਤੇ ਆਲਮੋਸਟ 55,000 ਦੇ ਕਰੀਬ ਪਹੁੰਚ ਗਿਆ ਜੀ। 54,457 3,184 ਲੋਕਾਂ ਦੀ ਇੱਥੇ ਮੌਤ ਹੋਈ ਹੈ। ਇਸੇ ਤਰ੍ਹਾਂ ਇੰਡੀਆ ਦੇ ਵਿੱਚ 35,447 ਤੇ 1,160
ਲੋਕਾਂ ਦੀ ਇੱਥੇ ਮੌਤ ਹੋਈ ਹੈ। ਚੰਦੀ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਧੰਨਵਾਦ ਜੀ, ਤੁਸੀਂ ਇੰਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਿਲਕੁਲ ਜੀ, ਆਪਣੇ ਨਾਲ ਹਰਜਿੰਦਰ ਸਿੰਘ ਧੰਨਵਾਦ ਸੀਗੇ। ਥੋੜਾ ਜਿਹਾ ਉਹਨਾਂ ਨੂੰ ਅੱਜ ਕੰਮ ਸੀਗਾ ਜੀ, ਉਹਦਾ ਕਰਕੇ ਥੋੜਾ ਪਹਿਲਾਂ ਆਉਣਾ ਪਿਆ ਤੇ ਜਲਦੀ ਦੇ ਵਿੱਚ ਹੀ ਇਸ ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕੀਤਾ ਜੀ ਕਿਰਨ ਕੌਰ ਪੱਡਾ ਨੇ। ਜੇ ਤੁਸੀਂ ਫਸਟ ਜਾਂ ਸੈਕੰਡ ਮਾਰਗੇਜ ਲੈਣੀ ਚਾਹੁੰਦੇ ਹੋ, ਵੈਰੀ ਸੂਨ ਜਿਹੜਾ ਬੈਕ ਟੂ ਨਾਰਮਲ ਹੋ ਜਾਣਾ, ਕਿਉਂਕਿ ਲੋਕ ਘਰਾਂ ਦੇ ਵਿੱਚ ਬੈਠੇ ਵੀ ਅੱਕ ਚੁੱਕੇ ਆ ਜੀ, ਤੇ ਸਾਰੇ ਕੰਮ ਜਿਹੜੇ ਉਹ ਚੱਲ ਪੈਣੇ ਆ। ਤੇ ਤੁਸੀਂ ਕਾਲ ਕਰ ਸਕਦੇ ਹੋ 416 710 20 416 710 20। ਕਿਸੇ ਵੀ ਤਰ੍ਹਾਂ ਦੀ ਘੜੀ ਠੀਕ ਕਰਾਉਣੀ ਹੈ, ਪਿੰਨ ਪਾਉਣੀ, ਬੈਟਰੀ ਪਾਉਣੀ ਹੈ, ਜਾਂ ਬਾਏ ਕਰਨੀਆਂ ਘੜੀਆਂ ਰਾਡੋ ਰੋਲੈਕਸ, ਆਪਣੇ ਨਾਂ ਦਾ ਵਾਲ ਕਲੌਕ ਬਣਾਉਣਾ ਜੀ, ਸੋਮਲ ਆਵਾਜ਼ ਤੇ ਕਾਲ ਕਰ ਸਕਦੇ ਹੋ 905 790 2188 ਤੇ ਇਸ ਦੇ ਨਾਲ ਹੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਮਨਪਸੰਦ ਸੋਫਾ ਬਣਾਉਣਾ ਚਾਹੁੰਦੇ ਹੋ, ਸੋਫਾ ਸਟੂਡੀਓ ਤੇ ਸ਼ਗਨਦੀਪ ਉਹਨਾਂ ਨੂੰ ਕਾਲ ਕਰ ਸਕਦੇ ਹੋ। ਬੈਸਟ ਕੁਆਲਿਟੀ ਦੇ ਵਿੱਚ ਐਲ ਸ਼ੇਪ, ਰਾਉਂਡ ਸ਼ੇਪ, ਕਿਸੇ ਵੀ ਤਰ੍ਹਾਂ ਦਾ 905 799 8877। ਜੇ ਤੁਸੀਂ ਰੈਨੋਵੇਸ਼ਨ ਕਰਾਉਣੀ ਆ, ਵਾਸ਼ਰੂਮ ਬਣਾਉਣਾ, ਬੇਸਮੈਂਟ ਲੀਗਲ ਕਰਾਉਣੀ ਆ, 647 409 15 ਤੇ ਹਰਦਿਆਲ ਸਿੰਘ ਚੀਤਾ ਨੂੰ ਕਾਲ ਕੀਤੀ ਜਾ ਸਕਦੀ ਆ। ਆਪਾਂ ਕਾਲ ਲੈ ਲਈਏ ਢਿੱਲੋਂ ਸਾਹਿਬ, ਫਿਰ ਚੱਲਦੇ ਆਪਾਂ ਅਗਲੀ ਖਬਰ ਤੇ। ਹਾਂਜੀ 0190 ਜੀ, ਬਿਲਕਾ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਚੰਨੀ ਸਾਹਿਬ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ, ਧੰਨਵਾਦ ਸਾਹਿਬ, ਕਵਰ ਕਰਕੇ ਗਏ ਨੇ ਮਿਸਟਰ ਪੈਟਰ ਬਰਾਊਨ ਦੇ ਬਾਰੇ। ਬਰੈਂਪਟਨ ਵੀ ਉਹਦੀ ਪਾਰਟੀ ਔਰ ਦੂਸਰੇ ਲੀਡਰ ਵੀ ਉਹਦੇ ਵਿਰੁੱਧ ਸੀ, ਪਰ ਫਿਰ ਵੀ ਇਲੈਕਸ਼ਨ ਜਿੱਤ ਗਏ ਕਿਉਂਕਿ ਲੋਕ ਉਹਨਾਂ ਦੇ ਨਾਲ ਸੀ। ਔਰ ਇਹੀ ਕੰਮ ਕਿਤੇ ਇੰਡੀਆ 'ਚ ਹੋਇਆ ਹੁੰਦਾ ਤਾਂ ਕਹਿਣਾ ਸੀ EVM ਦੇ ਵਿੱਚ ਗੜਬੜ ਹੋ ਗਈ। ਗੱਲ ਹੁਣ ਕਰੀਏ ਆਪਾਂ ਢਿੱਲੋਂ ਸਾਹਿਬ ਨੇ ਕਿਹਾ ਵੀ ਜਿਹੜੇ ਹੁਣ ਉੱਥੇ ਮੁੱਦੇ ਆ ਉੱਥੇ ਆਮ ਕੋਈ ਗੱਲ ਕਰਦਾ ਹੀ ਨਹੀਂ ਮੁੱਦਿਆਂ ਦੇ ਉੱਤੇ। ਦੇਖੋ, ਇਹ 'ਚ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਪਹਿਲੀ ਤਾਂ ਜ਼ਿੰਮੇਵਾਰੀ ਆਪੋਜੀਸ਼ਨ ਪਾਰਟੀ ਦੀ ਬਣਦੀ ਹੈ ਵੀ ਉਹ ਮੁੱਦਿਆਂ ਨੂੰ ਲੋਕਾਂ ਦੇ ਅੱਗੇ ਲੈ ਕੇ ਆਵੇ। ਦੂਜੀ ਜ਼ਿੰਮੇਵਾਰੀ ਮੀਡੀਆ ਦੀ ਹੁੰਦੀ ਹੈ, ਪਰ ਮੀਡੀਆ ਦੇ ਬਾਰੇ ਤਾਂ ਸਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਚੱਲ ਰਿਹਾ। ਮੀਡੀਆ ਤੋਂ ਵਨ ਸਾਈਡ ਚੱਲ ਜਾਂਦਾ ਮੀਡੀਆ, ਤੇ ਗੱਲ ਤਾਂ ਆਪੋਜੀਸ਼ਨ ਪਾਰਟੀ ਦੀ। ਪਰ ਪੂਰੀ ਵੱਡੀ ਜ਼ਿੰਮੇਵਾਰੀ ਬਣਦੀ ਸਾਡੀ ਜਿਹੜੀ ਆਪੋਜੀਸ਼ਨ ਪਾਰਟੀ ਦੀ ਲੀਡਰਸ਼ਿਪ ਹੈ, ਉਹ ਇੰਨੀ ਮੈਚਿਓਰ ਨਹੀਂ ਆ। ਜਿਸ ਵੇਲੇ ਇਲੈਕਸ਼ਨਾਂ ਹੋਈਆਂ ਸੀ ਸੈਂਟਰ ਦੀਆਂ ਅਨਾਉਂਸਮੈਂਟ, ਮੈਂ ਉਦੋਂ ਵੀ ਕਿਹਾ ਸੀ, ਉਦੋਂ ਕਾਂਗਰਸ ਪਾਰਟੀ ਨੇ ਅਨਾਉਂਸਮੈਂਟ ਕੀਤਾ ਸੀ ਸਾਡੇ ਕੋਲ 29 ਪਾਰਟੀਆਂ ਦਾ ਗਠਬੰਧਨ ਹੈ, ਅਸੀਂ 29 ਪਾਰਟੀਆਂ ਨੂੰ ਲੈ ਕੇ ਜਾਵਾਂਗੇ ਤੇ ਬੀਜੇਪੀ ਨੂੰ ਟੱਕਰ ਦੇਵਾਂਗੇ। ਪਰ ਹੋਇਆ ਕੀ, ਇਹਨਾਂ ਦੀ ਆਪਣੀ ਨਾ ਸਮਝੀ ਦੇ ਨਾਲ ਇਹਨਾਂ ਕੋਲ ਜਿਹੜੀਆਂ 29 ਪਾਰਟੀਆਂ ਉਹ ਵੀ ਨਿਕਲ ਗਈਆਂ ਇਹਨਾਂ ਦੇ ਹੱਥੋਂ, ਤੇ ਉਹਨਾਂ ਨੇ ਜਾ ਕੇ ਬੀਜੇਪੀ ਵਾਲਿਆਂ ਨੇ 35 36 ਪਾਰਟੀ, ਹਰ ਛੋਟੀ ਮੋਟੀ ਪਾਰਟੀ ਨੇ ਜੋ ਵੀ ਕਿਹਾ ਉਹਦੀ ਗੱਲ ਮੰਨ ਕੇ ਉਹਦੇ ਨਾਲ ਗੱਠਜੋੜ ਕਰਕੇ ਇਲੈਕਸ਼ਨ ਜਿੱਤ ਲਈ। ਉਸ ਵੇਲੇ ਵੀ ਕਿਉਂਕਿ ਕਾਂਗਰਸ ਦੇ ਮਨ 'ਚ ਇਹ ਗੱਲ ਆ ਗਈ ਸੀ ਉਸ ਟਾਈਮ ਵੀ ਅਸੀਂ 3 ਇਲੈਕਸ਼ਨਾਂ ਜਿੱਤ ਲਈਆਂ ਅਸੈਂਬਲੀ ਦੀਆਂ, ਜਿਹੜੀਆਂ ਉਸ ਟਾਈਮ ਰਾਜਸਥਾਨ, ਛੱਤੀਸਗੜ੍ਹ ਤੇ ਇੱਕ ਮੱਧ ਪ੍ਰਦੇਸ਼ ਜਿੱਤੀ। ਉਹ ਉਸ ਘੋੜੇ ਦੇ ਸਵਾਰ ਹੋ ਗਏ ਵੀ ਸਾਨੂੰ ਤਾਂ ਹੁਣ ਜਿੱਤ ਲੈਣਾ ਸੀ ਪੂਰਾ ਇੰਡੀਆ। ਉਸ ਟਾਈਮ ਇਸ ਲੀਡਰਸ਼ਿਪ ਨੇ ਆਪਣੀ ਮੈਚਿਓਰਿਟੀ ਦਿਖਾਈ ਹੁੰਦੀ ਤੇ ਸ਼ਾਇਦ ਅੱਜ ਇੰਡੀਆ 'ਚ ਬੀਜੇਪੀ ਦੀ ਪਾਰਟੀ ਦੀ ਗਵਰਨਮੈਂਟ ਹੁੰਦੀ। ਜੇ ਹੁੰਦੀ ਵੀ ਤਾਂ ਇੰਨੀ ਮੈਜੋਰਿਟੀ ਦੇ ਨਾਲ ਨਹੀਂ ਹੋਣੀ ਸੀ, ਕਿਉਂਕਿ ਇਲੈਕਸ਼ਨਾਂ ਤੋਂ ਪਹਿਲਾਂ ਇਹ ਲੱਗ ਰਿਹਾ ਸੀ ਵੀ ਉਹਨਾਂ ਨੂੰ ਸੀਟਾਂ 180 90 ਤੋਂ ਵੱਧ ਨਹੀਂ ਮਿਲਣੀਆਂ, ਪਰ ਆਪੋਜੀਸ਼ਨ ਪਾਰਟੀ ਨੇ ਆਪਣੀ ਨਹੀਂ ਕੀਤੀ। ਹੁਣ ਵੀ ਦੇਖੋ ਆਪੋਜੀਸ਼ਨ ਪਾਰਟੀ ਦਾ ਕੀ ਰੋਲ ਹੋ ਰਿਹਾ। ਜਿਸ ਵੇਲੇ ਇਹਨਾਂ ਨੇ ਇੱਕ ਫਾਈਨੈਂਸ਼ੀਅਲ ਪੈਕੇਜ ਅਨਾਉਂਸਮੈਂਟ ਕੀਤਾ ਬੈਂਕਾਂ ਨੂੰ ਦੇਣ ਲਈ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ, ਚੰਨੀ ਸਾਹਿਬ ਨੂੰ ਯਾਦ ਹੋਏਗਾ ਮੈਂ ਉਸ ਦਿਨ ਵੀ ਕਿਹਾ ਸੀ ਵੀ ਜਿਹੜਾ 50,000 ਕਰੋੜ ਦਾ ਇਹਨਾਂ ਨੂੰ ਦੇ ਰਹੇ ਬੈਂਕਾਂ ਨੂੰ, ਇਹ ਪੈਸਾ ਆਮ ਬੰਦਿਆਂ ਦੇ ਕੋਲ ਜਾਣਾ ਚਾਹੀਦਾ। ਬੈਂਕਾਂ ਕੋਲ ਜਾਣਗੇ, ਬੈਂਕ ਵੱਡੇ ਵੱਡੇ ਲੋਕਾਂ ਨੂੰ ਦੇ ਦੇਣਗੇ, ਉਹ ਪੈਸੇ ਖਾ ਪੀ ਜਾਣਗੇ। ਉਦੋਂ ਵੀ ਇਹ ਸਾਡੀ ਆਪੋਜੀਸ਼ਨ ਪਾਰਟੀ ਚੁੱਪ ਰਹੀ, ਕੁਛ ਨਹੀਂ ਬੋਲੀ। ਫਿਰ ਉਹਨਾਂ ਨੇ ਦੁਬਾਰਾ ਫਿਰ ਆਏ ਥੋੜੇ ਦਿਨਾਂ ਬਾਅਦ 50,000 ਕਰੋੜ ਫਿਰ ਅਨਾਉਂਸ ਕਰਤਾ ਇਹਨਾਂ ਨੂੰ ਦੇਣ ਲਈ ਮਿਊਚੁਅਲ ਫੰਡ ਨੂੰ। ਮੈਂ ਉਸ ਟਾਈਮ ਵੀ ਇਹ ਗੱਲ ਚੁੱਕੀ, ਮੈਂ ਕਿਹਾ ਜੀ ਇਹ 50,000 ਕਰੋੜ ਜਿਹੜਾ ਮਿਊਚੁਅਲ ਫੰਡ ਨੂੰ ਦਿੱਤਾ ਜਾ ਰਿਹਾ, ਇਹ ਕੰਪਨੀ ਨੂੰ ਬੈਨੀਫਿਟ ਪਹੁੰਚਾਉਣ ਲਈ, ਕਿਉਂਕਿ ਉਹਦੇ 6 ਫੰਡ ਬੰਦ ਹੋ ਗਏ ਨੇ। ਪਰ ਉਸ ਟਾਈਮ ਵੀ ਕਿਸੇ ਨੇ ਵੀ ਆਪੋਜੀਸ਼ਨ ਪਾਰਟੀ ਚੁੱਪ ਨਹੀਂ ਹੋਈ, ਚੁੱਪ ਬੈਠੀ ਰਹੀ, ਕੋਈ ਗੱਲ ਨਹੀਂ ਚੁੱਪ ਕਰ ਰਹੇ ਨੇ। ਫਿਰ ਉਹਦੇ ਬਾਅਦ ਤੀਜੀ ਖਬਰ ਜਿੱਦਣ ਆਈ ਵੀ 68,000 ਕਰੋੜ ਜਿਹੜਾ ਪੱਟੇ ਖਾਤੇ 'ਚ ਪਾਇਆ, ਉਸ ਦਿਨ ਮੈਂ ਇਹ ਸਵਾਲ ਰੱਖਿਆ। ਉਸ ਦਿਨ ਪਤਾ ਸ਼ਾਇਦ ਢਿੱਲੋਂ ਸਾਹਿਬ ਕੋਲ ਟਾਈਮ ਨਹੀਂ ਸੀ ਜਾਂ ਖਬਰ ਨਹੀਂ, ਉਹ ਖਬਰ ਪੂਰੀ ਤਰ੍ਹਾਂ ਆਪਾਂ ਕਵਰ ਨਹੀਂ ਕਰ ਪਾਏ। ਕੱਲ ਉਹਨਾਂ ਨੇ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਢਿੱਲੋਂ ਸਾਹਿਬ ਨੇ ਇਹ ਗੱਲ ਨੂੰ ਕਵਰ ਕਰਤਾ। ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਨੇ 68,000 ਜਿਹੜਾ ਰਾਈਟ ਆਫ ਦੀ ਖਬਰ ਤੱਕ ਵੇਟ ਕੀਤੀ, ਉਹ ਵੀ ਇੱਕ ਜਿਹੜਾ RTI ਐਕਟਿਵਿਸਟ ਸੀ ਉਹਨੇ ਲੈ ਕੇ ਆਇਆ, ਖਬਰ ਕੱਢ ਕੇ ਲੈ ਕੇ ਆਇਆ। ਫਿਰ ਇਹ ਥੋੜੇ ਜਿਹੇ ਜਾਗੇ ਨੇ। ਗੱਲ ਇਹ ਵੀ ਜਦੋਂ ਪਹਿਲੇ ਪੈਸੇ ਦੇ ਰਹੀ ਹੈ ਸਰਕਾਰ, ਵੰਡ ਰਹੀ ਹੈ, ਕਿਹਨੂੰ ਦੇ ਰਹੀ ਹੈ? ਫਾਈਨੈਂਸ਼ੀਅਲ ਇੰਸਟੀਚਿਊਟ ਨੂੰ ਜਾ ਰਹੀ ਹੈ, ਬੈਂਕਾਂ ਨੂੰ ਜਾ ਰਹੇ। ਉਹ ਬੈਂਕਾਂ ਨੇ ਤੇ ਪੈਸੇ ਪਹਿਲੇ ਧਨਾੜਾਂ ਨੂੰ ਦੇ ਕੇ, ਕੋਈ ਨੀਰਵ ਮੋਦੀ ਦੌੜ ਗਿਆ ਤੇ ਕੋਈ ਵਿਜੇ ਮਾਲਿਆ ਉਹਨਾਂ ਕੋਲ ਲੋਨ ਲੈ ਕੇ ਚਲੇ ਗਿਆ। ਇੰਨੇ ਵੱਡੇ ਲੋਕ ਉਹਨਾਂ ਨੂੰ ਨਿਕਲ ਗਏ ਨੇ। ਗੱਲ ਹੈ ਕਿ ਆਪੋਜੀਸ਼ਨ ਪਾਰਟੀ ਕਿਉਂ ਨਹੀਂ ਕੁਐਸਚਨ ਕੀਤਾ ਜਿਸ ਦਿਨ ਪਹਿਲੇ ਫਾਈਨੈਂਸ਼ੀਅਲ ਪੈਕੇਜ ਦਿੱਤਾ ਗਿਆ ਵੀ ਇਹ ਬੈਂਕਾਂ ਨੂੰ ਦੇਣ ਦੀ ਬਜਾਏ ਲੋਕਾਂ ਦੇ ਡਾਇਰੈਕਟ ਖਾਤੇ 'ਚ ਕਿਉਂ ਨਹੀਂ ਗਿਆ? ਉਸ ਦਿਨ ਢਿੱਲੋਂ ਸਾਹਿਬ ਨਾਲ ਮੇਰੀ ਗੱਲ ਹੋਈ, ਢਿੱਲੋਂ ਸਾਹਿਬ ਮੇਰੀ ਗੱਲ ਨਾਲ ਕਾਫੀ ਹੱਦ ਤੱਕ ਸਹਿਮਤ ਸੀ, ਪਰ ਫਿਰ ਵੀ ਉਹਨਾਂ ਨੇ ਕਿਹਾ ਸੀ ਵੀ ਚਲੋ ਜੋ ਹੋ ਰਿਹਾ ਕੁਛ ਥੋੜਾ ਚਲੋ ਠੀਕ ਹੈ ਫਾਈਨੈਂਸ਼ੀਅਲ। ਪਰ ਮੈਂ ਉਸ ਦਿਨ ਵੀ ਮੇਰਾ ਇਹ ਸਵਾਲ ਸੀ, ਇਹ ਗਲਤ ਹੈ ਇਹ ਜੋ ਕਰ ਰਹੇ ਨੇ, ਕਿਉਂਕਿ ਇਹਨਾਂ ਨੂੰ ਦੇਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਹਨਾਂ ਨੇ ਆਪ ਹੀ ਵੱਡੇ ਵੱਡੇ ਲੋਕਾਂ ਨੂੰ ਦੇ ਕੇ ਪੈਸੇ ਇੱਧਰ ਉੱਧਰ ਕਰਦੇ ਨੇ। ਸੋ ਮੇਰਾ ਕਹਿਣ ਦਾ ਮਤਲਬ
ਉੱਥੇ ਜਿਹੜਾ ਆਮ ਮੁੱਦਿਆਂ ਤੇ ਗੱਲ ਜਾਂ ਲੋਕਾਂ 'ਚ ਗੱਲ ਲਿਆਉਣ ਦੀ ਜ਼ਿੰਮੇਵਾਰੀ ਇੱਕ ਆਪੋਜੀਸ਼ਨ ਪਾਰਟੀ ਦੇ ਉੱਪਰ ਹੈ, ਇੱਕ ਮੀਡੀਆ ਦਾ ਰੋਲ ਤਾਂ ਸਭ ਨੂੰ ਪਤਾ। ਆਪੋਜੀਸ਼ਨ ਪਾਰਟੀ ਸਾਡੇ ਕੋਲ ਮੈਚਿਓਰ ਲੀਡਰਸ਼ਿਪ ਨਹੀਂ, ਇਹੀ ਭਾਰਤ ਦੀ ਤਰਾਸਦੀ ਆ। ਬਾਕੀ ਕਾਲਰ ਸਾਹਿਬ ਨੂੰ ਟਾਈਮ ਦੇਣ ਦੇ, ਬਾਅਦ 'ਚ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ US ਬਾਰੇ ਗੱਲ ਕਰਨੀ ਹੈ, 2 ਦਿਨ ਤੋਂ ਮੈਂ ਸੋਚ। ਥੈਂਕ ਯੂ। ਧੰਨਵਾਦ ਜੀ, ਧੰਨਵਾਦ। ਢਿੱਲੋਂ ਸਾਹਿਬ, ਵਾਕਿਆ ਜਿਹੜੀ ਬਿਲਗਾ ਸਾਹਿਬ ਉਹਨਾਂ ਦੀ ਗੱਲ ਸਹੀ ਆ। ਕਾਂਗਰਸ ਜਿਹੜੀ ਆ, ਕਾਂਗਰਸ ਨੇ ਕਹਿੰਦੇ ਉਹਦੇ ਪੈਰ ਤੇ ਕੁਹਾੜਾ ਮਾਰਿਆ, ਕਾਂਗਰਸ ਨੇ ਤਾਂ ਕੁਹਾੜੇ ਤੇ ਪੈਰ ਮਾਰਿਆ ਜੀ ਖੁਦ, ਕਿਉਂਕਿ ਇਹ ਆਪਣੇ ਆਪ ਨੂੰ ਸਮਝਦੇ ਅਸੀਂ ਸੁਪਰ ਆ, ਤੇ ਇਹਨਾਂ ਨੇ ਕਿਸੇ ਵੀ ਨਾਲ ਪਾਰਟੀ ਨੂੰ ਸਾਂਭ ਕੇ ਨਹੀਂ ਰੱਖਿਆ, ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਧੋਖਾ ਹੀ ਦਿੰਦੇ ਰਹੇ ਜੀ। ਹੈਲੋ ਜੀ, ਢਿੱਲੋਂ ਸਾਹਿਬ, ਮੈਨੂੰ ਲੱਗਦਾ ਸ਼ਾਇਦ ਢਿੱਲੋਂ ਸਾਹਿਬ ਉਹਨਾਂ ਦੀ ਜਿਹੜੀ ਲਾਈਨ ਨੂੰ ਡਿਸਕਨੈਕਟ ਹੋ ਗਈ। ਆਪਾਂ ਨਹੀਂ ਜੀ, ਮੇਰਾ ਤਾਂ ਹੋਇਆ ਸੀ ਥੋੜਾ ਜਿਹਾ ਜੀ। ਜਿੱਥੋਂ ਤੱਕ ਬਿਲਗਾ ਸਾਹਿਬ ਨੇ ਕਾਂਗਰਸ ਪਾਰਟੀ ਦੀ ਗੱਲ ਕੀਤੀ ਹੈ, ਗੱਲ ਬਿਲਕੁਲ ਠੀਕ ਹੈ, 100% ਸਹੀ ਹੈ ਜੀ। ਕਿਉਂਕਿ ਭਾਰਤ ਦੇ ਵਿੱਚ ਜਿਸ ਯੁੱਗ ਦੇ ਵਿੱਚ ਅਸੀਂ ਹੁਣ ਜਾ ਰਹੇ ਹਾਂ, ਇਹ ਯੁੱਗ ਕਿਸੇ ਇੱਕ ਪਾਰਟੀ ਦੇ ਏਕਾਧਿਕਾਰ ਵਾਲਾ ਯੁੱਗ ਨਹੀਂ, ਇਹ ਇਸ ਵੇਲੇ ਜਿਹੜਾ ਹੈਗਾ ਕੋਲੀਸ਼ਨ ਦਾ ਯੁੱਗ ਹੈ ਜੀ। ਪਹਿਲਾਂ ਵੀ ਜੇ ਅਸੀਂ ਦੇਖੀਏ 2002 ਚ ਜੋ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਬਣੀ ਆ, ਉਸ ਸਰਕਾਰ ਤੋਂ ਪਹਿਲਾਂ NDA ਦੀਆਂ ਸਰਕਾਰਾਂ ਬਣੀਆਂ ਸੀ। 13 ਦਿਨ ਦੀ ਸਰਕਾਰ ਸੀ, ਫਿਰ 13 ਮਹੀਨਿਆਂ ਦੀ, ਤੇ ਫਿਰ 5 ਸਾਲ ਪੂਰੇ ਸਰਕਾਰ ਕੱਢੀ ਸੀ ਵਾਜਪਾਈ ਸਾਹਿਬ ਦੀ ਜੀ। ਵਾਜਪਾਈ ਸਾਹਿਬ ਨੇ 24 ਪਾਰਟੀਆਂ ਦਾ ਗੱਠਜੋੜ ਬਣਾਇਆ ਸੀ, ਤੇ ਬੜੇ ਵਧੀਆ ਤਰੀਕੇ ਦੇ ਨਾਲ ਉਸ ਗੱਠਜੋੜ ਨੂੰ ਉਹਨਾਂ ਨੇ ਚਲਾਇਆ ਸੀ, ਜਿਹੜਾ ਕਿ ਗੱਠਜੋੜ ਹੁਣ ਇਸ ਵੇਲੇ ਭਾਵੇਂ ਨਰਿੰਦਰ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਵੀ ਗੱਠਜੋੜ ਬਣਿਆ, ਲੇਕਿਨ ਉਸ ਗੱਠਜੋੜ ਦੇ ਵਿੱਚ ਤਰੇੜਾਂ ਕਾਫੀ ਹੈ। ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲ ਸਪਸ਼ਟ ਬਹੁਮਤ ਹੈ, ਇਸ ਲਈ ਇਹਨਾਂ ਨੂੰ ਕੋਈ ਉਹਨਾਂ ਦੀ ਬਹੁਤੀ ਲੋੜ ਵੀ ਹੈ ਨਹੀਂ। ਕਾਂਗਰਸ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਨੁਕਸ ਹੈ ਕਿ ਕਾਂਗਰਸ ਪਾਰਟੀ ਜਦੋਂ ਤਾਂ ਹੁੰਦੀ ਹੈ ਧਰਾਤਲ ਤੇ, ਉਦੋਂ ਤਾਂ ਇਹਨੂੰ ਵਿਰੋਧੀ ਪਾਰਟੀਆਂ ਜਿਹੜੀਆਂ ਯਾਦ ਆ ਜਾਂਦੀਆਂ, ਤੇ ਜਦੋਂ ਥੋੜੀ ਦੇਰ ਨੂੰ ਆਕਸੀਜਨ ਮਿਲ ਜੇ ਨਾ, ਫਿਰ ਇਹ ਹੰਕਾਰ ਦੇ ਘੋੜੇ ਤੇ ਚੜ ਜਾਂਦੀ ਹੈ। ਇਹ ਇਸ ਮਾਮਲੇ 'ਚ ਬਹੁਤ ਮਾਰ ਖਾਂਦੀ ਹੈ। ਮੋਰ ਓਵਰ ਕਾਂਗਰਸ ਪਾਰਟੀ ਦੇ ਕੋਲ ਜਿਹੜਾ ਲੀਡਰ ਹੈ ਇਸ ਵੇਲੇ, ਉਹ ਲੀਡਰ ਬਣਾਇਆ ਉਹਨਾਂ ਨੇ ਰਾਹੁਲ ਗਾਂਧੀ ਨੂੰ ਜੀ। ਰਾਹੁਲ ਗਾਂਧੀ ਦੇ ਵਿੱਚ ਜਿਹੜੀ ਪੋਲੀਟੀਕਲ ਮੈਚਿਓਰਿਟੀ ਹੋਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਵਾਲੀ, ਉਹ ਨਹੀਂ ਹੈ। ਤੁਸੀਂ ਦੇਖਿਆ ਹੋਣਾ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਡਿਬੇਟ ਦੇ ਵਿੱਚ ਹਿੱਸਾ ਲੈ ਰਿਹਾ ਸੀ ਜੀ। ਡਿਬੇਟ ਦੇ ਵਿੱਚ ਬੋਲਦਾ ਉਹ ਆਪਣੇ ਵਾਲਾ ਜਿਹੜਾ ਪਾਲਾ ਲੰਘ ਕੇ ਆਪੋਜੀਸ਼ਨ ਵਾਲੇ ਬੈਂਚਸ ਤੋਂ ਪ੍ਰੀਜ਼ਰ ਬੈਂਕ ਵਾਲੇ ਬੈਂਚਸ ਵਾਲੇ ਪਾਸੇ ਚਲਾ ਗਿਆ, ਤੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਜੱਫੀ ਮਾਰੀ ਜੀ। ਮੁੜ ਕੇ ਆ ਕੇ ਬੈਠਦਾ, ਫਿਰ ਤੁਹਾਡੇ ਉਹ ਵੀ ਟਾਈਮ ਯਾਦ ਹੋਣਾ ਹੈ ਜਦੋਂ ਉਹ ਜੋਤਰ ਦਿੱਤਾ ਸਿੰਧੀਆ ਵੱਲ ਝਾਕ ਕੇ ਤੇ ਆਪਣੇ ਅੱਖ ਨਾਲ ਇਸ਼ਾਰਾ ਕਰਦਾ, ਇੱਕ ਮੈਚੁਰ ਪੋਲੀਟੀਕਲ ਲੀਡਰ ਤੋਂ ਕਦੇ ਇਹ ਆਸ ਨਹੀਂ ਰੱਖੀ ਜਾ ਸਕਦੀ ਜਿਹੜੀ ਕਿ ਉਹ ਕਰਦਾ ਹੈ। ਕਈ ਵਾਰੀ ਉਹ ਬੋਲ ਵੀ ਲੈਂਦਾ ਹੈ। ਹੁਣ ਮੰਨ ਲਓ ਤੁਸੀਂ 68,000 ਕਰੋੜ ਰੁਪਏ ਵਾਲੀ ਗੱਲ ਹੈ, ਇਹ ਸਵਾਲ ਹਾਲਾਂਕਿ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਰਾਹੁਲ ਗਾਂਧੀ ਨੇ ਕੀਤਾ ਸੀ, ਲੇਕਿਨ ਇਹ ਪਾਰਲੀਮੈਂਟ ਨੂੰ ਚਲਾਉਣ ਦੀਆਂ ਟਿਕਟਬਾਜ਼ੀਆਂ ਹੁੰਦੀਆਂ, ਕਿਉਂਕਿ ਸਪੀਕਰ ਜਿਹੜਾ ਹੈਗਾ ਆਮ ਤੌਰ ਤੇ ਰੂਲਿੰਗ ਪਾਰਟੀ ਦਾ ਹੁੰਦਾ ਹੈ, ਰੂਲਿੰਗ ਪਾਰਟੀ ਨੂੰ ਵੀ ਉਹ ਸਪੋਰਟ ਕਰਦਾ ਹੈ। ਉਹਦੇ ਸਵਾਲ ਦਾ ਜਵਾਬ ਨਹੀਂ ਸੀ ਮਿਲਿਆ। ਨੰਬਰ 1, ਮੈਂ ਸਹਿਮਤ ਹਾਂ ਉਹਨਾਂ ਨਾਲ ਕਿ ਕਾਂਗਰਸ ਪਾਰਟੀ ਇਸ ਮਾਮਲੇ 'ਚ ਮਾਰ ਖਾ ਰਹੀ ਹੈ ਜੀ। ਦੂਜੀ ਗੱਲ, ਜਿਹੜਾ ਮੇਰਾ ਪੁਆਇੰਟ ਹੈ ਨਾ ਕਿ ਇੱਥੇ ਡਿਬੇਟ ਨਹੀਂ ਹੁੰਦੀ, ਇਹ ਪਾਰਲੀਮੈਂਟ ਦੇ ਵਿੱਚ ਡਿਬੇਟ ਹੋ ਸਕਦੀ ਹੈ। ਬਾਹਰ ਆਪੋਜੀਸ਼ਨ ਪਾਰਟੀ ਨੂੰ ਜਿਹੜਾ ਆਪਣਾ ਰੋਲ ਨਿਭਾਉਣਾ ਚਾਹੀਦਾ ਉਹ ਹੋ ਸਕਦੀ ਹੈ, ਲੇਕਿਨ ਭਾਰਤ ਦੇ ਵਿੱਚ ਜਿਹੜੀ ਆਮ ਬੁੱਧੀਜੀਵੀਆਂ ਦੀ ਵੀ ਕਮੀ ਹੈ। ਜੇ ਬੁੱਧੀਜੀਵੀ ਹੈ ਤਾਂ ਉਸ ਲੈਵਲ ਦੀ ਬਹਿਸ ਦੇ ਵਿੱਚ ਹਿੱਸਾ ਨਹੀਂ ਲੈਂਦੇ। ਮੇਰਾ ਕਹਿਣ ਤੋਂ ਭਾਵ ਇਹ ਸੀ ਜੀ। ਅਗਲੀ ਗੱਲ, ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ, ਉਹ ਵਿਚਾਰਿਆਂ ਦਾ ਲੈਵਲ ਇੰਨਾ ਛੋਟਾ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਡਿਬੇਟ ਦੇ ਵਿੱਚ ਹਿੱਸਾ ਲੈਣਾ ਹੈ ਵਗੈਰਾ ਵਗੈਰਾ। ਜੇ ਆਪਾਂ ਉਹ ਗੱਲ ਕਰੀਏ ਤਾਂ ਉਹਦਾ ਆਪਦੀ ਥਾਂ ਦੇ ਉੱਤੇ ਹੈ। ਜਿੱਥੋਂ ਤੱਕ ਆਪਾਂ ਦੇਖੀਏ ਭਾਰਤੀ ਜਨਤਾ ਪਾਰਟੀ ਦਾ ਹੁਣ ਭਾਵੇਂ ਇਹਨਾਂ ਕੋਲੇ ਸਪਸ਼ਟ ਬਹੁਮਤ ਹੈ, ਇਹਨਾਂ ਨੂੰ ਕਿੰਨੇ ਫੀਸਦੀ ਵੋਟ ਪਈ ਹੈ ਜੀ? 32% ਵੋਟ ਪਈ ਹੈ, ਤੇ 68% ਵੋਟ ਇਹਨਾਂ ਦੇ ਉਲਟ ਪਈ ਹੈ ਜੀ। ਜੇ ਕਾਂਗਰਸ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ ਹੁੰਦੀ ਤਾਂ ਉਹ 68% ਵੋਟ ਨੂੰ ਇਕੱਠਿਆ ਕਰਕੇ ਇਹਨਾਂ ਦੇ ਪੈਰ ਹੀ ਨਹੀਂ ਲੱਗਣ ਦੇ ਸਕਦੇ ਸੀ ਜੀ। ਤੇ ਕੱਲੀ ਇਹੋ ਗੱਲ ਨਹੀਂ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ, ਇਹਦਾ ਕਾਰਨ ਇੱਕ ਹੋਰ ਵੀ ਹੈ। ਉਹ ਕਾਰਨ ਹੈ ਜਿਹੜਾ ਪੁਲਵਾਮਾ ਦੇ ਵਿੱਚ ਹਮਲਾ ਹੋਇਆ ਸੀ ਜੀ। ਉਸ ਹਮਲੇ ਤੋਂ ਪਹਿਲਾਂ ਇਉਂ ਲੱਗਦਾ ਸੀ ਕਿ ਇਹਨਾਂ ਨੂੰ ਸੀਟਾਂ 90 ਨਹੀਂ ਆਉਂਦੀਆਂ, ਪਰ ਹਾਲਤ ਹੁੰਦਿਆ ਹੋਇਆ ਕਿ ਉਹਨੂੰ ਕਿਵੇਂ ਕਨਵਰਟ ਕਰ ਗਏ ਆਪਣੇ ਹੱਕ ਦੇ ਵਿੱਚ ਜੀ। ਇਹ ਗੱਲ ਮਤਲਬ ਹੈ ਵੀ ਸਥਾਪਿਤ ਕਰ ਗਏ ਕਿ ਭਾਰਤ ਦੇ ਵਿੱਚ ਨਰਿੰਦਰ ਮੋਦੀ ਤੋਂ ਬਗੈਰ ਹੋਰ ਕੋਈ ਲੀਡਰ ਨਹੀਂ ਜੀ, ਇਹਦਾ ਲੀਡਰ ਪਾਕਿਸਤਾਨ ਦਾ ਮੁਕਾਬਲਾ ਕਰ ਸਕੇ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਵਾਰ-ਵਾਰ ਇਸ ਗੱਲ ਦੇ ਉੱਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਆਰਮੀ ਦਾ ਸਿਕਿਉਰਿਟੀ ਫੋਰਸਸ ਦਾ ਨਾਂ ਇਸਤੇਮਾਲ ਚੋਣਾਂ 'ਚ ਨਾ ਕੀਤਾ ਜਾਵੇ, ਪਰ ਆਪਾਂ ਦੇਖਦੇ ਰਹੇ ਹਾਂ
ਨਰਿੰਦਰ ਮੋਦੀ ਸਾਹਿਬ ਸ਼ਰੇਆਮ ਜਿਹੜੀਆਂ ਹੈਗੀਆਂ ਫਲੈਕਸ ਲਾਉਂਦੇ ਰਹੇ ਆ, ਜਿਨ੍ਹਾਂ ਦੇ ਉੱਤੇ ਪੈਰਾਮਿਲਟਰੀ ਫੋਰਸਿਸ ਦੇ ਜਿਹੜੇ ਸ਼ਹੀਦ ਹੋਏ ਜਵਾਨ ਸੀ ਜਾਂ ਆਰਮੀ ਦੇ ਜਵਾਨ ਸੀ, ਉਹਨਾਂ ਦੀਆਂ ਤਸਵੀਰਾਂ ਵਗੈਰਾ ਲਗਾਈਆਂ ਜਾਂਦੀਆਂ ਸੀ। ਔਰ ਭਾਰਤ ਦੇ ਚੋਣ ਕਮਿਸ਼ਨ ਦਾ ਜਿਹੜਾ ਪੱਖਪਾਤੀ ਰਵੱਈਆ ਹੈ ਜੀ, ਉਹ ਪੱਖਪਾਤੀ ਰਵੱਈਆ ਵੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹੀ ਗਿਆ। ਉਹਦਾ ਆਪਾਂ ਨੂੰ ਸਾਰਾ ਪਤਾ ਹੈ ਕਿ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਹੁੰਦਾ ਰਿਹਾ ਹੈ। ਸੋ ਸਰਕਾਰ ਬਣਾਉਣ ਦਾ ਕਾਰਨ ਕਾਂਗਰਸ ਦੀ ਸਫਲਤਾ ਦੇ ਨਾਲ ਨਾਲ ਜਿਹੜੀ ਸਿਚੁਏਸ਼ਨ ਉਹਨਾਂ ਦੇ ਹੱਕ ਵਿੱਚ ਪੈਦਾ ਹੋਈ ਹੈ, ਕਿਉਂਕਿ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਡਿਬੇਟ ਦੀ ਮੰਗ ਕਰਦੀਆਂ। ਭਾਰਤ ਦੇ ਵਿੱਚ ਡਿਬੇਟ ਇਸ ਗੱਲ ਦੇ ਉੱਤੇ ਚੱਲੀ ਵੀ ਹੈ ਪੁਲਵਾਮਾ ਨੂੰ ਲੈ ਕੇ, ਕਿ ਪੁਲਵਾਮਾ ਹੋਇਆ ਸੀ ਜਾਂ ਪੁਲਵਾਮਾ ਕਰਵਾਇਆ ਗਿਆ ਸੀ ਜੀ। ਪੁਲਵਾਮਾ ਤੋਂ ਬਾਅਦ ਫਿਰ ਥੋੜਾ ਬਾਲਾਕੋਟ ਵਾਲੀ ਕਹਾਣੀ ਸਾਰੀ ਉਸ ਇੱਕ ਵੱਖਰਾ ਵਿਸ਼ਾ ਹੈ ਜਿਹਦੇ ਬਹੁਤ ਲੰਬਾ ਸਮਾਂ ਆਪਾਂ ਗੱਲ ਕਰ ਸਕਦੇ ਹਾਂ, ਪਰ ਅਸਲ ਸਰਕਾਰ ਬਣਾਉਣ ਦਾ ਵੱਡਾ ਕਾਰਨ ਉਹਨਾਂ ਦਾ ਉਹ ਸੀ ਜੀ। ਬਿਲਕੁਲ ਜੀ। ਹਾਂਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। 16/7 ਤੁਸੀਂ ਆਉਣੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਚੰਦੀ ਸਾਹਿਬ ਤੇ ਢਿੱਲੋਂ ਸਾਹਿਬ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਪੀਟੀਐਨ 24 ਦੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ। ਸੋ ਚੰਦੀ ਸਾਹਿਬ, ਮੈਂ ਦੱਸਣਾ ਚਾਹੁੰਦੀ ਹਾਂ ਕਿ ਅੱਜ 1 ਮਈ ਆ, ਜਿਹੜਾ 1 ਮਈ ਆ ਉਹਨੂੰ ਮੇ ਡੇ ਦੇ ਨਾਂ ਤੇ ਵੀ ਮਨਾਇਆ ਜਾਂਦਾ ਜੀ। ਸੋ ਇਸ ਕਰਕੇ ਮੈਂ ਇਹ ਦੱਸਣਾ ਚਾਹੁੰਦੀ, ਇਹਨੂੰ ਇੰਟਰਨੈਸ਼ਨਲ ਵਰਕਰਸ ਡੇ ਦੇ ਤੌਰ ਤੇ ਵੀ ਜਾਣਿਆ ਜਾਂਦਾ ਜੀ। ਕਦੋਂ ਇਹਦੀ ਸ਼ੁਰੂਆਤ ਹੋਈ ਸੀਗੀ? ਜਿਹੜੀ ਮੇ 1 1886 1886 ਵਿੱਚ ਕੋਈ 3 ਲੱਖ ਦੇ ਕਰੀਬ ਜਿਹੜੇ ਲੋਕ ਸੀਗੇ, ਜਿਨ੍ਹਾਂ ਚੋਂ 13,000 ਬਿਜ਼ਨਸਮੈਨ ਸੀਗੇ ਯੂਨਾਈਟਿਡ ਸਟੇਟ ਦੇ ਵਿੱਚ ਜੀ, ਉਹ ਆਪਣੀਆਂ ਜੌਬਾਂ ਤੋਂ ਵਾਕਆਊਟ ਹੋਏ ਸੀ ਉਸ ਸਮੇਂ। ਤੇ ਜਿਹੜਾ ਮੇ ਡੇ ਹੈਗਾ ਇੰਟਰਨੈਸ਼ਨਲ ਵਰਕਰਸ ਡੇ ਦੇ ਤੌਰ ਤੇ ਮਨਾਇਆ ਜਾਂਦਾ। ਤੇ ਸ਼ਿਕਾਗੋ ਦੇ ਵਿੱਚ ਉਸ ਦਿਨ ਉਹਨਾਂ ਨੇ 8 ਘੰਟੇ ਦੀ ਮੰਗ ਕੀਤੀ ਸੀ ਕਿ ਜਿਹੜੀ ਸ਼ਿਫਟ ਆ 8 ਘੰਟੇ ਦਿਨ ਦਾ ਕੰਮ ਹੋਣਾ ਚਾਹੀਦਾ। ਤੇ ਉਹਨਾਂ ਦੇ ਵਿੱਚ ਜੀ 40,000 ਜਿਹੜੇ ਬੰਦੇ ਸੀਗੇ ਉਹ ਸਟ੍ਰਾਈਕ ਤੇ ਗਏ ਸੀਗੇ। ਤੇ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਤੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਸੀ। ਤਾਂ ਮੇ ਡੇ ਵਾਲੇ ਦਿਨ ਅਸੀਂ ਜਿੱਥੇ ਉਹਨਾਂ ਲੋਕਾਂ ਦੀਆਂ ਜਾਨਾਂ ਗਈਆਂ, ਜਿੱਥੇ ਉਹਨਾਂ ਨੂੰ ਯਾਦ ਕਰਦੇ ਆ, ਤੇ ਉਦੋਂ ਤੋਂ ਇਹ ਚੱਲਿਆ ਸੀ 8 ਘੰਟੇ ਕੰਮ ਕਰਨਾ, ਜਿਹੜਾ ਸ਼ਿਫਟ ਦੇ ਵਿੱਚ ਜਿਹੜਾ ਉਹਨਾਂ ਨੇ ਮੰਗ ਕੀਤੀ ਸੀ ਤੇ ਪ੍ਰੋਟੈਸਟ ਕੀਤਾ ਸੀ। ਤਾਂ ਇਹ ਸ਼ਿਕਾਗੋ ਦੇ ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਜਿਨ੍ਹਾਂ ਦੀਆਂ ਉਦੋਂ ਜਾਨਾਂ ਗਈਆਂ ਸੀ। ਤੇ ਜਿਹੜਾ ਮੇ ਡੇ ਹੈਗਾ 1 ਮਈ, ਇਸ ਨੂੰ ਜਿਹੜਾ ਅਸੀਂ ਇਹ ਇੰਟਰਨੈਸ਼ਨਲ ਵਰਕਰ ਡੇ ਤੇ ਉੱਪਰ ਮਨਾਉਂਦੇ ਆ ਜੀ। ਇਹ ਜਾਣਕਾਰੀ ਸਾਂਝੀ ਕਰਨੀ ਸੀ। ਅੱਜ ਮੇ 1 ਸੀਗਾ। ਮੈਂ ਕਿਹਾ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਕਿ ਮੇ 1 ਨੂੰ ਕਿਉਂ, ਮੇ 1 ਜਿਹੜਾ ਹੈਗਾ ਇਹਨੂੰ ਕਿਉਂ ਜਾਣਿਆ ਜਾਂਦਾ ਜੀ, ਇਹ ਕਿਉਂ ਮਨਾਇਆ ਜਾਂਦਾ ਜੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਭੈਣ ਜੀ ਜਾਣਕਾਰੀ ਦੇਣ ਵਾਸਤੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। 6693। ਸਤਿ ਸ੍ਰੀ ਅਕਾਲ ਜੀ, ਜਗਰਾਜ ਗਿੱਲ USA ਤੋਂ ਜੀ। ਜੀ ਜੀ ਗੱਲ ਸਾਹਿਬ, ਸਤਿ ਸ੍ਰੀ ਅਕਾਲ। ਦੋਵਾਂ ਭਰਾ 1 ਮਈ ਦੇ ਦਿਨ ਤੇ ਮੈਨੂੰ ਹੋਰ ਵੀ ਇੱਕ ਬੜਾ ਖਤਰਨਾਕ ਤੇ ਬੜਾ ਡਰ ਵਾਲਾ ਸਵਾਲ ਮੇਰੇ ਦਿਮਾਗ 'ਚ ਆਇਆ ਜੀ। ਜਦੋਂ ਤਾਜ ਮਹਿਲ ਬਣਾਇਆ ਸੀ ਤਾਂ ਜਿਹੜੇ ਮਜ਼ਦੂਰ ਸੀ ਉਹਨਾਂ ਦੇ ਹੱਥ ਵੜ ਦਿੱਤੇ ਗਏ ਸੀ, ਤੇ ਸ਼ਾਇਦ ਜਿਹੜਾ ਮਿਸਤਰੀ ਸੀ ਸ਼ਾਹਜਹਾਨ ਵੱਲੋਂ। ਤੇ ਫਿਰ SYL ਜਦੋਂ ਨਹਿਰ ਸ਼ੁਰੂ ਹੋਈ ਆ ਪੰਜਾਬ 'ਚ, ਢਿੱਲੋਂ ਸਾਹਿਬ ਤੁਹਾਨੂੰ ਯਾਦ ਹੀ ਹੋਊਗਾ, ਉਦੋਂ ਵੀ ਇੰਜੀਨੀਅਰਾਂ ਤੇ ਕਈ ਭਈਏ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਤੇ ਕਿਤੇ ਇੰਜ ਨਾ ਹੋਵੇ ਪਾਰਲੀਮੈਂਟ ਜਿਹੜਾ ਨਵਾਂ ਬਣਾਉਣ ਦੇ ਸੋਚ ਰਿਹਾ ਮੋਦੀ ਸਾਹਿਬ, ਤੇ ਉਹ ਜੋਸ਼ੀ ਨੂੰ ਸਵਾਲ ਕਰਕੇ ਵੀ ਕੀਤਾ ਜਾਣਾ ਚਾਹੀਦਾ ਵੀ ਕਿਤੇ ਉਹਨਾਂ ਨਾਲ ਤਾਂ ਇਹ ਨਹੀਂ ਹੋਊਗਾ ਵੀ ਇਹੋ ਜਿਹਾ ਪਾਰਲੀਮੈਂਟ ਹੋਰ ਕੋਈ ਬਣਾ ਹੀ ਨਾ ਸਕੇ। ਧੰਨਵਾਦ ਜੀ। ਹਾਂਜੀ ਬਿਲਕਾ ਸਾਹਿਬ, ਤੁਸੀਂ ਦੁਬਾਰਾ ਆਏ ਹੋ। ਹਾਂਜੀ ਸਵਾਗਤ ਹੈ ਜੀ। ਹਾਂ, ਸਤਿ ਸ਼੍ਰੀ ਅਕਾਲ ਚੰਨੀ ਸਾਹਿਬ। ਹੁਣ ਆਪਾਂ ਗੱਲ ਕਰਾਂਗੇ USA ਦੇ ਉੱਪਰ। ਦੇਖੋ USA ਦੇ ਜਿਹੜਾ ਰਿਲੀਜੀਅਸ ਮਾਈਨੋਰਿਟੀ ਕਮਿਸ਼ਨ ਨੇ ਕੱਲ ਫਿਰ ਇਹ ਗੱਲ ਰੱਖੀ ਹੈ ਅੱਗੇ ਵੀ ਜਿਹੜਾ ਘੱਟ ਗਿਣਤੀਆਂ ਨਾਲ ਭਾਰਤ ਦੇ ਵਿੱਚ ਜਿਹੜਾ ਧੱਕਾ ਹੋ ਰਿਹਾ ਜੀ। ਦੇਖੋ ਇਹ ਗੱਲ ਇਹਨਾਂ ਨੇ 2-3 ਮਹੀਨੇ ਪਹਿਲੇ ਵੀ ਚੁੱਕੀ ਸੀ, ਤੇ ਉਸ ਟਾਈਮ ਟਰੰਪ ਸਾਹਿਬ ਨੇ ਕੀ ਕੀਤਾ, ਪਾਕਿਸਤਾਨ ਨੂੰ ਬਲੈਕ ਲਿਸਟ ਕਰਤਾ ਸੀ। ਐਕਸ਼ਨ ਉਹਨਾਂ ਨੇ ਪਾਕਿਸਤਾਨ ਤੇ ਜਾ ਕੇ ਲੈ ਲਿਆ। ਤੇ ਹੁਣ ਮੇਰੇ ਇਹ ਗੱਲ ਹੋਰ ਹੈ ਵੀ ਜਿਹੜਾ ਇਹ ਰਾਈਟ ਜਿਹੜਾ ਰਿਲੀਜੀਅਸ ਮਾਈਨੋਰਿਟੀ ਰਾਈਟ ਕਮਿਸ਼ਨ ਹੈ ਕਿ ਨਹੀਂ, ਜਿਹੜੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦਾ ਹੋ ਰਿਹਾ ਹੈ, ਉਹਨਾਂ ਬਾਰੇ ਵੀ ਕੁਝ ਸੋਚਿਆ ਜਾਵੇ। ਕਿਉਂਕਿ ਅੱਜ ਮੈਂ ਦੇਖ ਰਿਹਾ ਸੀ ਇੱਕ ਕੈਲੀਫੋਰਨੀਆ ਦੇ ਸੈਨੇਟਰ ਹੈ ਮਿਸਟਰ ਰੋ ਖੰਨਾ, ਉਹਨਾਂ ਨੇ ਇਹ ਗੱਲ ਕੀਤੀ ਅਮਰੀਕਾ ਦੇ ਅੱਗੇ ਵੀ ਇਹ ਜਿਹੜੇ 300 400 500 ਜੋ ਵੀ ਅਫਗਾਨਿਸਤਾਨ ਦੇ ਵਿੱਚ ਸਿੱਖ ਜਾਂ ਹਿੰਦੂ ਫਸੇ ਹੋਏ ਨੇ ਕਿ ਨਹੀਂ, ਉਹਨਾਂ ਨੂੰ ਅਮਰੀਕਾ ਰਿਫਿਊਜੀ ਦੇ ਦੇਵੇ ਤਾਂ ਕਿ ਉਹ ਲੋਕ ਉੱਥੋਂ ਨਿਕਲ ਆਉਣ। ਤੇ ਇਹ ਗੱਲ ਜਿਹੜਾ ਬੜਾ ਵਧੀਆ ਕਦਮ ਹੈ। ਇਹ ਗੱਲ ਕਈ ਦੀ ਕੈਨੇਡਾ 'ਚ ਵੀ ਚੱਲਦੀ ਆ, ਪਰ ਇੱਥੇ ਵੀ ਹਜੇ ਕੁਛ ਨਹੀਂ ਹੋਇਆ। ਇਹ ਤਾਂ ਪ੍ਰਾਈਵੇਟ ਸਪਾਂਸਰਸ਼ਿਪ ਦੇ ਉੱਪਰ ਹੁੰਦੀ ਹੈ ਗੱਲ। ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜੇ ਹੁਣ ਜਿਹੜਾ US ਰਾਈਟ ਕਮਿਸ਼ਨ ਹੈ, ਇਹਨਾਂ ਨੂੰ ਇੱਕ ਗੱਲ ਹੋਰ ਵੀ ਚੁੱਕਣੀ ਚਾਹੀਦੀ ਭਾਰਤ ਦੇ ਵਿੱਚ। ਜਿਹੜੇ ਸਿੱਖ ਬੰਦੀ ਹੈ ਜਿਨ੍ਹਾਂ ਦੀ ਸਜ਼ਾ ਹੀ ਪੂਰੀ ਹੋ ਚੁੱਕੀ ਹੈ, ਉਹ ਹਜੇ ਤੱਕ ਨਹੀਂ ਛੱਡੇ ਗਏ ਨੇ, ਇਹਨਾਂ ਬਾਰੇ ਵੀ ਗੱਲ ਹੋਣੀ ਚਾਹੀਦੀ ਆ। ਦੇਖੋ ਜਿਹੜਾ ਅਕਾਲੀ ਦਲ ਉੱਥੇ ਦਾ ਹੈ, ਭਾਰਤੀ ਸਰਕਾਰ ਦੇ ਵਿੱਚ ਹੈ, ਉਹ ਤਾਂ ਗੱਲ ਕਰ ਨਹੀਂ ਰਿਹਾ, ਤੇ ਜਿਹੜੇ ਬਾਹਰ ਬੈਠੀਆਂ ਸਿੱਖ ਜਥੇਬੰਦੀਆਂ ਉਹ ਭਾਰਤ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਤੇ ਇਹ ਲੋਕ ਫਸੇ ਹੋਏ ਨੇ, ਇਹਨਾਂ ਦੀ ਗੱਲ ਕੌਣ ਚੁੱਕੇਗਾ?
ਇਹ ਬੜਾ ਇੱਕ ਮਹੱਤਵਪੂਰਨ ਜਿਹੜਾ ਨਹੀਂ ਮੈਂ ਕਹਿੰਦਾ ਗੰਭੀਰ ਮਸਲਾ ਹੈ। ਬਿਲਕੁਲ ਜੀ ਬੰਗਾ ਸਾਹਿਬ ਆਪਾਂ ਚੱਕ ਰਹੇ ਹਾਂ ਜੀ PTN 24 ਵੱਲੋਂ ਬਲਵਿੰਦਰ ਸਿੰਘ ਪੱਖੋ ਕੇ ਜਿਹੜਾ ਉਹਨਾਂ ਪਰਿਵਾਰਾਂ ਦੇ ਨਾਲ ਜਾ ਕੇ ਗੱਲਬਾਤ ਕਰੂਗਾ ਤੇ ਉਹ ਪੂਰਾ ਜਿਹੜੀ ਉਹਦੀ ਲਿਸਟ ਬਣਾ ਕੇ ਉਹ ਸੁਪਰੀਮ ਕੋਰਟ ਨੂੰ ਦਿੱਤੀ ਜਾਊਗੀ। ਹਾਂ ਇਸ ਬਾਰੇ ਇਹਨਾਂ ਬਾਰੇ ਵੀ ਹੋਣਾ ਚਾਹੀਦਾ ਜੀ ਕੁਛ ਤਾਂ ਕੁਛ, ਕਿਉਂਕਿ ਇਹਨਾਂ ਦੀ ਵੀ ਸੁਣਵਾਈ ਹੋਣੀ। ਦੇਖੋ ਇਹਦੇ ਵਿੱਚ ਜਿਹੜੇ ਦਾ ਅਕਾਲੀ ਦਲ ਦੇ ਨਾਲ ਕਲੋਜ਼ ਸੀ ਉਸ ਟਾਈਮ ਉਹਦੇ ਬੰਦੇ ਛੁੱਟ ਗਏ ਨੇ, ਉਹ ਛੁੱਟ ਗਏ, ਉਹਦਾ ਮਿਨਿਸਟਰੀ ਵੀ ਤੱਕ ਵੀ ਬਣ ਗਿਆ ਸੀ, ਉਹ ਢਿੱਲੋਂ ਸਾਹਿਬ ਵੀ ਦੱਸ ਦੇਣਗੇ। ਮੈਨੂੰ ਲੱਗਦਾ ਇਹ ਬੰਦੇ ਉਦੋਂ ਦੇ ਫਸੇ 1988 ਤੋਂ ਆਪਰੇਸ਼ਨ ਬਲੈਕ ਥੰਡਰ ਹੋਇਆ ਹੈ ਤੇ ਇੰਨੇ ਸਾਲ ਹੋ ਗਏ ਹਜੇ ਤੱਕ ਉਹਨਾਂ ਨੇ ਜਦੋਂ ਆਪਣੀ ਸਜ਼ਾ ਹੀ ਪੂਰੀਆਂ ਕਰ ਲਈ ਤਾਂ ਉਹਨਾਂ ਨੂੰ ਛੱਡਣ ਦੀ ਗੱਲ ਕੀਤੀ ਜਾਵੇ। ਬਾਕੀ ਜਿਹੜੀ ਗੱਲ ਅਸੀਂ ਕਰਦੇ ਸੀ ਕੱਲ ਵੀ USA ਦੇ ਵਿੱਚ ਜਿਹੜਾ 2 ਲੱਖ H1 ਵੀਜ਼ੇ ਦੇ ਉੱਪਰ ਤਲਵਾਰ ਲਟਕ ਰਹੀ ਹੈ। ਦੇਖੋ ਇਸ ਮਾਮਲੇ 'ਚ ਟਰੰਪ ਸਾਹਿਬ ਹੈਗੇ ਬਿਜ਼ਨਸਮੈਨ, ਉਹਨਾਂ ਨੇ ਤਾਂ ਆਪਣਾ ਦੇਖਣਾ ਕੰਮ। ਜੇ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਬੰਦਿਆਂ ਦੀ ਲੋੜ ਹੈ, ਕੰਪਨੀਆਂ ਚੱਲਦੀਆਂ ਤਾਂ ਬੰਦੇ ਉੱਥੇ ਰਹਿ ਜਾਣਗੇ, ਔਰ ਜੇ ਬੰਦਿਆਂ ਨੂੰ ਦੇਖੋ ਤੇ ਕੰਪਨੀਆਂ ਬੰਦ ਹੁੰਦੀਆਂ ਤਾਂ ਫਿਰ ਉਹਨਾਂ ਨੂੰ 60 ਦਿਨ ਦਾ ਟਾਈਮ ਹੈ ਆਪਣੀ ਜੌਬ ਲੱਭਣ ਦਾ। ਨਹੀਂ ਜੌਬ ਲੱਭੇਗੀ ਫਿਰ ਉਹ ਲੋਕੀ ਵਾਪਸ ਆਉਣਗੇ, ਪਰ ਉਹਦੇ ਵਿੱਚ ਮੈਨੂੰ ਲੱਗਦਾ ਇਹਦੀ ਹੈਲਪ ਕਰੇਗਾ ਇਹਨਾਂ ਬੰਦਿਆਂ ਦੀ ਕੈਨੇਡਾ। ਕਿਉਂਕਿ ਜਦੋਂ ਪਿੱਛੇ ਵੀ ਇਮੀਗ੍ਰੇਸ਼ਨ ਦੇ ਮਾਮਲੇ ਉੱਤੇ ਟਰੰਪ ਸਾਹਿਬ ਨੇ ਕਿਹਾ ਸੀ ਤਾਂ ਉਸ ਟਾਈਮ ਕੈਨੇਡਾ ਨੇ ਖੁੱਲੀਆਂ ਬਾਹਾਂ ਕੱਟੀਆਂ ਸੀ, ਕਹਿੰਦੇ ਆ ਜਾਓ ਸਾਡੇ ਕੋਲ, ਤੇ ਬਹੁਤ ਸਾਰੇ ਰਿਫਿਊਜੀ ਇੱਥੇ ਆ ਗਏ ਨੇ। ਤੇ ਇਹ ਤਾਂ ਬੱਚੇ ਜਿਹੜੇ ਹੈ ਪੜ੍ਹੇ ਲਿਖੇ ਹੈ, ਵੈਲ ਐਜੂਕੇਟਡ ਹੈ, 5-5 ਸਾਲ ਦਾ ਐਕਸਪੀਰੀਅੰਸ ਹੈ, ਇਹਨਾਂ ਦਾ ਵੈਸੇ ਹੀ ਆ ਜਾਣਾ ਇਮੀਗ੍ਰੇਸ਼ਨ ਲੈ ਕੇ ਜਿਹੜਾ ਐਕਸਪ੍ਰੈਸ ਐਂਟਰੀ ਦੇ ਵਿੱਚ ਹੈ ਉੱਥੇ ਹੀ ਕੁਆਲੀਫਾਈ ਹੋ ਜਾਣਾ। ਤੇ ਇਸ ਕਰਕੇ ਦੇਖਣ ਵਾਲੀ ਗੱਲ ਹੈ, ਇਹ ਸਾਰਾ ਟਰੰਪ ਦੇ ਉੱਪਰ ਦਾਰੋ ਮਰਦਾਰ ਹੈ। ਕਿਉਂਕਿ ਜਦੋਂ ਟਰੰਪ ਨੇ ਕੁਝ ਦਿਨ ਪਹਿਲਾਂ ਇਮੀਗ੍ਰੇਸ਼ਨ ਦੀ ਐਪਲੀਕੇਸ਼ਨਾਂ ਉੱਤੇ ਰੋਕ ਲਗਾਈ, ਜਿਹੜੇ ਸਾਡੇ ਪੰਜਾਬੀ ਬੈਠੇ ਨੇ 10-12 ਸਾਲ ਤੋਂ ਪੰਜਾਬ ਦੇ ਵਿੱਚ ਇਹ ਸੋਚ ਰਹੇ ਸੀ ਕਿ ਅਸੀਂ ਹੁਣ ਅਮਰੀਕਾ ਚਲੇ ਜਾਣਾ, ਕਿਸੇ ਦੇ ਉਹਦੇ ਭਰਾ ਨੇ ਸਪਾਂਸਰ ਕੀਤਾ, ਕਿਸੇ ਨੇ ਸਪਾਂਸਰ ਕੀਤਾ, ਉਹ 12-13 ਸਾਲ ਦੀ ਵੇਟਿੰਗ ਲਿਸਟ ਹੈ, ਉਹ ਵੀ ਲਿਸਟਾਂ ਦੇ ਉੱਪਰ ਰੋਕ ਲੱਗ ਗਈ ਹੈ। ਇਸ ਕਰਕੇ ਮੇਰੇ ਮੰਨਣਾ ਹੈ ਟਰੰਪ ਸਾਹਿਬ ਜੋ ਵੀ ਕਰਦੇ ਨੇ ਉਹ ਆਪਣੀ ਕੰਟਰੀ ਦਾ ਇੰਟਰਸਟ ਦੇਖ ਕੇ, ਆਪਣੇ ਬਿਜ਼ਨਸ ਦਾ ਇੰਟਰਸਟ ਦੇਖ ਕੇ ਕਰਦੇ ਨੇ। ਥੈਂਕ ਯੂ ਜੀ। ਬਿਲਕੁਲ ਜੀ, ਟਰੰਪ ਸਾਹਿਬ ਨੂੰ ਪਤਾ ਮੈਂ ਕੰਟਰੀ ਨੂੰ ਰਨ ਕਿੱਦਾਂ ਕਰਨਾ। ਉਹਨੇ ਜਿਹੜੀ ਜੌਬ ਆ ਉਹ ਸਭ ਤੋਂ ਪਹਿਲਾਂ ਜਿਹੜੀ ਅਮਰੀਕਨ ਦੇ ਵਾਸਤੇ ਪ੍ਰੋਟੈਕਟ ਕਰਨੀ ਆ, ਤਾਂ ਹੀ ਉਹਨਾਂ ਨੇ H1 ਵੀਜ਼ੇ ਦੀ ਗੱਲ ਕੀਤੀ ਆ। ਮੈਂ ਜਾਣਕਾਰੀ ਦੇਣੀ ਚਾਹੁੰਦਾ ਜੀ, ਜੇ ਤੁਸੀਂ ਕੈਨੇਡਾ ਜਾਂ ਅਮਰੀਕਾ ਨੂੰ ਟਰੱਕ ਚਲਾਉਂਦੇ ਹੋ, ਤੁਹਾਨੂੰ ਵਧੀਆ ਫੋਨ ਦੀਆਂ ਡੀਲਾਂ ਲੈਣੀਆਂ ਚਾਹੁੰਦੇ ਹੋ, ਅਨਲਿਮਟਿਡ ਇੰਟਰਨੈਟ 20 GB 30 GB 50 GB ਹਰ ਤਰ੍ਹਾਂ ਦੇ ਹੈਗੇ ਆ ਜੀ। ਤੇ ਘਰ ਦੇ ਵੀ ਜਿਹੜੇ ਇੰਟਰਨੈਟ ਆ ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ ਆ, ਤੁਸੀਂ ਲੈ ਸਕਦੇ ਹੋ। 905-203-3636 ਤੇ ਸੁਖਦੇਵ ਥਾਪਰ ਨੂੰ ਕਾਲ ਕੀਤੀ ਜਾ ਸਕਦੀ, 905-203-3636। ਟਿਕਟਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ, ਔਲ ਲਿੰਕ ਟਰੈਵਲ ਦੀ ਨੇੜਲੀ ਬ੍ਰਾਂਚ ਜਾਂ 416-293-8700 ਤੇ ਕਾਲ ਕੀਤੀ ਜਾ ਸਕਦੀ ਹੈ। ਜੇ ਤੁਸੀਂ ਟਰੱਕ ਚਲਾਉਣਾ ਚਾਹੁੰਦੇ ਹੋ ਜਾਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ ਕੈਨੇਡਾ ਜਾਂ ਅਮਰੀਕਾ ਦੇ ਵਿੱਚ, ਤੇ KJS ਟਰਾਂਸਪੋਰਟ ਦਾ ਨਾਮ ਯਾਦ ਰੱਖੋ। 905-799-9500 ਇੱਕ ਟਰਮੀਨਲ GTA 'ਚ ਆ ਤੇ ਇੱਕ ਇੰਡੀਆਨਾ ਐਪਲਸ ਅਮਰੀਕਾ ਦੇ ਵਿੱਚ ਵੀ ਆ। ਜਿੰਦਰ ਬੁੱਟਰ ਜਾਂ ਕੁਲਵੰਤ ਸਿੰਘ ਨੂੰ ਗੱਲਬਾਤ ਕਰ ਸਕਦੇ ਹੋ। ਤੇ ਵਧੀਆ ਜਿਹੜੀ ਆ ਫਰੈਸ਼ ਗਰੋਸਰੀ ਲੈਣ ਵਾਸਤੇ ਏਸ਼ੀਅਨ ਫੂਡ ਦਾ ਨਾਮ ਯਾਦ ਰੱਖੋ, ਨੇੜਲੀ ਬ੍ਰਾਂਚ ਤੇ ਜਾ ਸਕਦੇ ਹੋ। 416-543-7107 ਤੇ ਕਾਲ ਕੀਤੀ ਜਾ ਸਕਦੀ ਆ। ਆਪਾਂ ਇੱਕ ਕਾਲ ਲੈ ਕੇ ਤੇ ਢਿੱਲੋਂ ਸਾਹਿਬ ਦੀਆਂ ਖਬਰਾਂ ਲਵਾਂਗੇ। ਹਾਂਜੀ ਵੀਰੇ 35-15 ਸਵਾਗਤ ਹੈ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਬੋਲਦਾ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਿਲਕਾ ਸਾਹਿਬ ਨੇ ਜਿਹੜਾ ਇਸ਼ੂ ਉਠਾਇਆ ਨਾ, ਜਿਵੇਂ ਅਫਗਾਨਿਸਤਾਨ ਚ ਸਿੱਖ ਹਿੰਦੂ ਫਸੇ ਆ ਤੇ ਆਪਣੇ ਆ ਜਿਹੜੀਆਂ ਪੁਰਾਣੇ ਬੰਦੇ ਬਜ਼ੁਰਗ ਵੀ ਹੋ ਗਏ ਹੁਣ ਤਾਂ ਜੇਲ੍ਹਾਂ 'ਚ ਬੈਠੇ, ਰੀਅਲੀ ਸਲੂਟ ਆ ਜੀ, ਬਹੁਤ ਵਧੀਆ ਮੈਨੂੰ ਗੱਲ ਲੱਗੀ ਉਹਨਾਂ ਨੂੰ, ਸਲੂਟ ਆ ਜੀ ਮੇਰੇ ਵੱਲੋਂ ਬਿਲਕਾ ਸਾਹਿਬ ਨੂੰ। ਦੂਸਰੀ ਗੱਲ, ਜੇ ਮੈਂ ਟਰੰਪ ਸਾਹਿਬ ਦੀ ਗੱਲ ਕਰਦਾ, ਮੈਨੂੰ ਤਾਂ ਟਰੰਪ ਵਧੀਆ ਲੱਗਦਾ ਜੀ, ਆਪਦੇ ਕੰਟਰੀ ਖਾਤਰ ਹੋ ਜਾਣੀ ਅਮਰੀਕਾ ਖਾਤਰ ਬਹੁਤ ਵਧੀਆ ਕਰ ਰਿਹਾ, ਕਿਸੇ ਖਾਤਰ ਕੀ ਕਰਦਾ ਕੀ ਨਹੀਂ ਮੈਨੂੰ ਤਾਂ ਵਧੀਆ ਲੱਗਦਾ ਜੀ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਵੀਰ ਜੀ, ਮੈਂ ਵੀ ਇਹੀ ਗੱਲ ਕਹੀ ਹੈ ਵੀ ਟਰੰਪ ਸਾਹਿਬ ਆਪਣੇ ਕੰਟਰੀ ਨੂੰ ਪ੍ਰੋਟੈਕਟ, ਉਹਦੀਆਂ ਜੌਬਾਂ ਪ੍ਰੋਟੈਕਟ ਕਰਨ ਵਾਸਤੇ ਜੋ ਵੀ ਕਰ ਰਿਹਾ ਉਹ ਵਧੀਆ ਕਰ ਰਿਹਾ। ਚਲੋ ਅਸੀਂ ਸੋਚਦੇ ਹਾਂ ਵੀ ਸ਼ਾਇਦ ਜਿਹੜੇ ਭਾਰਤ ਦੇ H1 ਵੀਜ਼ੇ ਵਾਲੇ ਉਹ ਬਾਹਰ ਨਿਕਲ ਜਾਣੇ ਆ ਤੇ ਨੁਕਸਾਨ ਹੋਊਗਾ ਸਾਡੇ ਬੰਦਿਆਂ ਦਾ, ਪਰ ਉਹ ਆਪਣੇ ਕੰਟਰੀ ਦੇ ਨਜ਼ਰੀਏ ਨਾਲ ਸੋਚੀਏ ਤਾਂ ਬਿਲਕੁਲ ਸਹੀ ਕਰ ਰਿਹਾ। ਢਿੱਲੋਂ ਸਾਹਿਬ, ਉਧਵ ਠਾਕਰੇ ਲਈ ਕੁਰਸੀ ਬਚਾਉਣੀ ਹੋਈ ਸੁਖਾਲੀ, ਚੋਣ ਕਮਿਸ਼ਨ ਰਾਜ ਸਭਾ ਦੀਆਂ ਖਾਲੀ ਸੀਟਾਂ ਤੇ ਚੋਣ ਕਰਾਉਣ ਲਈ ਰਾਜੀ। ਬਿਲਕੁਲ ਜੀ। ਪਹਿਲੀ ਗੱਲ ਤਾਂ ਮੈਂ ਇਹ ਦੱਸਾਂ ਕਿ ਮਿਸਟਰ ਉਧਵ ਠਾਕਰੇ ਜਦੋਂ ਮੁੱਖ ਮੰਤਰੀ ਬਣੇ ਆ ਨਾ ਜੀ, ਉਦੋਂ ਉਹ ਵਿਧਾਨ ਅਸੈਂਬਲੀ ਦੇ ਵੀ ਮੈਂਬਰ ਹੈ ਨਹੀਂ ਸੀ ਤੇ ਵਿਧਾਨ ਸਭਾ ਦੇ ਵੀ ਮੈਂਬਰ ਹੈ ਨਹੀਂ ਸੀ ਜੀ। ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਵਿਧਾਨ ਸਭਾ ਹੈ, ਜਿਹਨੂੰ ਅਸੀਂ ਮੈਂਬਰ ਆਫ ਲੈਜਿਸਲੇਟਿਵ ਕਹਿੰਦੇ ਨੇ, MLA ਜੀ। ਲੇਕਿਨ ਕਈ ਸੂਬੇ ਇਹੋ ਜਿਹੇ ਹੈ ਜਿੱਥੇ MLC ਵੀ ਬਣੀ ਹੋਈ ਹੈ, ਮੈਂਬਰ ਲੈਜਿਸਲੇਟਿਵ ਅਸੈਂਬਲੀ ਜੀ। ਉੱਥੇ ਇਹ ਦੋਨੇ ਜਿਹੜੇ ਹੈਗੇ ਆ ਹਾਊਸ ਹੈ, ਵੱਡਾ ਹਾਊਸ ਸੀ ਤੇ ਛੋਟਾ ਹਾਊਸ ਸੀ ਮਹਾਰਾਸ਼ਟਰ ਦੇ ਵਿੱਚ ਜੀ। ਸੋ ਇਹ ਜਦੋਂ ਇਲੈਕਸ਼ਨ ਹੋਈ ਹੈ, ਇਹਨਾਂ ਨੇ ਇਲੈਕਸ਼ਨ ਨਹੀਂ ਸੀ ਲੜੀ ਔਰ ਕਿਸੇ ਵੀ ਇਹ ਹਾਊਸ ਦੇ ਮੈਂਬਰ ਨਹੀਂ ਸੀ ਜੀ, ਕਿਉਂਕਿ ਆਮ ਤੌਰ ਤੇ ਜਿਹੜੀ ਗੱਲ ਹੁਣ ਤੱਕ ਆਪਣੇ ਸਾਹਮਣੇ ਸਪਸ਼ਟ ਰਹੀ ਹੈ, ਸ਼ਿਵ ਸੈਨਾ ਦੇ ਮੁਖੀ ਹੁੰਦੇ ਸੀ ਬਾਲ ਠਾਕਰੇ ਜੀ,
ਆਲ ਠਾਕਰੇ ਸਾਹਿਬ ਨੇ ਇਹ ਫੈਸਲਾ ਕੀਤਾ ਸੀ ਕਿ ਮੇਰੀ ਪਾਰਟੀ ਦਾ ਮੁਖੀ ਹੋਣ ਦੇ ਨਾਤੇ ਮੈਂ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਕਦੇ ਵੀ ਚੋਣ ਨਹੀਂ ਲੜੂਗਾ ਜੀ। ਜਿੰਨੀ ਦੇਰ ਤੱਕ ਉਹ ਜਿਉਂਦੇ ਰਹੇ ਪਰਿਵਾਰ ਦੇ ਕਿਸੇ ਮੈਂਬਰ ਨੇ ਚੋਣ ਨਹੀਂ ਸੀ ਲੜੀ। ਲੇਕਿਨ ਜਦੋਂ ਇਸ ਸੰਸਾਰ ਤੋਂ ਚਲੇ ਗਏ ਪਰਿਵਾਰ ਦੇ ਵਿੱਚ ਖਟਮਟ ਪਹਿਲਾਂ ਹੀ ਸੀ ਜੀ, ਤੇ ਫਿਰ ਜਿਹੜੀ ਇਹ ਫੋਟੋ ਮੁਕੰਮਲ ਤੌਰ ਤੇ ਪੈ ਗਈ। ਪਰਿਵਾਰ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ ਜੀ। ਰਾਜ ਠਾਕਰੇ ਜਿਹੜਾ ਭਤੀਜਾ ਸੀ ਉਹਦੇ ਆਪਣਾ ਬਾਲ ਠਾਕਰੇ ਦਾ ਉਹ ਅਲੱਗਾ ਚਲਾ ਗਿਆ। ਉਧਮ ਠਾਕਰੇ ਪੁੱਤ ਸੀ, ਵਿਰਾਸਤ ਆਪਣੇ ਬਾਪ ਦੀ ਇਹਨੇ ਸੰਭਾਲ ਲਈ ਜੀ। ਲੇਕਿਨ ਇਹਨਾਂ ਇਲੈਕਸ਼ਨਾਂ ਦੇ ਵਿੱਚ ਇੱਕ ਅਜੀਬ ਗੱਲ ਵਾਪਰੀ ਕਿ ਉਧਮ ਠਾਕਰੇ ਦਾ ਬੇਟਾ ਅਦਿੱਤਿਆ ਠਾਕਰੇ ਜੀ ਉਹਨੇ ਚੋਣ ਲੜ ਲਈ ਸੀ ਤੇ ਆਪ ਰਹਿ ਗਿਆ ਸੀ। ਪਰ ਉਹ ਮੁੰਡੇ ਦੇ ਕੋਈ ਤਜਰਬਾ ਨਹੀਂ, ਨਵਾਂ ਮੁੰਡਾ ਸੀ। ਜਦੋਂ ਇਹਨਾਂ ਨੇ ਚੋਣ ਲੜੀ ਹੈ ਉਦੋਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਚੋਣ ਲੜੀ ਸੀ। ਲੇਕਿਨ ਅੱਧੇ ਦੇ ਸਮੇਂ ਤੇ ਚੀਫ ਮਿਨਿਸਟਰ ਬਣਾਉਣ ਦੇ ਮੁੱਦੇ ਦੇ ਉੱਤੇ ਆ ਕੇ ਇਹਨਾਂ ਦੀ ਅਡਾਉਣੀ ਪੈ ਗਈ ਜੀ। ਸ਼ਿਵ ਸੈਨਾ ਵਾਲਿਆਂ ਦਾ ਕਹਿਣਾ ਸੀ ਕਿ ਚੋਣਾਂ ਤੋਂ ਪਹਿਲਾਂ ਪਾਰਲੀਮੈਂਟ ਦੀ ਚੋਣ ਹੋਈ ਹੈ ਉਦੋਂ ਜਿਹੜਾ ਗੱਠਜੋੜ ਹੋਇਆ ਹੈ ਜੀ, ਅਮਿਤ ਸ਼ਾਹ ਨੇ ਉਸ ਵੇਲੇ ਇਹ ਪ੍ਰੋਮਿਸ ਕੀਤਾ ਸੀ ਕਿ ਅੱਧੀ ਵਾਰੀ ਆਪਾਂ ਬਣਾਵਾਂਗੇ, 2.5 ਸਾਲ ਮੁੱਖ ਮੰਤਰੀ ਤੁਹਾਡਾ ਰਹੂਗਾ ਤੇ 2.5 ਸਾਲ ਸਾਡਾ ਹੋਊਗਾ ਜੀ। ਪਹਿਲਾਂ ਤੁਸੀਂ ਸਰਕਾਰ ਬਣਾਇਓ ਤੇ ਬਾਅਦ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਹੈ ਜਿਹੜੀ ਉਹ ਸਾਡੇ ਕੋਲ ਜੀ। ਲੇਕਿਨ ਜਦੋਂ ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰ ਪਈ ਤਾਂ ਉਹਨਾਂ ਨੇ ਸ਼ਿਵ ਸੈਨਾ ਨੂੰ ਕਹਿਤਾ ਕਿ ਨਹੀਂ, ਅਸੀਂ ਤੁਹਾਡੇ ਨਾਲ ਇਹ ਸਮਝੌਤਾ ਨਹੀਂ ਸੀ ਕੀਤਾ, ਵੱਡੀ ਪਾਰਟੀ ਸਾਡੀ ਹੈ, ਮੁੱਖ ਮੰਤਰੀ ਸਾਡਾ ਬਣੂਗਾ, ਛੋਟੇ ਭਰਾ ਦੇ ਨਾਤੇ ਤੁਹਾਨੂੰ ਸਾਡੇ ਨਾਲ ਚੱਲਣਾ ਪਊਗਾ ਜੀ। ਕਿਉਂਕਿ ਪਹਿਲਾਂ ਆਪਾਂ ਦੇਖਿਆ ਸ਼ਿਵ ਸੈਨਾ ਜਿਹੜੀ ਹੈ ਉਹ ਜ਼ਿਆਦਾ ਪਾਵਰਫੁਲ ਸੀ ਮਹਾਰਾਸ਼ਟਰ ਦੇ ਵਿੱਚ, ਤੇ ਵੱਡੇ ਭਰਾ ਦੀ ਭੂਮਿਕਾ ਨਿਭਾਉਂਦੀ ਰਹੀ ਹੈ। ਇਸ ਲਈ ਇਹ ਜਿਹੜਾ ਉਹਨਾਂ ਦੀਆਂ ਕੰਟਰਡਿਕਸ਼ਨ ਸੀ, ਇਸ ਕੰਟਰਡਿਕਸ਼ਨ ਨੂੰ ਸ਼ਰਦ ਪਵਾਰ ਨੇ ਆਪਣੀ ਤੀਖਣ ਬੁੱਧੀ ਦੇ ਨਾਲ ਇਸਤੇਮਾਲ ਕੀਤਾ ਔਰ ਬੜੇ ਤਰੀਕੇ ਦੇ ਨਾਲ ਆਪਣੇ ਭਤੀਜੇ ਨੂੰ ਇੱਕ ਵਾਰੀ ਬੀਜੇਪੀ ਦੇ ਨਾਲ ਭੇਜ ਦਿੱਤਾ, ਸਰਕਾਰ ਬਣਾਤੀ। ਡਿਪਟੀ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਬਣ ਗਿਆ, ਡਿਪਟੀ ਮੁੱਖ ਮੰਤਰੀ ਉਹਨੂੰ ਬਣਾਤਾ ਤੇ ਫਿਰ ਨਾਲ ਦੀ ਨਾਲ ਹੀ ਜਿਵੇਂ ਕਹਿੰਦੇ ਹੁੰਦੇ ਵੀ ਕੋਠੇ ਤੇ ਚੜਾ ਕੇ ਪੌੜੀ ਚੁੱਕ ਲਈ। ਉਹ ਡਿਪਟੀ ਮੁੱਖ ਮੰਤਰੀ ਵੀ ਵਾਪਸ ਆ ਗਿਆ ਤੇ ਉਹਦਾ ਇਹਦੇ ਨਾਲ ਨੂੰ ਬੁਲਾਣਾ ਗਿਆ ਸੀ ਉਹ ਵੀ ਵਾਪਸ ਆ ਗਿਆ ਤੇ ਬਾਅਦ ਵਿੱਚ ਇਹਨਾਂ ਨੇ ਇੱਕ ਪੁਲਿਸ ਨੂੰ ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ। ਸ਼ਿਵ ਸੈਨਾ ਦੇ ਨਾਲ ਮਿਲ ਕੇ ਪੇਸ਼ਕਸ਼ ਕਰਤੀ ਸ਼ਿਵ ਸੈਨਾ ਨੂੰ ਕਿ ਤੁਸੀਂ ਆਪਣਾ ਮੁੱਖ ਮੰਤਰੀ ਬਣਾਓ ਜੀ। ਕਿਉਂਕਿ ਅਦਿੱਤਿਆ ਠਾਕਰੇ ਨਵਾਂ ਮੁੰਡਾ ਹੈ, ਉਹ ਸਭ ਤੋਂ ਜੂਨੀਅਰ ਹੈ, ਉਹਨੂੰ ਸੀਨੀਅਰ ਬੰਦੇ ਮੁੱਖ ਮੰਤਰੀ ਮੰਨਣ ਤਾਂ ਮੰਨਣ ਜੀ। ਫਿਰ ਫੈਸਲਾ ਇਹ ਹੋਇਆ ਕਿ ਹਾਂ ਉਧਮ ਠਾਕਰੇ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਜੀ। ਉਧਮ ਠਾਕਰੇ ਨੂੰ ਮੁੱਖ ਮੰਤਰੀ ਬਣਾਉਤਾ। ਇਹਦੇ ਵਾਸਤੇ ਜ਼ਰੂਰੀ ਹੁੰਦਾ ਕਿ ਮੁੱਖ ਮੰਤਰੀ ਬਣਨ ਤੋਂ 6 ਮਹੀਨੇ ਦੇ ਵਿੱਚ ਜੀ ਬੰਦੇ ਨੂੰ MLA ਜਾਂ MLC ਬਣਨਾ ਪੈਣਾ ਜੀ। ਪਰ ਕਿਉਂਕਿ ਭਾਰਤ ਦੇ ਵਿੱਚ ਕੋਰੋਨਾ ਦੀ ਮਹਾਮਾਰੀ ਫੈਲ ਗਈ ਬਾਕੀ ਦੁਨੀਆ ਦੀ ਤਰ੍ਹਾਂ, ਇਸ ਲਈ ਇਲੈਕਸ਼ਨ ਕਮਿਸ਼ਨ ਨੇ ਜਿੰਨੀਆਂ ਵੀ ਚੋਣਾਂ ਹੋਣੀਆਂ ਸੀ ਉਹਨਾਂ ਸਾਰੀਆਂ ਚੋਣਾਂ ਨੂੰ ਪਿਛੇ ਸਮੇਂ ਲਈ ਮੁਲਤਵੀ ਕਰ ਦਿੱਤਾ ਜੀ। 24 ਅਪ੍ਰੈਲ ਨੂੰ 9 ਸੀਟਾਂ ਰਾਜ ਸਭਾ ਦੀਆਂ ਖਾਲੀ ਹੋਈ ਹੈ ਜੀ। ਔਰ ਜਿਹੜੀ ਇਹਦੀ ਯਾਦ ਹੈ ਉਧਮ ਠਾਕਰੇ ਦੀ ਉਹ ਹੈਗੀ ਹੈ ਜੀ 27 ਮਈ ਲਾਸਟ ਹੈ ਜੀ। 27 ਮਈ ਤੱਕ ਜੇ ਇਹ MLA ਜਾਂ MLC ਬਣ ਜਾਂਦਾ ਹੈ ਫਿਰ ਤਾਂ ਮੁੱਖ ਮੰਤਰੀ ਰਹਿ ਜਾਊਗਾ। ਜੇ ਉਹ ਤੋਂ ਪਹਿਲਾਂ ਇਹ ਮੁੱਖ MLC ਜਾਂ MLA ਨਹੀਂ ਬਣਦਾ ਤਾਂ ਇਹਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪੈਣਾ ਜੀ। ਤੋ ਇਸ ਸੰਕਟ ਚੋਂ ਨਿਕਲਣ ਵਾਸਤੇ ਇਹਨਾਂ ਨੇ 2 ਵਾਰੀ ਜਿਹੜੀ ਕੈਬਨਿਟ ਦੀ ਇੱਕ ਮੀਟਿੰਗ ਕੀਤੀ, ਉਹਦੇ ਵਿੱਚ ਇੱਕ ਰੈਜੂਲੇਸ਼ਨ ਪਾਸ ਕੀਤਾ। ਰੈਜੂਲੇਸ਼ਨ ਪਾਸ ਕਰਕੇ ਇਹ ਗਵਰਨਰ ਕੋਲੇ ਭੇਜਿਆ। ਭਗਤ ਸਿੰਘ ਕੋਸ਼ਿਆਰੀ ਜਿਹੜੇ ਗਵਰਨਰ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਪਹਿਲਾਂ ਕਾਫੀ ਤਕੜੇ ਲੀਡਰ ਰਹੇ ਆ, RSS ਪਿਛੋਕੜ ਹੈ, ਅੱਜ ਵੀ ਉਹ ਕਾਲੀ ਟੋਪੀ ਲੈਂਦੇ ਹੈ ਜੀ। ਉਹਨਾਂ ਨੂੰ ਡੈਪੂਟੇਸ਼ਨ ਜਾ ਕੇ ਮਿਲੇ ਇਹਨਾਂ ਦੀ ਕੈਬਨਿਟ ਵਾਲੇ, ਉਹਨਾਂ ਨੇ ਕਿਹਾ ਜੀ ਤੁਸੀਂ ਏਦਾਂ ਕਰੋ, ਚੋਣਾਂ ਤਾਂ ਨਹੀਂ ਹੋ ਸਕਦੀਆਂ ਕਿਉਂਕਿ ਚੋਣ ਕਮਿਸ਼ਨ ਚੋਣਾਂ ਕਰਾਉਣ ਨੂੰ ਤਿਆਰ ਨਹੀਂ, ਇਹਨਾਂ ਨੇ ਮੁਲਤਵੀ ਕਰਤੀਆਂ ਜੀ। ਇੱਕ ਰਾਜਪਾਲ ਦੇ ਕੋਲੇ ਗਵਰਨਰ ਦੇ ਕੋਲੇ ਪਾਵਰ ਹੁੰਦੀ ਹੈ 2 ਸੀਟਾਂ ਦੇ ਕੋਲੇ ਜੀ, ਤੇ ਤੁਸੀਂ ਇੱਕ ਵਿਸ਼ੇਸ਼ ਹਾਲਾਤਾਂ ਦੇ ਵਿੱਚ ਪਹਿਲਾਂ ਵੀ 1-2 ਵਾਰੀ ਇਹ ਗੱਲਾਂ ਹੋਈਆਂ ਮਹਾਰਾਸ਼ਟਰ ਦੇ ਵਿੱਚ, ਵਿਸ਼ੇਸ਼ ਹਾਲਾਤਾਂ ਦੇ ਵਿੱਚ ਉਧਮ ਠਾਕਰੇ ਨੂੰ ਬੁਲਾ ਦਿਓ, ਨੋਮੀਨੇਟ ਕਰ ਦਿਓ ਆਪਣਾ ਗਵਰਨਰ ਦੇ ਰਿਪਰੈਜ਼ੈਂਟੇਟਿਵ ਦੇ ਤੌਰ ਦੇ ਉੱਤੇ, ਇਹਦੀ ਸਰਕਾਰ ਬਣ ਜੂਗੀ, ਸਰਕਾਰ ਇਹਦੀ ਬਚ ਜਾਣੀ ਹੈ, ਕੁਰਸੀ ਬਚੀ ਰਹਿਣੀ ਹੈ। ਮੁਲਕ ਦੇ ਵਿੱਚ ਇਸ ਵੇਲੇ ਸੰਕਟ ਪਿਆ ਤੇ ਸੰਕਟ ਦੇ ਦੌਰ ਦੇ ਵਿੱਚ ਲੜਾਈ ਝਗੜਾ ਚੰਗਾ ਨਹੀਂ ਹੁੰਦਾ ਜੀ। ਲੇਕਿਨ ਗਵਰਨਰ ਸਾਹਿਬ ਨੇ ਇਹਨਾਂ ਦੀ ਗੱਲ ਨਾ ਸੁਣੀ। 2 ਦਿਨ ਪਹਿਲਾਂ ਫਿਰ ਉਧਮ ਠਾਕਰੇ ਨੇ ਟੈਲੀਫੋਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਉਹਨੇ ਕਿਹਾ ਜੀ ਇਹ ਸੰਕਟ ਦੀਆਂ ਘੜੀਆਂ ਦੇ ਵਿੱਚ ਤੁਹਾਡੀ ਮਦਦ ਦੀ ਲੋੜ ਹੈ, ਤੁਸੀਂ ਗਵਰਨਰ ਸਾਹਿਬ ਨੂੰ ਕਹੋ ਤੇ ਮੈਨੂੰ ਨਾਮਜ਼ਦ ਕਰ ਦਿਓ ਜੀ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਮੈਂ ਤੁਹਾਡੀ ਗੱਲ ਕਰਾਂਗਾ। ਸ਼ਾਇਦ ਉਹਨਾਂ ਨੇ ਗੱਲ ਕੀਤੀ ਹੋਣੀ, ਇਹੀ ਕਾਰਨ ਹੈ ਕਿ ਗਵਰਨਰ ਸਾਹਿਬ ਫਿਰ ਹਰਕਤ ਦੇ ਵਿੱਚ ਆਏ
गवर्नर साहब ने नॉमिनेट तो नहीं किया, लेकिन गवर्नर साहब ने एक चिट्ठी भेजी, सिफारिश भेजी भारतीय चोण कमीशन नूं कि साडी महाराष्ट्र की जिहड़ी विधान सभा दे नाल रिलेटेड 9 सीटां दी चोण है, ये चोण करवा दी जाए। अज कल उन्होंने चिट्ठी लिखी है, अज उस चिट्ठी के उत्ते विचार किया भारत के चोण कमीशन ने। विचार करने तो बाद उन्होंने फैसला कर लिया कि जिहड़ियां पाबंदियां ऐड कीतियां हुई भारत सरकार ने, उन्हां पाबंदियां नूं मद्देनजर रखदियां होया उन्हां ते अमल करते हुए असीं चोणां करवाउण नूं तैयार हाँ। उन्हां पाबंदियां दा ख्याल रखिया जाऊगा, पाबंदियां साडे पाबंदियां नूं असीं लागू करांगे और चोण करावांगे। चोण वास्ते क्योंकि 27 तारीख नूं उन्हां दी मियाद खत्म हुंदी है मुख मंत्री वजों, 27 तारीख तो एक हफ्ता पहला 21 मई उन्होंने डेट जिहड़ी है फिक्स कर दी। 21 मई नूं जिहड़ियां 9 खाली सीटां उन्होंने ते चोण होनी है, क्योंकि चोण एमएलए में करनी हुंदी है। इन्हां कोले बहुत गिनती है, तिन्नां पार्टियां कोले शिवसेना, नेशनलिस्ट कांग्रेस पार्टी ते कांग्रेस पार्टी दे कोले, सो अपने मुख मंत्री की कुर्सी बनाउण वास्ते उन्होंने सारे ने इन्हां नूं खड़ा कर देना है। कुदरती गल है कि जिहड़ी है फर्स्ट प्रेफरेंस की वोट उन्होंने एमएलए इन्हां नूं पाउणगे ते इन्हां ने एमएलसी बन जाना। जो एमएलसी बन गई तो कुदरती तौर पर इन्हां दी कुर्सी खतरे च पई सी, वो कुर्सी जिहड़ी है खतरे तो क्लियर हो जूगी, बच जाऊगी और ये मुख्यमंत्री बने रहेंगे। तो अज का जिहड़ा दिन है वो उद्धव ठाकरे वास्ते बहुत ही आपां कह सकते हैं खुशियां भरिया दिन है। इत्थे ये लगता सी कि 28 मई को इस्तीफा देना पैना है, हुण 21 मई को एमएलसी बन जाएंगे, मुख्यमंत्री की कुर्सी बरकरार होगी। जी बिल्कुल जी, आप कॉल ले लिया। हाँ जी वीर जी, स्वागत है तुहाडा 2929। हेलो सुखविंदर सिंह ते ढिल्लों वीर नूं सत श्री अकाल, मैं दलवीर सिंह बोलना। जी जी सत श्री अकाल जी। सब तो पहले तो ढिल्लों वीर नूं सलूट है, बड़ा जी खोज करके असल च सही पत्रकारी हुंदी है जी, जिहड़ी भी न्यूज़ ते आउणा पूरी नॉलेज लैके आउणा ते उस गल नूं निरपੱਖਲੀ ਜਿਹੜਾ सर्टिफाई करके एन ਸਰੋਤਿਆਂ तक लैके आउणा, ਇਹ ਇੱਕ ਕੁਆਲਿਟੀ ਹੈ ਢਿੱਲੋਂ ਵੀਰ ਦੇ ਵਿੱਚ। ਉਹ ਵੱਖਰੀ ਗੱਲ ਕਿ ਕਈ ਬੰਦੇ ਓਪੋਜੀਸ਼ਨ ਹੁੰਦੇ ਆ, ਕਿਸੇ ਨੂੰ ਨਹੀਂ ਲਾਈਕ ਕਰਦੇ, ਪਰ ਜਦੋਂ ਢਿੱਲੋਂ ਵੀਰ ਜੀ ਏਅਰ ਤੇ ਆ ਜਾਂਦੇ ਆ ਉਦੋਂ ਇਹ ਪਾਰਟੀ ਨੂੰ ਨਹੀਂ ਕਿਸੇ ਨੂੰ ਸੋਚਦੇ, ਉਦੋਂ ਪੱਤਰਕਾਰੀ ਇਹਨਾਂ ਦੇ ਸਾਹਮਣੇ ਹੁੰਦੀ ਹੈ। ਇਹੀ ਇੱਕ ਜਿਹੜੀ ਸਹੀ ਪੱਤਰਕਾਰ ਦੀ ਨਿਸ਼ਾਨੀ ਹੈ ਜੀ। ਤੇ ਦੂਸਰੀ ਗੱਲ ਜਿਹੜੀ ਚੱਲਦੀ ਸੀ ਅਫਗਾਨਿਸਤਾਨ ਦੇ ਸਿੱਖਾਂ ਦੀ, ਉਹਦੇ ਵਿੱਚ ਜੀ ਤੁਹਾਨੂੰ ਪਤਾ ਹੋਣਾ ਕਿਲਗਿਰੀ ਆਪਣੇ ਇੱਕ ਸਰਦਾਰ ਭੁੱਲਰ ਵੀਰ ਜੀ ਐਮਐਲਏ ਬਣੇ ਸੀ ਉੱਥੇ। ਬਿਲਕੁਲ ਜੀ। ਤੇ ਉਹਨਾਂ ਨੇ ਮੂਵਮੈਂਟ ਚਲਾਈ ਸੀ ਜੀ, ਤੇ ਉਹਨਾਂ ਨੇ ਕਾਫੀ ਫੈਮਲੀਆਂ ਲੈ ਕੇ ਆਂਦੀਆਂ ਸੀ, ਤੇ ਬਦਕਿਸਮਤੀ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਕੁਝ ਸਾਲ ਪਹਿਲਾਂ, ਤੇ ਇਸ ਦੁਨੀਆ ਤੋਂ ਚਲੇ ਗਏ ਸੀ। ਪਰ ਉਹ ਬੜਾ ਵਧੀਆ ਕੰਮ ਕਰਕੇ ਗਏ, ਤੇ ਉਹ ਹੱਲੇ ਵੀ ਉਹਨਾਂ ਦੀ ਜਿਹੜੀ ਉਹ ਬਣਾਈ ਹੋਈ ਆ ਮੁਹਿੰਮ ਚੱਲਦੀ ਆ ਜੀ। ਤੇ ਮੈਂ ਨਾਂ ਨਹੀਂ, ਇਹ ਤਾਂ ਤੁਹਾਨੂੰ ਜਿਹੜਾ ਮੇਰਾ ਖਾਸ ਹੀ ਦੋਸਤ ਹੈ ਜੀ, ਉਹਨੇ 2 ਫੈਮਲੀਆਂ ਨੂੰ ਸਪਾਂਸਰ ਕੀਤਾ। ਸਪਾਂਸਰ ਦਾ ਜਿਹੜਾ ਖਰਚਾ ਇੱਕ ਫੈਮਲੀ ਦਾ $25,000 ਜਮ੍ਹਾਂ ਕਰਾਉਣਾ ਪੈਂਦਾ ਹੈ ਜੀ ਰਵਾਟਾ ਦੇ ਵਿੱਚ। ਤੇ ਕੋਈ ਵੀ ਜੇ ਇੰਨਾ ਜੇਕਰ ਸਰਕਾਰਾਂ ਨਹੀਂ ਕਰਦੀਆਂ, ਜੇ ਕੋਈ ਹਮਦਰਦ ਹੈਗਾ ਜਿਹਦੇ ਕੋਲ ਪੈਸੇ ਹੈਗੇ ਆ, ਤੇ ਉਹ ਅੱਗੇ ਆ ਸਕਦਾ ਜੀ, ਉਹ ਫੈਮਿਲੀ ਨੂੰ ਸਪਾਂਸਰ ਕਰਕੇ ਇੱਕ ਫੈਮਿਲੀ ਨੂੰ $25,000 ਜਮ੍ਹਾਂ ਕਰਾ ਕੇ ਲਿਆ ਸਕਦਾ। ਉਹ ਅਲਬਰਟਾ ਦੇ ਵਿੱਚ ਇੱਕ ਪ੍ਰੋਗਰਾਮ ਹੈਗਾ ਜੀ। ਤੇ ਪਰ ਮੈਂ ਬੇਨਤੀ ਕਰਨਾ ਵੈਸੇ ਹਿਊਮਨਿਟੇਰੀਅਨ ਵੇਸ ਤੇ, ਚਾਹੇ ਕੈਨੇਡਾ ਸਰਕਾਰ ਚਾਹੇ ਅਮਰੀਕਾ ਸਰਕਾਰ ਹੈ, ਇਹਨਾਂ ਨੂੰ ਜਿਹੜਾ ਸਾਰੀ ਕਮਿਊਨਿਟੀ ਵਾਸਤੇ ਕੋਈ ਨਾ ਕੁਛ ਕਰਨਾ ਚਾਹੀਦਾ। ਜੇ ਅਸੀਂ ਸੀਰੀਆ ਤੋਂ ਜਿਹੜੇ ਜਹਾਜ਼ ਭਰ ਕੇ ਲਿਆ ਸਕਦੇ ਹਾਂ, ਤੇ ਇੱਥੇ ਆ ਕੇ ਸਕੂਲਾਂ ਦੇ ਵਿੱਚ ਜਾਂ ਅਸੀਂ ਹੋਟਲਾਂ ਦੇ ਵਿੱਚ ਉਹਨਾਂ ਨੂੰ ਠਹਿਰਾ ਸਕਦੇ ਹਾਂ, ਉਹਨਾਂ ਨੂੰ ਸ਼ੈਲਟਰ ਵੀ ਫ੍ਰੀ ਦੇ ਸਕਦੇ ਹਾਂ, ਉਹਨਾਂ ਨੂੰ ਖਾਣ ਲਈ ਵੀ ਉਹਨਾਂ ਨੂੰ ਪੈਸੇ ਵੀ ਦੇ ਸਕਦੇ ਹਾਂ। ਤੇ ਫਿਰ ਉਹ ਜਿਹੜੀਆਂ ਸਿੱਖ ਫੈਮਲੀਆਂ ਹੈਗੀਆਂ ਇਸ ਵੇਲੇ, ਚਾਹੇ ਉੱਥੇ ਕਹਿ ਲਓ ਕੁਛ ਘੱਟ ਗਿਣਤੀ ਹਿੰਦੂ ਫੈਮਲੀਆਂ ਹੈਗੀਆਂ, ਉਹਨਾਂ ਨੂੰ ਵੀ ਲਿਆਂਦਾ ਜਾ ਸਕਦਾ ਆ ਹਿਊਮਨਿਟੇਰੀਅਨ ਵੇਸ ਤੇ ਜੀ। ਤੇ ਦੂਜੀ ਗੱਲ ਮੈਂ ਕਰਨੀ ਚਾਹੁੰਦਾ ਜੀ, ਕੁਛ ਵੀਰ ਜੀ ਅਸਲ ਚ ਏਅਰ ਤੇ ਆ ਕੇ ਚਾਹੇ ਢਿੱਲੋਂ ਵੀ ਅੱਛੀ ਆ, ਚਾਹੇ ਕੋਈ ਹੋਰ ਪੱਤਰਕਾਰ ਹੈ, ਉਹ ਉੱਥੇ ਦੇ ਸਿਸਟਮ ਦੀ ਗੱਲ ਕਰਦੇ, ਕਿਉਂਕਿ ਹਲੇ ਜੋ ਸਿਸਟਮ ਮੌਜੂਦਾ ਹੁੰਦਾ ਉਹਨਾਂ ਨੇ ਉਹਦੇ ਹਿਸਾਬ ਨਾਲ ਗੱਲ ਕਰਨੀ ਹੁੰਦੀ ਹੈ ਜੀ। ਤੇ ਕਈ ਵੀਰ ਕ੍ਰਿਟੀਸਾਈਜ਼ ਕਰਦੇ ਆ, ਇਸ ਸਿਸਟਮ ਤੋਂ ਬਾਹਰ ਕੋਈ ਨਹੀਂ ਬੰਦਾ ਜਾ ਸਕਦਾ, ਸਾਡੀ ਸੋਚ ਵੱਖਰੀ ਹੋ ਸਕਦੀ ਹੈ। ਜਿਵੇਂ ਅਸੀਂ ਚਾਹੁੰਦੇ ਹਾਂ ਵੀ ਸਾਡਾ ਕੋਈ ਇੰਡੀਪੈਂਡੈਂਟ ਜਿਹੜਾ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਸਾਨੂੰ ਮਿਲਣਾ ਚਾਹੀਦਾ ਆ, ਉਹਦਾ ਰੀਚ ਨਹੀਂ ਆ। ਕੋਈ ਨਹੀਂ ਚਾਹੁੰਦਾ ਜੀ ਆਪਣੇ ਘਰੋਂ ਅਸੀਂ ਮਰ ਲਈ ਤੁਰੀਏ ਤੇ ਮੁੜ ਕੇ ਸ਼ਹੀਦ ਹੋ ਜਾਈਏ ਤੇ ਸਾਡੇ ਪਰਿਵਾਰ ਰੌਲਣ। ਉਹ ਮਜਬੂਰੀਆਂ ਹੁੰਦੀਆਂ ਨੇ ਜੀ। ਇਹਦੇ ਮੂਵਮੈਂਟ ਜਿਹੜੀ ਪਿੱਛੇ ਚੱਲੀ ਸੀ ਉਹਦੇ ਵਿੱਚ ਡਾਕਟਰ, ਉਹਦੇ 'ਚ ਇੰਜੀਨੀਅਰਿੰਗ, ਉਹਦੇ 'ਚ ਬਹੁਤ ਪੜ੍ਹੇ ਲਿਖੇ ਲੋਕ ਵੀ ਇਨਵੋਲਵ ਹੋਏ ਆ, ਜਿਨ੍ਹਾਂ ਦੇ ਵਿੱਚੋਂ ਹਾਲੇ ਵੀ ਜਗਦੀ ਜਿਹੜੇ ਹੈਗੇ ਨੇ ਦਲਜੀਤ ਸਿੰਘ ਬਿੱਟੂ ਬੜੇ ਪੜ੍ਹੇ ਲਿਖੇ ਸੀਗੇ, ਉਹ ਲੁਧਿਆਣਾ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ, ਉਹ ਕੁੱਕੀ ਸੁੱਕੀ ਹੋਣੀ ਵੀ ਲਾ ਲਓ, ਬੜੇ ਪੜ੍ਹੇ ਸੁਲਝੇ ਹੋਏ ਸੀ। ਪਰ ਜਦੋਂ ਸਿਸਟਮ ਤੁਹਾਨੂੰ ਇਨਸਾਫ ਨਹੀਂ ਮਿਲਦਾ
ਤਾਂ ਅਖੀਰ ਤੇ ਫਿਰ ਬੰਦਾ ਕਹਿੰਦਾ ਵੀ ਸਾਨੂੰ ਇਨਸਾਫ ਨਹੀਂ ਮਿਲਣਾ ਤਾਂ ਸਾਨੂੰ ਇੰਨਾ ਲੈਣਾ ਪੈਣਾ ਆ, ਕਿਉਂਕਿ ਜਦੋਂ ਧੱਕਾ ਹੁੰਦਾ ਆ, ਜਿਹੜਾ ਸਿੱਖ ਕੌਮ ਦੇ ਨਾਲ ਆਜ਼ਾਦੀ ਦੇ ਟਾਈਮ ਵਾਅਦਾ ਕੀਤਾ ਗਿਆ ਸੀਗਾ ਪੰਡਿਤ ਨਹਿਰੂ ਵੱਲੋਂ ਵੀ ਤੁਹਾਨੂੰ ਵੀ ਇੱਕ ਇਹੋ ਜਿਹਾ ਖਿੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਨਿੰਗ ਮਾਣ ਸਕੋਗੇ, ਪਰ ਉਹਦੇ ਉਲਟ ਸਾਨੂੰ ਸੰਵਿਧਾਨ ਦੇ ਵਿੱਚ ਜਰਾਮ ਪੇਸ਼ਾ ਕੌਮ ਲਿਖ ਦਿੱਤਾ ਗਿਆ। ਬਿਲਕੁਲ ਜੀ। ਹਾਲਾਂਕਿ ਅਸੀਂ 90% ਕੁਰਬਾਨੀਆਂ ਕੀਤੀਆਂ ਸੀ। ਮੈਂ ਹੁਣ ਕੈਨੇਡਾ ਵਿੱਚ ਬੈਠਾ ਜੀ, ਜਿਹੜੇ ਕਈ ਮੂਵਮੈਂਟ ਨੂੰ ਜਿਹੜੀ ਚੱਲੀ ਆ ਗਲਤ ਕਹਿੰਦੇ ਆ, ਮੈਂ ਕੈਨੇਡਾ 'ਚ ਬੈਠਾ ਜੀ, ਮੇਰੇ ਬੱਚਿਆਂ ਨੂੰ ਜੇ ਮੇਰਾ ਬੱਚਾ ਡਿਜ਼ਰਵ ਕਰਦਾ ਉਹਨੂੰ ਨੌਕਰੀ ਮਿਲਦੀ, ਉੱਥੇ ਇਹ ਨਹੀਂ ਦੇਖਿਆ ਜਾਂਦਾ ਵੀ ਇਹ ਵਾਈਟ ਸਕਿਨ ਨੂੰ ਦੇਣੀ ਆ ਜਾਂ ਇਹ ਬਲੈਕ ਨੂੰ ਦੇਣੀ ਆ ਜਾਂ ਕ੍ਰਿਸਚਨ ਨੂੰ ਪਹਿਲਾਂ ਦੇਣੀ ਆ। ਤੇ ਮੇਰਾ ਸਿਰ ਨਹੀਂ ਫਿਰਿਆ ਹੈਗਾ ਜੀ, ਮੈਂ ਘਰ ਛੱਡ ਕੇ ਮੂਵਮੈਂਟ ਚਲਾਵਾਂ, ਕਿਉਂਕਿ ਮੈਨੂੰ ਸਰਕਾਰ ਮੈਨੂੰ ਜਿੱਦਾਂ ਦੇ ਇੱਥੇ ਦੇ ਰਹਿਣ ਵਾਲਿਆਂ ਨੂੰ ਸਹੂਲਤਾਂ ਦੇ ਰਹੀ ਹੈ ਉਹੀ ਮੇਰੇ ਤੇ ਮੇਰੇ ਪਰਿਵਾਰ ਨੂੰ ਦੇ ਰਹੀ ਹੈ। ਬਿਲਕੁਲ ਜੀ। ਜਦੋਂ ਕਿਤੇ ਧੱਕਾ ਹੁੰਦਾ ਜੀ, ਮੂਵਮੈਂਟ ਉਦੋਂ ਚੱਲਦੀਆਂ, ਜਿਹੜੀ ਨਕਸਲਵਾੜੀ ਲਹਿਰ ਚੱਲੀ ਸੀਗੀ ਉਸ ਟਾਈਮ ਤੇ ਪੰਜਾਬ ਦੇ ਵਿੱਚ ਬਾਦਲ ਨੇ ਝੂਠੇ ਮੁਕਾਬਲੇ ਬਣਾ ਕੇ ਉਹ ਨੌਜਵਾਨ ਵੀ ਮਾਰੇ ਸੀ, ਤੇ ਉਹੀ ਮੂਵਮੈਂਟ ਜੀ ਬਾਅਦ ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆ ਆਲ ਇੰਡੀਆ ਸਿੱਖ ਫੂਡ ਫੈਡਰੇਸ਼ਨ ਦੇ ਵਿੱਚ ਕਨਵਰਟ ਹੋ ਗਈ ਸੀਗੇ, ਉਹੀ ਨੌਜਵਾਨ ਸੀਗੇ, ਉਹਨਾਂ ਨੇ ਫਿਰ ਉਹ ਯੁੱਧ ਲੜਿਆ ਕਿਉਂਕਿ ਸਰਕਾਰਾਂ ਤੋਂ ਜਿਹੜਾ ਮੌਜੂਦਾ ਸਿਸਟਮ ਨੂੰ ਨਿਆਂ ਨਹੀਂ ਸੀ ਮਿਲਿਆ ਜੀ। ਅੱਜ ਵੀ ਉਹੀ ਹੈ ਜੀ, ਬਹੁਤ ਥਾਂ ਧੱਕੇ ਹੁੰਦੇ ਆ, ਚਾਹੇ ਜੰਮੂ ਕਸ਼ਮੀਰ ਲੈ ਲਓ, ਕਿਤੇ ਵੀ ਲੈ ਲਓ, ਜਿਹੜਾ ਸਹੀ ਇਨਸਾਨ ਆ ਹੁਣ ਅਸਨਾ ਹੈਗਾ ਖੜਾ ਉਹ ਜ਼ਰੂਰ ਦਾ ਨਾਰਾ ਮਾਰਦਾ ਜੀ ਜਿੱਥੇ ਵੀ ਕੋਈ ਗਲਤ ਹੁੰਦਾ ਆ ਜੀ। ਤੇ ਮੇਰਾ ਕਹਿਣ ਦਾ ਭਾਵ ਇਹ ਜੀ, ਅਸੀਂ ਇਹ ਚੀਜ਼ ਮੈਂ ਮੂਵਮੈਂਟ ਆਪਣੀ ਅੱਖਾਂ ਨਾਲ ਦੇਖੀ ਆ ਤੇ ਉਹ ਚ ਇਨਵੋਲਵ ਵੀ ਰਿਹਾ ਤੇ ਸਰੀਰ ਤੇ ਹੰਡਾਇਆ ਹੋਇਆ ਜੀ। ਤੇ ਉਸ ਮੂਵਮੈਂਟ ਨੂੰ ਬਦਨਾਮ ਕਰਨ ਵਾਸਤੇ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਆ ਉਹ ਆਪਣੀ ਏਜੰਸੀਆਂ ਦੇ ਬੰਦੇ ਜਾਂ ਕੈਟਾਂ ਬਦਨਾਮ ਕਰਨ ਨੂੰ ਵਿੱਚ ਵਾਰਦੀਆਂ ਨੇ, ਪਰ ਜਿਹੜੇ ਵੀਰ ਇੱਥੇ ਕਈ ਬਣੇ ਬੜੇ ਵਧੀਆ ਬੁਲਾਰੇ ਬੋਲ ਸਕਦੇ, ਬਹੁਤ ਵਧੀਆ ਬੋਲ ਲੈਂਦੇ ਨੇ, ਪਰ ਉਹਨਾਂ ਨੇ ਪ੍ਰੈਕਟੀਕਲ ਬਹੁਤ ਘੱਟ ਦੇਖਿਆ ਜੀ। ਉੱਥੇ ਕੋਈ ਜਿਹੜਾ ਪਰਿਵਾਰਾਂ ਉੱਜੜ ਗਏ ਆ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਸ਼ਹੀਦ ਹੋ ਗਏ, ਮੁੜ ਕੇ ਕਿਸੇ ਨੇ ਸਾਰ ਨਹੀਂ ਲਈ, ਤੇ ਜੇ ਬੰਦਾ ਕੋਈ ਟੱਚ ਉਹਦੇ ਵਾਸਤੇ ਕੁਛ ਕਰਦਾ, ਜਿਵੇਂ ਬਲਵੰਤ ਸਿੰਘ ਪੱਖੋ ਕੇ, ਮੈਂ ਕਹਿੰਦਾ ਕੋਈ ਇੱਕ ਚੱਲ ਵੀ ਜਿਹੜਾ ਹਿੱਸਾ ਪਾਉਂਦਾ ਨਾ ਕਿਸੇ ਉਹ ਪਰਿਵਾਰ ਨੂੰ ਸਾਂਭਣ ਵਾਸਤੇ ਜਾਂ ਉਹਨਾਂ ਦੀ ਮਦਦ ਕਰਨ ਵਾਸਤੇ ਜਾਂ ਮੂਵਮੈਂਟ ਲਈ, ਮੈਨੂੰ ਸਲੂਟ ਹੈ ਉਸ ਹਰ ਵੀਰ ਨੂੰ, ਮੈਂ ਕ੍ਰਿਟੀਸਾਈਜ਼ ਨਹੀਂ ਕਰਦਾ ਜੀ। ਮੈਂ ਢਿੱਲੋਂ ਵੀਰ ਨੂੰ ਵੀ ਸਲੂਟ ਕਰਦਾ ਕਿਉਂਕਿ ਮੌਜੂਦਾ ਹਾਲਾਤ ਦੇ ਸਿਸਟਮ ਦੇ ਹਿਸਾਬ ਨਾਲ ਬਹੁਤ ਵਧੀਆ ਨਿਰਪੱਖ ਨਿਊਜ਼ ਲੈ ਕੇ ਆਉਂਦੇ ਆ। ਮੈਂ ਵੀ ਕਰੇ, ਹਾਲਾਂਕਿ ਹੋ ਸਕਦਾ ਮੇਰੀ ਸੋਚਣੀ ਢਿੱਲੋਂ ਵੀ ਦੀ ਡਿਫਰੈਂਟ ਹੋ ਸਕਦੀ ਆ, ਅਸੀਂ ਆਜ਼ਾਦੀ ਚਾਹੁੰਦੇ ਆ ਕਿਉਂਕਿ ਸਾਡੇ ਨਾਲ ਧੱਕਾ ਹੋਇਆ ਆ, ਸਾਡੀ ਬਹੁਤ ਸਾਰੀ ਕੌਮ ਮਾਰ ਦਿੱਤੀ ਗਈ ਆ, ਪਹਿਲਾਂ ਜਿਹੜੀ ਸੀਗੀ ਝੂਠੇ ਮੁਕਾਬਲੇ ਚ, ਤੇ ਦੂਜਾ ਜਿਹੜਾ ਦੌਰ ਚੱਲਿਆ ਉਹ ਨਸ਼ੇ ਨਾਲ ਮਾਰ ਦਿੱਤੀ ਗਈ ਆ ਨੌਜਵਾਨ ਪੀੜ੍ਹੀ। ਸਾਨੂੰ ਹਿੰਦੁਸਤਾਨ ਦੇ ਸਿਸਟਮ ਤੋਂ ਅੱਜ ਤੱਕ ਇਨਸਾਫ ਨਹੀਂ ਮਿਲਿਆ, ਔਰ ਸਾਨੂੰ ਕੋਈ ਵੀ ਉਦਾਂ ਦਾ ਆਜ਼ਾਦ ਖਿੱਤਾ ਨਹੀਂ ਮਿਲਿਆ ਜੋ ਸਾਡੇ ਨਾਲ ਵਾਅਦਾ ਕੀਤਾ ਗਿਆ ਸੀਗਾ। ਤੇ ਮੈਂ ਦੱਸ ਦੇਣਾ ਚਾਹੁੰਦਾ ਕਿਉਂਕਿ ਸਾਡੀ ਜਿਹੜੀ ਜਥੇਬੰਦੀਆਂ ਦੀ ਕਮਜ਼ੋਰੀ ਆ ਜੀ, ਅਸੀਂ ਸਹੀ ਤਰ੍ਹਾਂ ਪ੍ਰਚਾਰ ਨਹੀਂ ਸਕੇ। ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਖਾਲਿਸਤਾਨ ਨਹੀਂ ਮੰਗਿਆ ਸੀ, ਜਿਹੜੇ ਅਕਾਲੀ ਸਰਕਾਰ ਉਦੋਂ ਸੀਗੀ ਓਪੋਜੀਸ਼ਨ, ਸਿਰਫ ਅਨੰਦਪੁਰ ਸਾਹਿਬ ਦਾ ਮਤਾ ਸੀਗਾ, ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੀ ਸੀਗੀਆਂ ਵੱਧ ਅਧਿਕਾਰਾਂ ਦੀ ਗੱਲ ਸੀ ਜੀ। ਖਾਲਿਸਤਾਨ ਦਾ ਤਾਂ ਸਾਡੇ ਮੂੰਹ 'ਚ ਲਫ਼ਜ਼ ਧੱਕਿਆ ਗਿਆ ਤੇ ਸੰਤਾਂ ਨੇ ਵੀ ਕਿਹਾ ਸੀ ਵੀ ਅਸੀਂ ਖਾਲਿਸਤਾਨ ਨਹੀਂ ਚਾਹੁੰਦੇ, ਪਰ ਜੇ ਸਾਨੂੰ ਦਿੱਤਾ ਜਾਊਗਾ ਤਾਂ ਅਸੀਂ ਨਾ ਵੀ ਨਹੀਂ ਕਰਨੀ, ਸਾਨੂੰ 47 ਵਾਲੀ ਗਲਤੀ ਨਹੀਂ ਕਰਾਂਗੇ ਜੀ। ਸੋ ਆਪਾਂ ਆਪਣੇ ਤਰੀਕੇ ਹੁੰਦੇ ਜੀ ਲੜਨ ਦੇ। ਮੈਂ ਹਰ ਇੱਕ ਬੰਦੇ ਦੀ ਜਿਹੜਾ ਆਜ਼ਾਦੀ ਚਾਹੁੰਦਾ ਉਹਦੀ ਸਪੋਰਟ ਕਰਦਾ ਆ, ਪਰ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ। ਮੈਂ ਹਰ ਇੱਕ ਨੂੰ ਸਲੂਟ ਕਰਦਾ ਜੀ, ਢਿੱਲੋਂ ਵੀਰ ਨੂੰ ਸਲੂਟ ਕਰਦਾ, ਕਿਉਂਕਿ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਉਸ ਸਿਸਟਮ ਵਿੱਚ ਰਹਿਣਾ, ਉਹਨਾਂ ਨੂੰ ਸਿਸਟਮ ਦੀ ਗੱਲ ਕਰਨੀ ਪੈਣੀ ਆ, ਉਸ ਸਿਸਟਮ ਤੋਂ ਜਿਹੜੀਆਂ ਉਹਨਾਂ ਨੂੰ ਲੋੜਾਂ ਵੀ ਪੂਰੀਆਂ ਕਰਨੀਆਂ ਪੈਣੀਆਂ। ਹਾਂ, ਆਪਣੀ ਸੋਚ ਜ਼ਰੂਰ ਰੱਖੋ ਵੀ ਅਸੀਂ ਆਜ਼ਾਦ ਹੋਣਾ। ਮੈਂ ਬਸ ਠੀਕ ਹਾਂ। ਧੰਨਵਾਦ ਜੀ, ਧੰਨਵਾਦ ਵੀਰ ਜੀ, ਬੜੇ ਵਧੀਆ ਵਿਚਾਰ ਸੀਗੇ ਜੀ। ਆਪਣੇ ਨਾਲ WhatsApp ਤੇ ਵੀਰ ਜਿਹੜੇ ਉਹਨਾਂ ਦੇ ਵੀ ਸਵਾਲ ਲੈਣੇ ਆਪਾਂ। ਇਸ ਦੇ ਨਾਲ ਹੀ ਮੈਂ ਜਾਣਕਾਰੀ ਦੇਣੀ ਚਾਹੁੰਦਾ ਜੀ, ਜੇ ਤੁਸੀਂ ਜੌਬ ਦੀ ਭਾਲ ਵਿੱਚ ਹੋ ਤਾਂ JB ਟਰਾਂਸਪੋਰਟ ਨੂੰ ਕਾਲ ਕਰ ਸਕਦੇ ਹੋ। GT ਦੇ ਵਿੱਚ ਹੈ ਜੀ, ਬਹੁਤ ਵਧੀਆ ਪੇਜ ਦਿੱਤੀ ਜਾਂਦੀ 905 792 5100। ਤੇ ਜੇ ਕੋਈ ਟਰਾਂਸਪੋਰਟ ਕੰਪਨੀ ਜਾਂ ਹੋਰ ਕੋਈ ਤੁਸੀਂ ਬਿਜ਼ਨਸ ਖੋਲਣਾ ਚਾਹੁੰਦੇ ਹੋ ਤੇ JD ਫੈਕਟਰ ਦਾ ਨਾਂ ਯਾਦ ਰੱਖੋ। ਫਿਊਲ ਕਾਰਡ ਵੀ ਦਿੰਦੇ ਆ ਜੀ 514 694 8721। ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ, ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਸਟੂਡੈਂਟ ਜਾਂ ਵਿਜ਼ਟਰ ਹੋ, ਕੋਈ ਵੀ ਕਿਸੇ ਤਰ੍ਹਾਂ ਵੀ ਆਏ ਹੋ, 416 670 3173 ਤੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਟਰੱਕ ਟ੍ਰੇਲਰ ਖਰਾਬ ਹੋ ਗਿਆ ਜੀ ਨਾਰਥ ਅਮਰੀਕਾ ਦੇ ਵਿੱਚ, ਕਿੰਗਟੋਂਗ ਦਾ ਨਾਂ ਯਾਦ ਰੱਖੋ। ਸੁੱਖਾ ਢੇਸੀ ਨੂੰ ਕਾਲ ਕਰ ਲਓ 416 677 2222। ਕਿਸੇ ਵੀ ਤਰ੍ਹਾਂ ਦੀ ਤੁਸੀਂ ਫੈਕਟਰੀ ਬਣਾਉਣੀ ਹੋ, ਗਰਾਜ ਬਣਾਉਣੀ ਹੋ, ਕਾਲ ਸਟੀਲ ਭਾਈ ਜਸਵਿੰਦਰ ਸਿੰਘ ਨੂੰ ਕਾਲ ਕਰ ਸਕਦੇ ਹੋ 416 816 9333 ਤੇ ਨਾਲ ਹੀ ਡਾਇਮੰਡ ਟਰੱਕ ਰਿਪੇਅਰ ਹੈ ਜੀ ਮੌਂਟਰੀਅਲ ਦੇ ਵਿੱਚ। ਤੁਸੀਂ ਜਾਣਦੇ ਹੋ ਕਿਸੇ ਵੀ ਤਰ੍ਹਾਂ ਦੀ ਟਰੱਕ ਟ੍ਰੇਲਰ ਖਰਾਬ ਹੋ ਗਿਆ, ਕਾਲ ਕਰ ਸਕਦੇ ਹੋ ਭਾਈ ਜਸਵੀਰ ਸਿੰਘ ਨੂੰ 450 934 29 57 ਤੇ ਨਾਲ ਹੀ ਪ੍ਰੋਜਨ ਆਟੋ ਕਲੀਜ਼ਨ। GT ਦੇ ਵਿੱਚ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਜਾਂਦਾ, ਹਰੇਕ ਇੰਸ਼ੋਰੈਂਸ ਕੰਪਨੀ ਦੇ ਨਾਲ ਗੱਲਬਾਤ ਕਰਦੇ ਆ ਜੀ 416 857 5700 ਤੇ। ਹਾਂਜੀ ਵੀਰ ਜੀ, WhatsApp ਤੇ ਆ ਤੁਸੀਂ, ਕਾਲ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਚੰਦੂ ਸਾਹਿਬ, ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਫਿਰ
ਹਜੂਰ ਸਾਹਿਬ ਦੇ ਸ਼ਰਧਾਲੂਆਂ ਦੀ ਕਰਾਂਗੇ ਜੀ। ਹਜੂਰ ਸਾਹਿਬ ਦੇ ਸ਼ਰਧਾਲੂਆਂ ਨੂੰ ਪਹਿਲਾਂ ਤਾਂ ਦੇਖੋ ਜੀ ਉੱਥੋਂ ਮਹੀਨਾ ਸਵਾ ਮਹੀਨਾ ਤੱਕ ਲੈ ਕੇ ਨਹੀਂ ਆਂਦਾ, ਤੇ ਲਿਆਂਦਾ ਤਾਂ ਉਹਨਾਂ ਨੂੰ ਲਿਆਉਣ ਵਾਸਤੇ ਸਿਆਸਤ ਕੀਤੀ ਗਈ, ਆਪਦੇ ਸਿਰ ਸਿਹਰਾ ਲੈਣ ਵਾਸਤੇ ਇੱਕ ਦੂਜੇ ਦੇ ਵਿੱਚ ਹੋੜ ਲੱਗੀ ਜੀ। ਜਦੋਂ ਕਿ ਅਕਾਲੀ ਦਲ ਦਾ ਭਾਈਵਾਲੀ ਹੈਗੀ ਹੈ ਬੀਜੇਪੀ ਨਾਲ, ਤੇ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ, ਤੇ ਉਹਨਾਂ ਨੂੰ ਬੇਨਤੀ ਕਰਕੇ ਕਿਸੇ ਵੀ ਮਤਲਬ ਕਿ ਪ੍ਰਬੰਧ ਕਰਕੇ ਉਹਨਾਂ ਨੂੰ ਲਿਆਇਆ ਜਾ ਸਕਦਾ ਸੀ ਜੀ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲਿਆਂਦਾ ਗਿਆ ਤੇ ਉਹਨਾਂ ਨੂੰ ਥਾਂ ਥਾਂ ਦੇ ਉੱਤੇ ਰੋਲਿਆ ਗਿਆ ਜੀ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਬੱਸਾਂ ਦੇ ਵਿੱਚ ਲਿਆ ਕੇ ਉੱਥੇ ਛੱਡਿਆ ਗਿਆ, ਉਹਨਾਂ ਦੀ ਕੋਈ ਪੁੱਛ ਗਿੱਛ ਨਹੀਂ ਕੀਤੀ ਗਈ ਜੀ। ਉਸ ਤੋਂ ਇਲਾਵਾ ਜੀ ਸਿੱਖਾਂ ਦੀਆਂ ਭਾਵਨਾਵਾਂ ਦੇ ਉਲਟ ਉਹਨਾਂ ਨੂੰ ਰਾਧਾ ਸਵਾਮੀ ਡੇਰਿਆਂ ਦੇ ਵਿੱਚ ਰੱਖਿਆ ਗਿਆ ਜੀ। ਤੇ ਇੱਕ ਜਗ੍ਹਾ ਤੇ ਉੱਥੋਂ ਸਰਦਾਰ ਬਲਦੇਵ ਸਿੰਘ ਸਰਸਾ ਨੇ ਆਪਦੀ ਵੀਡੀਓ ਵੀ ਜਾਰੀ ਕੀਤੀ ਹੈ, ਜਿੱਥੇ ਕਿ ਉਹ ਸ਼ਰਧਾਲੂ ਦੱਸਦੇ ਆ ਜੀ ਵੀ ਸਾਨੂੰ 2 ਦਿਨ ਤਾਂ ਥੋੜਾ ਬਹੁਤ ਇਹਨਾਂ ਨੇ ਰੋਟੀ ਪਾਣੀ ਦਿੱਤਾ, ਤੇ ਜਦੋਂ ਕੁਝ ਬੰਦੇ ਟੈਸਟਾਂ ਦੇ ਵਿੱਚ ਉੱਥੇ ਕੋਈ ਪੋਜ਼ਿਟਿਵ ਆ ਗਏ ਤਾਂ ਉਹ ਜਿਹੜੇ ਰਾਧਾ ਸਵਾਮੀਆਂ ਦੇ ਬੰਦੇ ਸੀਗੇ ਡੇਰਿਆਂ ਵਿੱਚ ਲੱਗੇ ਹੋਏ, ਉਹ ਉੱਥੋਂ ਛੱਡ ਕੇ ਭੱਜ ਗਏ ਜੀ। ਤੇ ਇਹ ਹਾਲਤ ਸਾਡੇ ਨਾਲ ਹੋ ਰਹੀ ਹੈ ਜੀ। ਤੇ ਕੱਲ ਤੱਕ ਤਾਂ ਬੜੇ ਸਾਡੇ ਸਿੱਖਾਂ ਦੇ ਜਿਹੜੇ ਸ਼ਰਧਾਲੂਆਂ ਦੇ ਵਿੱਚ, ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੇ ਵਿੱਚ ਪੋਜ਼ਿਟਿਵ ਕੇਸ ਆ ਰਹੇ ਸੀ, ਤੇ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਵੀ ਇੱਕ ਸਾਜ਼ਿਸ਼ ਹੈ, ਤੇ ਉੱਥੋਂ ਹਜ਼ੂਰ ਸਾਹਿਬ ਦੇ ਸੰਤਾਂ ਨੇ ਵੀ, ਬਾਬਾ ਜੀ ਨੇ ਵੀ ਕਿਹਾ ਵੀ ਇੱਥੋਂ ਸਾਰੇ ਕੇਸ ਹੈ ਜਿਹੜੇ ਟੈਸਟ ਕਰਕੇ ਭੇਜੇ ਗਏ ਹੈ, ਤੇ ਪੂਰੇ ਨੰਦੇੜ ਸਾਹਿਬ ਦੇ ਵਿੱਚ ਸਿਰਫ 2 ਕੇਸ ਪੋਜ਼ਿਟਿਵ ਸੀਗੇ ਜਦੋਂ ਇਹਨਾਂ ਨੂੰ ਭੇਜਿਆ ਜੀ। ਤਾਂ ਇੱਕਦਮ ਇੱਥੇ ਆ ਕੇ ਕਿਵੇਂ ਇੰਨੇ ਜ਼ਿਆਦਾ ਪੋਜ਼ਿਟਿਵ ਆ ਗਏ, ਤੇ ਅੱਜ ਗਿਣਤੀ ਫੇਰ ਘਟ ਗਈ ਜੀ ਇੱਕਦਮ, ਅੱਜ ਕੋਈ ਕੇਸ ਨਵਾਂ ਨਹੀਂ ਆਇਆ ਜੀ। ਹਾਂਜੀ, ਧੰਨਵਾਦ ਜੀ। ਧੰਨਵਾਦ ਜੀ। ਢਿੱਲੋਂ ਸਾਹਿਬ, ਦੇਖੋ ਗੱਲ ਜੋ ਭਾਈ ਸਾਹਿਬ ਨੇ ਕੀਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਲੋਕ ਜਿਹੜੇ ਹੈਗੇ ਸਾਡੇ ਸਿਆਸਤ ਦਾ ਸ਼ਿਕਾਰ ਹੋਏ ਜੀ। ਮੈਂ ਕੱਲੀ ਗੱਲ ਕਰਨੀ ਚਾਹੂੰ। ਸਭ ਤੋਂ ਪਹਿਲਾਂ ਜਦੋਂ ਲਾਕਡਾਊਨ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨੇ, ਤੇ ਪ੍ਰਧਾਨ ਮੰਤਰੀ ਨੇ ਉਦੋਂ ਇਹ ਅਪੀਲ ਕੀਤੀ ਸੀ, ਇਹ ਬੇਨਤੀ ਕੀਤੀ ਸੀ ਕਿ ਜਿਹੜੇ ਵੀ ਲੋਕ ਜਿੱਥੇ ਬੈਠੇ ਆ ਉੱਥੇ ਹੀ ਬੈਠੇ ਰਹਿਣ, ਉਹ ਆਪਣੇ ਘਰਾਂ ਨੂੰ ਨਾ ਜਾਣ, ਉੱਥੇ ਹੀ ਬੈਠੇ ਰਹਿਣ। ਲਾਕਡਾਊਨ ਲੱਗ ਗਿਆ ਕਿਉਂਕਿ ਲਾਕਡਾਊਨ ਰਾਤ ਨੂੰ 8 ਵਜੇ ਉਹਨਾਂ ਨੇ ਐਲਾਨ ਕੀਤਾ ਤੇ 12 ਵਜੇ ਉਹ ਸ਼ੁਰੂ ਹੋ ਗਿਆ ਸੀ। 3-3.5 ਘੰਟੇ ਦਾ ਟਾਈਮ ਸੀ। 3.5 ਘੰਟਿਆਂ ਦੇ ਵਿੱਚ ਕੀ ਗੰਜੀ ਨਹਾ ਲੂਗੀ ਤੇ ਕੀ ਗੰਜੀ ਨਿਚੋੜ ਲੂਗੀ। ਹਾਲਤ ਲੱਖਾਂ ਦੀ ਤਾਦਾਦ ਦੇ ਵਿੱਚ ਮਜ਼ਦੂਰ ਆਪਾਂ ਦੇਖਿਆ ਜਿਹੜੇ ਭੁੱਖੇ ਮਰਦੇ ਸੀ ਵਿਚਾਰੇ, ਉਹ ਆਪੋ ਆਪਣੇ ਜਿਹੜੇ ਟਿਕਾਣੇ ਸੀ ਉੱਥੋਂ ਨਿਕਲ ਕੇ ਬਾਹਰ ਆ ਗਏ। ਉਹਨਾਂ ਨੇ ਗੱਡੀਆਂ ਮੋਟਰਾਂ ਲੱਭੀਆਂ, ਨਹੀਂ ਮਿਲੇ, ਪੈਦਲ ਤੁਰ ਕੇ ਕਈ ਵਿਚਾਰੇ ਰਾਹ ਦੇ ਵਿੱਚ ਮਰ ਵੀ ਗਏ। ਆਪਾਂ ਪਿਛਲੇ ਦਿਨਾਂ ਦੀ ਗੱਲ ਕੀਤੀ ਸੀ, ਬੱਚੀ ਆਪਦੇ ਘਰ ਤੋਂ 14 ਕਿਲੋਮੀਟਰ ਦੂਰ ਰਹਿ ਗਈ ਸੀ, ਉਹ ਵੀ ਆ ਕੇ ਮਰ ਗਈ ਸੀ। ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਉਹਦੇ ਵਿੱਚ ਨਾ ਕਿਸੇ ਨੇ ਹਿੰਦੂ ਦੇਖਿਆ, ਨਾ ਸਿੱਖ ਦੇਖਿਆ, ਤੇ ਨਾ ਮੁਸਲਮਾਨ ਦੇਖਿਆ। ਇੱਕ ਤਾਂ ਇਹ ਦੁਖਾਂਤਕ ਪੱਖ ਹੈ। ਦੂਜਾ ਪੱਖ ਇਹਦੇ ਚ ਇਹ ਵੀ ਹੈ ਵੀ ਕਈ ਮਾਮਲਿਆਂ ਦੇ ਵਿੱਚ ਘੱਟ ਗਿਣਤੀਆਂ ਨੂੰ ਭਾਰਤ ਦੇ ਵਿੱਚ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਕਰੋਨਾ ਕਿੰਨਾ ਨੂੰ ਮਾਰ ਦੇ ਵਿੱਚ ਲੈਂਦਾ, ਮੈਨੂੰ ਬੋਲਣ ਦੀ ਲੋੜ ਨਹੀਂ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿੰਨਾ ਪ੍ਰਸਥਿਤੀਆਂ, ਕਿੰਨਾ ਹਾਲਾਤਾਂ ਦੇ ਵਿੱਚ ਇਹ ਗੱਲ ਮੰਨੀ ਹੈ। ਉਹਨੂੰ ਕਹਿਣਾ ਪਏਗਾ ਜਦੋਂ ਖਾੜੀ ਦੇਸ਼ਾਂ ਦਾ ਪ੍ਰੈਸ਼ਰ ਮਿਲ ਹੋਇਆ ਹੈ ਕਿ ਕਰੋਨਾ ਕਦੇ ਧਰਮ ਨਹੀਂ ਦੇਦਾ। ਕਰੋਨਾ ਜਿਹੜਾ ਹੈਗਾ ਉਹ ਬੰਦੇ ਦਾ ਰੰਗ ਰੂਪ ਨਹੀਂ ਦਿੰਦਾ। ਜੋ ਕਰੋਨਾ ਆਪਣੇ ਚਲਾਵੇ ਚ ਲੈਂਦਾ ਉਹ ਸਭ ਨੂੰ ਲੈ ਲੈਂਦਾ ਆਪਣੀ ਲਪੇਟ ਚ। ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਸਾਡੇ ਸ਼ਰਧਾਲੂ ਜਿਹੜੇ ਹਜ਼ੂਰ ਸਾਹਿਬ ਬੈਠੇ ਸੀ, ਉਹਨਾਂ ਨੂੰ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਸੀ, ਉਹਨਾਂ ਨੂੰ ਖਾਣੇ ਦੀ ਕੋਈ ਪ੍ਰੋਬਲਮ ਨਹੀਂ ਸੀ। ਉੱਥੇ ਖਾਣਾ ਵੀ ਮਿਲਦਾ ਸੀ, ਰਹਿਣ ਨੂੰ ਵੀ ਮਿਲਦਾ ਸੀ। ਉਹਨਾਂ ਦੀ ਮਾਨਸਿਕ ਸਥਿਤੀ ਵਾਸਤੇ ਤੇ ਕੀਰਤਨ ਵੀ ਹੁੰਦਾ ਸੀ, ਗੁਰਬਾਣੀ ਦਾ ਪਾਠ ਵੀ ਸੁਣਦੇ ਸੀ। ਉੱਥੇ ਸਾਰੇ ਲੋਕ ਸੇਵਾ ਦੇ ਵਿੱਚ ਵੀ ਪੈਂਦੇ ਸੀ, ਸੇਵਾ ਕਰਦੇ ਸੀ, ਸਭ ਕੁਛ ਸੀ। ਇਹਦੇ ਬਾਵਜੂਦ ਤੁਸੀਂ ਦੇਖਿਆ ਹੋਣਾ ਕਿ ਕਈ ਸਾਰੀਆਂ ਵੀਡੀਓਜ਼ ਉੱਥੋਂ ਆਈਆਂ, ਕਈ ਸਾਰੇ ਭਰਾਵਾਂ ਨੇ ਭੈਣਾਂ ਨੇ ਬੇਨਤੀਆਂ ਕੀਤੀਆਂ ਕਿ ਅਸੀਂ ਇੱਥੇ ਫਸੇ ਬੈਠੇ, ਸਾਨੂੰ ਕੱਢੋ। ਇਹ ਜਦੋਂ ਗੱਲਾਂ ਆਈਆਂ ਤਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਅੱਜ ਮੈਂ ਰਿਪੀਟ ਕਰਨਾ ਕਿ ਸਭ ਤੋਂ ਪਹਿਲਾਂ ਇਹ ਮਾਮਲਾ ਬਿਕਰਮ ਸਿੰਘ ਮਜੀਠੀਆ ਨੇ ਉਠਾਇਆ। ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਕਿ ਮੇਰੇ ਹਲਕੇ ਦੇ ਲੋਕ ਹਜ਼ੂਰ ਸਾਹਿਬ ਫਸੇ ਹੋਏ ਹੈ, ਤੁਸੀਂ ਮੁੱਖ ਮੰਤਰੀ ਹੋਣ ਦੇ ਨਾਤੇ ਜਹਿਦ ਕਰੋ, ਯਤਨ ਕਰੋ, ਉਹਨਾਂ ਬੰਦਿਆਂ ਨੂੰ ਘਰੋਂ ਘਰੀ ਵਾਪਸ ਲੈ ਕੇ ਆਓ। ਮੁੱਖ ਮੰਤਰੀ ਨੇ ਉਹਦੇ ਕਹਿਣ ਦੇ ਉੱਤੇ ਇੱਕ ਸਰਸਰੀ ਦੀ ਚਿੱਠੀ ਲਿਖੀ। ਮੇਰਾ ਖਿਆਲ ਹੈ ਜੇ ਨਾ ਉਹ ਬੋਲਦਾ, ਪ੍ਰੈਸ ਦੇ ਵਿੱਚ ਇਹ ਗੱਲ ਨਾ ਜਾਂਦੀ ਤਾਂ ਸ਼ਾਇਦ ਮੁੱਖ ਮੰਤਰੀ ਨੇ ਉਹਦੀ ਚਿੱਠੀ ਨੂੰ ਬੋਲਣਾ ਨਹੀਂ ਸੀ।
ਕਿ ਚਿੱਠੀਆਂ ਤਾਂ ਆਮ ਤੌਰ 'ਤੇ ਆਪਾਂ ਨੂੰ ਪਤਾ ਵੀ ਅਫਸਰੀ ਪੜ੍ਹਦੇ ਆ, ਕਲਰਕ ਪੜ੍ਹਦੇ ਆ, ਬਾਬੂ ਪੜ੍ਹਦੇ ਆ, ਉਹ ਇੱਕ ਦਫ਼ਤਰ 'ਚੋਂ ਦੂਜੇ ਦਫ਼ਤਰ ਨੂੰ ਭੇਜ ਦਿੰਦੇ ਆ, ਕਿੱਥੇ ਉਹਨਾਂ ਨੂੰ ਕੌਣ ਪੜ੍ਹਦਾ ਪੜ੍ਹਾਉਂਦਾ, ਕਿਹੜਾ ਉਹਦੇ ਉੱਤੇ ਅਮਲ ਹੁੰਦਾ ਹੈ। ਪਰ ਕਿਉਂਕਿ ਮਾਮਲਾ ਪ੍ਰੈਸ ਦੇ ਵਿੱਚ ਆ ਗਿਆ ਸੀ, ਉਹ MLA ਹੈ, ਉਹਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਉਦੋਂ ਤੱਕ ਦੇ ਦਿੱਤੀ, ਲੇਕਿਨ ਉਹ ਚਿੱਠੀ ਰਹੀ ਜਿਹਦੇ 'ਚ ਅਮਲ ਨਹੀਂ ਹੋਇਆ। ਫਿਰ 12 ਅਪ੍ਰੈਲ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਇੱਕ ਚਿੱਠੀ ਲਿਖਦੀ ਹੈ, ਚਿੱਠੀ ਲਿਖੀ ਕਿਹਨੂੰ ਹੈ? ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਤੇ ਅਮਿਤ ਸ਼ਾਹ ਜੀ ਮੇਰੇ ਭਾਈਚਾਰੇ ਦੇ ਲੋਕ ਇੱਥੇ ਫਸੇ ਬੈਠੇ ਹੈ, ਇਹਨਾਂ ਨੂੰ ਇੱਥੋਂ ਪੰਜਾਬ ਭਿਜਵਾਉਣ ਦਾ ਪ੍ਰਬੰਧ ਕੀਤਾ ਜਾਵੇ। 12 ਤਾਰੀਖ ਨੂੰ ਉਹ ਬੀਬੀ ਚਿੱਠੀ ਲਿਖਦੀ ਹੈ। 24 ਤਾਰੀਖ ਨੂੰ ਇਹ ਪਤਾ ਲੱਗਦਾ ਕਿ ਉੱਥੋਂ ਪ੍ਰਵਾਨਗੀ ਮਿਲ ਗਈ ਕੁਛ ਲੋਕਾਂ ਨੂੰ ਕਿ ਤੁਸੀਂ ਜਾਓ, ਤੇ ਕੁਛ ਲੋਕਾਂ ਨੂੰ ਭੇਜਣ ਦਾ ਪ੍ਰਬੰਧ ਹੋ ਗਿਆ। ਚੰਦੀ ਸਾਹਿਬ ਯਾਦ ਕਰੋ, ਮੈਂ ਉਦੋਂ ਵੀ ਕਿਹਾ ਸੀ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਸੂਚਨਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਤੇ ਦਿੱਤੀ ਕਿ ਹਾਂ ਸਾਡੇ ਲੋਕਾਂ ਨੂੰ ਪ੍ਰਵਾਨਗੀ ਮਿਲ ਗਈ, ਉੱਥੋਂ ਤੁਰਨਗੇ। ਤੇ ਬੀਬੀ ਹਰਸਿਮਰਤ ਕੌਰ ਨੇ 12, 15, 24 ਮਿੰਟਾਂ ਦੇ ਵਿੱਚ ਹੀ 24 ਮਿੰਟ ਬਾਅਦ 24 ਮਿੰਟਾਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਟਵੀਟ ਕਰਤਾ ਕਿ ਮੈਂ ਇਸ ਵੇਲੇ ਦਿੱਲੀ ਆਈ ਹੋਈ ਹਾਂ, ਉਚੇਚੇ ਤੌਰ ਤੇ ਅਮਿਤ ਸ਼ਾਹ ਦਾ ਧੰਨਵਾਦ ਕਰਨ ਲਈ ਆਈ ਹੋਈ ਹਾਂ ਉਹਦੇ ਦਫ਼ਤਰ ਦੇ ਵਿੱਚ, ਤੁਸੀਂ ਬਹੁਤ ਵਧੀਆ ਕੀਤਾ, ਮੇਰੇ ਭਾਈਚਾਰੇ ਦੇ ਲੋਕਾਂ ਨੂੰ ਪੰਜਾਬ ਭੇਜਣ ਦਾ ਇੰਤਜ਼ਾਮ ਕਰਤਾ। ਬੀਬੀ ਜੀ ਨੇ ਅਗਲੀ ਗੱਲ ਕੀ ਕਹੀ ਸੀ? ਬੀਬੀ ਜੀ ਨੇ ਕਹੀ ਸੀ ਕਿ ਜੀ ਅਕਾਲੀ ਦਲ ਦੀ ਮੁੰਬਈ ਯੂਨਿਟ ਹੈ, ਜਿਹੜੀ ਮੁੰਬਈ ਇਕਾਈ ਹੈ, ਬੱਸਾਂ ਦਾ ਪ੍ਰਬੰਧ ਉਹਨਾਂ ਨੇ ਕਰਤਾ ਤੇ ਉਹ ਬੱਸਾਂ ਦੇ ਰਾਹੀਂ ਆਪਣੇ ਬੰਦੇ ਭੇਜਣਗੇ। ਅੱਜ ਮੈਂ ਜਿਹੜਾ ਪੜ੍ਹਿਆ ਬਿਆਨ ਪੜ੍ਹਿਆ ਹੈ ਗੁਰਿੰਦਰ ਸਿੰਘ ਬਾਬਾ ਜਿਹੜਾ ਹੈਗਾ ਜੀ, ਉਹ ਮੁੰਬਈ ਅਕਾਲੀ ਦਲ ਦਾ ਪ੍ਰਧਾਨ ਹੈ, ਬਹੁਤ ਵੱਡਾ ਹੋਟਲੀਅਰ ਹੈ। ਉਸ ਬੰਦੇ ਨੇ ਕਿਹਾ ਕਿ ਮੈਂ ਜਦੋਂ ਸਾਰਾ ਪ੍ਰਬੰਧ ਹੋ ਗਿਆ ਸੀ 100 ਬੱਸ ਦਾ ਪ੍ਰਬੰਧ ਕੀਤਾ ਸੀ, ਲੇਕਿਨ ਐਨ ਮੌਕੇ ਦੇ ਉੱਤੇ ਆ ਕੇ ਡਰਾਈਵਰਾਂ ਨੇ ਜਵਾਬ ਦਿੱਤਾ, ਫਿਰ 10 ਲੱਖ ਰੁਪਇਆ ਮੈਂ ਆਪਦੀ ਜੇਬ ਤੋਂ ਖਰਚ ਕਰਕੇ 10 ਬੱਸਾਂ ਭੇਜ ਗਏ। ਪਹਿਲੀਆਂ 10 ਬੱਸਾਂ ਦੇ ਵਿੱਚ ਜਿਹੜੇ ਸ਼ਰਧਾਲੂ ਸਾਡੇ ਆਏ ਹੈ, ਉਹ ਸ਼ਰਧਾਲੂ 2 ਥਾਵਾਂ ਤੇ ਪਹੁੰਚੇ ਹੈ ਜਿੱਥੇ ਕੋਰੋਨਾ ਸਭ ਤੋਂ ਪਹਿਲਾਂ ਸਾਹਮਣੇ ਆਇਆ। ਇੱਕ ਪਹੁੰਚਿਆ ਤਰਨਤਾਰਨ ਜ਼ਿਲ੍ਹੇ 'ਚ, ਦੂਜੇ ਪਹੁੰਚੇ ਹੈ ਕਪੂਰਥਲੇ ਦੇ ਫਗਵਾੜਾ ਜ਼ਿਲ੍ਹੇ ਦੇ ਵਿੱਚ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਹਿਲੇ 6 ਬੰਦੇ ਨਿਕਲੇ ਹੈ ਕਿ ਇਹ 6 ਪੋਜ਼ਿਟਿਵ ਹੈ, ਜਿਹੜੇ 6 ਪੋਜ਼ਿਟਿਵ ਆਏ, ਉਹਨਾਂ 6 ਪੋਜ਼ਿਟਿਵਾਂ ਤੋਂ ਫਿਰ ਕਈ ਹੋਰ ਸਾਰੇ ਪੋਜ਼ਿਟਿਵ ਹੋਏ। ਜਿਹੜਾ ਗ੍ਰੀਨ ਜ਼ੋਨ ਦੇ ਵਿੱਚ ਇੱਕ ਵੀ ਕੇਸ ਨਹੀਂ ਸੀ, ਤਰਨਤਾਰਨ ਉੱਥੋਂ ਹੋ ਗਿਆ, ਦੂਜੇ ਪਾਸੇ ਫਗਵਾੜੇ ਤੋਂ ਹੋ ਗਿਆ। ਪੰਜਾਬ ਸਰਕਾਰ ਨੇ ਆਪਣੀਆਂ ਬੱਸਾਂ ਭੇਜੀਆਂ, ਫਿਰ ਉਹਨਾਂ ਬੱਸਾਂ ਦੇ ਵਿੱਚ ਵੀ ਬੰਦੇ ਆਏ। ਹੁਣ ਗੁਰਿੰਦਰ ਸਿੰਘ ਬਾਬਾ ਬਾਰੇ ਮੈਂ ਇੰਨੀ ਕੁ ਤਾਂ ਗੱਲ ਦੱਸ ਕਿ ਉਹ ਬੰਦਾ ਜਿਹੜਾ ਹੈਗਾ ਜੀ, ਉਹ ਮੁੰਬਈ ਅਕਾਲੀ ਦਲ ਦਾ ਪ੍ਰਧਾਨ ਹੈ। ਮੁੰਬਈ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਬਾਵਜੂਦ ਉਹ ਹੈ ਆਪਦੀ ਥਾਂ। ਫਿਰ ਉਹਨੂੰ ਜਿਹੜਾ ਸਾਡਾ ਹਜੂਰ ਸਾਹਿਬ ਦਾ ਬੋਰਡ ਹੈ, ਪ੍ਰਬੰਧਕੀ ਬੋਰਡ ਹੈ, ਉਹਦਾ ਮੀਤ ਪ੍ਰਧਾਨ ਬਣਵਾਇਆ ਗਿਆ। ਮੀਤ ਪ੍ਰਧਾਨ ਬਣਵਾਇਆ ਗਿਆ ਮੈਂ ਕਿਉਂ ਕਹਿਣਾ, ਉਹ ਇਸ ਕਰਕੇ ਕਿ ਉੱਥੇ ਇੱਕ ਸੌਦੇਬਾਜ਼ੀ ਹੋਈ। ਜਿਹੜੀ ਆਪਣਾ ਹਜੂਰ ਸਾਹਿਬ ਦਾ ਬੋਰਡ ਦਾ ਪ੍ਰਧਾਨ ਹੈ, ਉਹ ਬੋਰਡ ਦਾ ਪ੍ਰਧਾਨ ਜਿਹੜਾ ਹੈਗਾ ਉਹਦਾ ਨਾਂ ਹੈਗਾ ਭੁਪਿੰਦਰ ਸਿੰਘ ਮਿਨਹਾਸ। ਤੇ ਭੁਪਿੰਦਰ ਸਿੰਘ ਮਿਨਹਾਸ ਦੀ ਚੋਣ ਨਹੀਂ ਹੋਈ ਵੀ, ਉਹਨੂੰ ਮਹਾਰਾਸ਼ਟਰ ਦੀ ਉਸ ਵੇਲੇ ਦੀ ਸਰਕਾਰ, ਜਿਹੜੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸੀ ਤੇ ਦੇਵੇਂਦਰ ਫਡਨਵੀਸ ਉਹਦਾ ਮੁੱਖ ਮੰਤਰੀ ਸੀ, ਦੇਵੇਂਦਰ ਫਡਨਵੀਸ ਨੇ ਉੱਥੇ ਪ੍ਰਧਾਨ ਦੀ ਜਿਹੜੀ ਹੈ ਕੁਰਸੀ ਉਹ ਰਿਜ਼ਰਵ ਕਰਤੀ ਸੀ ਕਿ ਇਹ ਸਰਕਾਰ ਫੈਸਲਾ ਕਰੂਗੀ ਕਿ ਪ੍ਰਧਾਨ ਕੌਣ ਹੋ। ਤਾਂ ਫਿਰ ਜਿਹੜਾ RSS ਨੂੰ ਮਨਜ਼ੂਰ ਪ੍ਰਧਾਨ ਸੀ ਉਸ ਨੂੰ ਉਹਨਾਂ ਨੇ ਪ੍ਰਧਾਨ ਬਣਾਤਾ। ਜਿਹੜੇ ਹਜੂਰ ਸਾਹਿਬ ਦੇ ਸਿੱਖ ਸੀ, ਆਲੇ ਦੁਆਲੇ ਦੇ ਸਿੱਖ ਸੀ, ਉਹਨਾਂ ਨੇ ਵਿਰੋਧ ਕੀਤਾ ਕਿ RSS ਇਸ ਤਰ੍ਹਾਂ ਪ੍ਰਧਾਨ ਕਿਵੇਂ ਬਣਾਉਣਗੇ, ਇਹ ਗੱਲ ਗਲਤ ਹੈ। ਇੱਥੋਂ ਵੀ ਵਿਰੋਧ ਹੋਇਆ, ਥੋੜੇ ਅਕਾਲੀ ਦਲ ਦੇ ਵਿੱਚੋਂ ਵੀ ਦਬੀਆਂ ਆਵਾਜ਼ਾਂ ਦੇ ਵਿੱਚ ਕੁਝ ਲੋਕਾਂ ਨੇ ਕਿਹਾ ਜੀ ਇਹ ਗੱਲ ਨਹੀਂ ਹੋਣੀ ਚਾਹੀਦੀ, ਤੇ ਬੀਬੀ ਹਰਸਿਮਰਤ ਕੌਰ ਨੂੰ ਚਾਹੀਦਾ ਕਿ ਉਹ ਅਮਿਤ ਸ਼ਾਹ ਨਾਲੇ ਗੱਲ ਕਰੇ ਕਿ ਜੀ ਇਹ ਸਾਡਾ ਸਿੱਖਾਂ ਦਾ ਤਖਤ ਹੈ, ਸਿੱਖ ਆਪਣੀ ਮਰਜ਼ੀ ਨਾਲ ਆਪਦਾ ਪ੍ਰਧਾਨ ਚੁਣਨਗੇ। ਪਰ ਫਿਰ ਇੱਕ ਸੌਦੇਬਾਜ਼ੀ ਹੋਈ, ਸੌਦੇਬਾਜ਼ੀ ਦੇ ਵਿੱਚ ਇਹ ਕਿਹਾ ਕਿ ਤੁਸੀਂ ਆਪਣਾ ਮੀਤ ਪ੍ਰਧਾਨ ਬਣਾ ਲਓ। ਫਿਰ ਜਦੋਂ ਮੀਤ ਪ੍ਰਧਾਨ ਦੀ ਚੋਣ ਹੋਣੀ ਸੀ, ਪ੍ਰਧਾਨ ਨਾਮਜ਼ਦ ਹੋਇਆ, ਮੀਤ ਪ੍ਰਧਾਨ ਦੀ ਚੋਣ ਹੋਣੀ ਹੈ, ਉਸ ਚੋਣ ਦੇ ਵਿੱਚ ਗਿਆ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ। ਸਵੇਰੇ ਜਦੋਂ ਮੀਟਿੰਗ ਹੋਣੀ ਸੀ ਤੇ ਹਜ਼ੂਰ ਸਾਹਿਬ ਦੇ ਸਿੱਖਾਂ ਨੇ ਇਕੱਤਰ ਹੋ ਕੇ ਵਿਰੋਧ ਕੀਤਾ, ਸਵਾਲ ਕੀਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿ RSS ਦੇ ਪ੍ਰਧਾਨ ਦੀ ਅਗਵਾਈ ਹੇਠ ਜਿਹੜੀ ਮੀਟਿੰਗ ਹੋਊਗੀ, ਤੁਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਉਸ ਮੀਟਿੰਗ ਦੇ ਵਿੱਚ ਬੈਠੋਗੇ ਕਿਵੇਂ? ਇਹ ਗੱਲ ਗਲਤ ਹੋ ਰਹੀ ਹੈ।
ਪਰ ਗੋਬਿੰਦ ਸਿੰਘ ਲੌਂਗੋਵਾਲ ਕੀ ਕਰਦਾ? ਕਿਉਂਕਿ ਮਾਲਕਾਂ ਨੇ ਕਿਹਾ ਸੀ ਕਿ ਗੁਰਿੰਦਰ ਸਿੰਘ ਬਾਵਾ ਨੂੰ ਮੀਤ ਪ੍ਰਧਾਨ ਬਣਾਉਣਾ ਤੇ ਗੁਰਿੰਦਰ ਸਿੰਘ ਬਾਵਾ ਨੂੰ ਮੀਤ ਪ੍ਰਧਾਨ ਬਣਾਇਆ। ਗੱਲ ਇੱਥੇ ਨਹੀਂ ਰੁਕੀ। ਗੁਰਿੰਦਰ ਸਿੰਘ ਬਾਵਾ ਨੂੰ ਤਖਤ ਪਟਨਾ ਸਾਹਿਬ ਦੀ ਕਮੇਟੀ ਦਾ ਮੈਂਬਰ ਵੀ ਬਣਵਾਇਆ। ਉੱਥੇ ਤਖਤ ਪਟਨਾ ਸਾਹਿਬ ਦਾ ਪ੍ਰਧਾਨ ਕੌਣ ਹੈ? ਦਿੱਲੀ ਤੋਂ ਅਵਤਾਰ ਸਿੰਘ ਹਿੱਤ, ਉਹ ਵੀ ਬਾਦਲ ਕਹੇ। ਉਹਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਜਿਹੜੀ ਅੰਮ੍ਰਿਤਸਰ ਵਾਲੀ ਹੈ, ਇਸ ਕਮੇਟੀ ਦਾ ਵੀ ਉਹ ਨਾਮਜ਼ਦ ਮੈਂਬਰ ਆ, ਬਾਹਰਲੇ ਪਾਸੇ ਤੋਂ ਆਇਆ ਵਾ। ਜੇ ਉਹਦਾ ਕਿਰਦਾਰ ਦੇਖੀਏ ਤੁਸੀਂ ਸੋਚੋ, ਆਪਣਾ ਇਹਨੂੰ ਗੂਗਲ ਨੂੰ ਕੱਢ ਕੇ ਦੇਖੋ, ਉਸ ਬੰਦੇ ਨੂੰ ਮੁੰਬਈ ਦੀ ਪੁਲਿਸ ਨੇ ਇੰਟਰੋਗੇਟ ਕੀਤਾ ਸੀ ਕਿਉਂਕਿ ਉਹਦੇ ਹੋਟਲ ਦੇ ਵਿੱਚ ਕਿਸੇ ਵਿਦੇਸ਼ੀ ਲੜਕੀ ਦੇ ਨਾਲ ਬਦਫੈਲੀ ਹੋਈ ਸੀ, ਉਹਦੇ ਨਾਲ ਜ਼ਿਆਦਤੀ ਹੋਈ ਸੀ, ਇਹਦੀ ਇੰਟਰੋਗੇਸ਼ਨ ਹੁੰਦੀ ਹੈ। ਇਸ ਕਿਸਮ ਦੇ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਪਨਾਹ ਚਾਹੀਦੀ ਹੁੰਦੀ ਹੈ, ਉਹਨਾਂ ਨੂੰ ਲੈਵਲ ਚਾਹੀਦੀ ਹੁੰਦੀ ਹੈ। ਉਹ ਤਾਂ ਬੰਦੇ ਸੀ। ਜਦੋਂ ਬਾਕੀ ਗੱਲ ਛੱਡੋ, ਹੁਣ ਸਵਾਲ ਇਹ ਖੜਾ ਹੁੰਦਾ ਕਿ ਜਦੋਂ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਭਾਈ ਲੋਕੋ ਤੁਸੀਂ ਆਪੋ ਆਪਣੀ ਥਾਂ ਦੇ ਉੱਤੇ ਰਹੋ, ਤੇ ਉਹਦੀ ਕੈਬਨਿਟ ਦੀ ਇੱਕ ਮੈਂਬਰ ਇਹ ਕਹਿੰਦੀ ਹੈ ਜੀ ਮੈਂ ਤਾਂ ਆਪਣੇ ਬੰਦਿਆਂ ਨੂੰ ਲੈ ਕੇ ਜਾਣਾ, ਲੈ ਕੇ ਆ ਗਈ ਕੁਛ ਉਹ ਲੈ ਕੇ ਆ ਗਈ, ਫਿਰ ਉਹਨੇ ਕੀਤੀ ਫਿਰ ਪੰਜਾਬ ਸਰਕਾਰ ਕੇ ਕੋਈ ਸਿਆਸੀ ਰੋਟੀਆਂ ਪੰਜਾਬ ਸਰਕਾਰ ਨੇ ਵੀ, ਕੈਪਟਨ ਨੇ ਵੀ ਸੇਕਣੀਆਂ, ਪਹਿਲਾਂ ਉਹ ਸੇਕਣ ਤੇ ਹੋ ਗਏ, ਫਿਰ ਉਹ ਸੇਕਣ ਦੇ ਉੱਤੇ ਹੋ ਗਏ। ਹੁਣ ਹਾਲਾਤ ਜਿਹੜੇ ਬਣੇ ਦੇ ਹਾਲਾਤ ਬਣੇ ਸਾਰਿਆਂ ਵਾਸਤੇ ਹੀ ਹੈ। ਇਹ ਠੀਕ ਹੈ ਕਿ ਉਹਨਾਂ ਲੋਕਾਂ ਦਾ ਉਹ ਕਹਿੰਦੇ ਹੈ ਕਿ ਜੀ ਉੱਥੇ ਬਕਾਇਦਾ ਉਹਨਾਂ ਦਾ ਮੈਡੀਕਲ ਹੋਇਆ, ਉਹਨਾਂ ਦੇ ਵਿੱਚੋਂ ਵਾਇਰਸ ਨਹੀਂ ਆਇਆ। ਪਰ ਇੱਕ ਨਵੀਂ ਗੱਲ ਉੱਭਰ ਕੇ ਆਉਂਦੀ ਹੈ ਕਿ ਜਦੋਂ ਚੱਲੇ ਆ ਲੋਕ, ਉਹਨਾਂ ਦਾ ਪਹਿਲਾ ਪੜਾਅ ਹੈਗਾ ਇੰਦੌਰ ਦਾ। ਇੰਦੌਰ ਮੱਧ ਪ੍ਰਦੇਸ਼ ਪੈਂਦੀ ਹੈ। ਇੰਦੌਰ ਦੇ ਗੁਰੂ ਘਰ ਦੇ ਵਿੱਚ ਉਹਨਾਂ ਨੇ ਲੰਗਰ ਪਾਣੀ ਛਕਿਆ ਵਾ। ਇੰਦੌਰ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਕਰੋਨਾ ਦਾ ਵਾਇਰਸ ਫੈਲਿਆ ਹੋਇਆ ਹੈ। ਇਹ ਗੱਲਾਂ ਤਾਂ ਸਾਰੇ ਦੱਸਦੇ ਆ, ਸਾਇੰਸਦਾਨ ਦੱਸਦੇ ਆ, ਡਾਕਟਰ ਦੱਸਦੇ ਆ ਕਿ ਕਰੋਨਾ ਵਾਇਰਸ ਇੱਕ ਵਾਰੀ ਦੋ ਵਾਰੀ ਜੇ ਨੈਗੇਟਿਵ ਵੀ ਨਿਕਲ ਆਵੇ ਤੇ ਕਿਤੇ ਨਾ ਕਿਤੇ ਪਿਆ ਹੁੰਦਾ ਤੇ ਪੋਜ਼ਿਟਿਵ ਵੀ ਆ ਜਾਂਦਾ ਹੈ। ਹੁਣ ਪੰਜਾਬ ਦੇ ਵਿੱਚ ਕਿਉਂਕਿ ਇੱਥੇ ਆ ਕੇ ਥੋੜੀ ਸਖਤੀ ਜ਼ਿਆਦਾ ਸੀ, ਠੀਕ ਤਰੀਕੇ ਦੇ ਨਾਲ ਜਦੋਂ ਉਹਨਾਂ ਦੀ ਟੈਸਟਿੰਗ ਹੋਈ ਤੇ ਉਹ ਟੈਸਟਿੰਗ ਦੇ ਵਿੱਚੋਂ ਕਿੰਨਾ ਕੁਛ ਨਿਕਲਿਆ ਸਾਡੇ ਸਾਹਮਣੇ। ਇਹਦੇ ਤੇ ਜੇ ਆਪਾਂ ਇਹ ਗੱਲ ਕਹਿ ਦਈਏ ਕਿ ਸਾਜ਼ਿਸ਼ ਹੈ, ਸਾਜ਼ਿਸ਼ ਜਿਹੜੀ ਹੈਗੀ ਹੈ, ਤੇ ਪਹਿਲਾਂ ਤਬਲੀਗੀਆਂ ਦੇ ਨਾਂ ਤੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਗਿਆ, ਹੁਣ ਹਜ਼ੂਰ ਸਾਹਿਬ ਦੇ ਨਾਂ ਤੇ ਸਿੱਖਾਂ ਨੂੰ ਬਦਨਾਮ ਕੀਤਾ ਗਿਆ। ਲੇਕਿਨ ਮੇਰਾ ਸਵਾਲ ਵੱਡਾ ਇਹ ਹੈ ਕਿ ਕੀ ਬਾਕੀ ਭਾਰਤ ਦੇ ਵਿੱਚ ਜਿਹੜੇ ਲੋਕ ਬਿਮਾਰ ਹੋਏ ਹੈ, ਸਭ ਤੋਂ ਜ਼ਿਆਦਾ ਲੋਕ ਮਹਾਰਾਸ਼ਟਰ ਦੇ ਵਿੱਚ ਹੈ ਬਿਮਾਰ ਹੈ ਸੀ। ਨੰਬਰ 1 ਦੇ ਉੱਤੇ ਮਹਾਰਾਸ਼ਟਰ ਹੈ, ਨੰਬਰ 2 ਦੇ ਉੱਤੇ ਗੁਜਰਾਤ ਹੈ, ਨੰਬਰ 3 ਦੇ ਉੱਤੇ ਮੱਧ ਪ੍ਰਦੇਸ਼ ਹੈ। ਇਹਨਾਂ ਰਾਜਾਂ ਦੇ ਵਿੱਚ ਵੀ ਕੀ ਸਾਰੇ ਹਜ਼ੂਰ ਸਾਹਿਬ ਤੋਂ ਆਏ ਹੈ ਜਾਂ ਸਾਰੇ ਤਬਲੀਗੀ ਹੈ? ਉੱਥੇ ਵੀ ਤਾਂ ਕਿਸੇ ਧਰਮ ਨਾਲ ਸੰਬੰਧਿਤ ਹੈਗੇ ਨਾ। ਉਹ ਜਿਹੜੇ ਉਹ ਧਰਮਾਂ ਦਾ ਨਾਂ ਕਿਉਂ ਨਹੀਂ ਲੈਂਦੇ? ਸਾਡੇ ਰਾਜਪੁਰੇ ਦੇ ਵਿੱਚ ਹੁੱਕਾਬਾਰ ਤੋਂ ਇਹ ਗੱਲ ਫੈਲੀ ਹੈ। ਅਸੀਂ ਗੱਲ ਕਰ ਲਈ, 2-4 ਬੰਦਿਆਂ ਨੇ ਹੋਰ ਗੱਲ ਕਰ ਲਈ, ਲੇਕਿਨ ਗੋਦੀ ਮੀਡੀਆ ਦੇ ਉੱਤੇ ਜ਼ਿਕਰ ਹੀ ਨਹੀਂ ਆਇਆ। ਹੁਣ ਭੁੱਲ ਹੀ ਗਏ ਸਾਰੇ। ਲੇਕਿਨ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ, ਘੱਟ ਗਿਣਤੀਆਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ। ਇਹ ਗੱਲਾਂ ਜਿਹੜੀਆਂ ਬੜੀਆਂ ਮਾੜੀਆਂ ਔਰ ਬੜੇ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮੈਂ ਬੜੀ ਇੱਜ਼ਤ ਕਰਦਾ। ਮੈਂ ਬੜੇ ਵਾਰੀ ਕਿਹਾ ਕਿ ਇੱਕ ਪੜ੍ਹਿਆ ਲਿਖਿਆ ਜਥੇਦਾਰ ਸਾਨੂੰ ਮਿਲਿਆ ਹੈ, ਲੇਕਿਨ ਅੱਜ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹ ਗੱਲ ਕਿਉਂ ਕਹਿ ਰਿਹਾ ਹੈ ਕਿ ਬਾਬਾ ਬਲਵਿੰਦਰ ਸਿੰਘ ਨਾਲ ਮੇਰੀ ਵੀ ਗੱਲ ਹੋ ਗਈ ਲੰਗਰ ਵਾਲਿਆਂ ਨਾਲ, ਇਹ ਤਾਂ ਕੋਈ ਸਾਜ਼ਿਸ਼ ਹੈ। ਇਹ ਸਾਜ਼ਿਸ਼ ਕਿੱਥੋਂ ਆ ਗਈ ਹੁਣ? ਕਿਉਂਕਿ ਇਸ ਵੇਲੇ ਦੀ ਹਾਲਤ ਕੀ ਹੈ ਕਿ ਅੱਜ ਤੋਂ 2 ਦਿਨ ਪਹਿਲਾਂ ਤੱਕ PTC ਜਿਹੜਾ ਬਾਦਲ ਪਰਿਵਾਰ ਦਾ TV ਚੈਨਲ ਹੈ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕਰੀਦਾ, ਬੀਬਾ ਬਾਦਲ, ਵੱਡਾ ਬਾਦਲ, ਛੋਟਾ ਬਾਦਲ, ਇਹਨਾਂ ਨੇ ਜੀ ਅਮਿਤ ਸ਼ਾਹ ਨਾਲ ਗੱਲ ਕਰ ਲਈ, ਇਹਨਾਂ ਨੇ ਜੀ ਚੀਫ ਸੈਕਟਰੀ ਨਾਲ ਗੱਲ ਕਰ ਲਈ, ਇਹਨਾਂ ਨੇ ਜੀ ਉद्धਵ ਠਾਕਰੇ ਨਾਲ ਗੱਲ ਕਰ ਲਈ, ਸ਼ਰਦ ਪਵਾਰ ਨਾਲ ਗੱਲ ਕਰਤੀ। ਸਿੱਖਾਂ ਦੇ ਸਭ ਤੋਂ ਵੱਡੇ ਹਮਾਇਤੀ ਇਹ ਹੈ ਜੀ, ਇਹੀ ਮਦਈ ਹੈ ਜੀ, ਇਹਨਾਂ ਦੀ ਕਿਰਪਾ ਦੇ ਨਾਲ ਸਿੱਖ ਘਰੇ ਆ ਗਏ। ਤੜਕੇ ਤੋਂ ਲੈ ਕੇ ਹੱਥ ਤੱਕ ਸਾਰਾ ਹੀ ਪ੍ਰਚਾਰ ਹੁੰਦਾ ਸੀ। ਤੇ ਹੁਣ ਕੱਲ ਦਾ ਕੀ ਹੋਣ ਲੱਗਿਆ? ਬੀਬੀ ਕਹਿ ਰਹੀ ਹੈ ਮੈਂ ਪੰਜਾਬ ਸਰਕਾਰ ਨੂੰ ਪੈਸੇ ਨਿਗਾਹ ਰੱਖਿਓ, ਇਹਨਾਂ ਨੇ ਨਿਗਾਹ ਨਹੀਂ ਰੱਖੀ, ਇਹਨਾਂ ਨੇ ਉਹਨਾਂ ਦਾ ਠੀਕ ਪ੍ਰਬੰਧ ਨਹੀਂ ਕੀਤਾ। ਇਹ ਤਾਂ ਚੰਗਾ ਹੋ ਗਿਆ ਤਾਂ ਸਾਡਾ, ਜੇ ਮਾੜਾ ਹੋ ਗਿਆ ਤਾਂ ਪੰਜਾਬ ਸਰਕਾਰ ਹੈ। ਮੇਰੀ ਬੇਨਤੀ ਇਹ ਹੈ ਕਿ ਰਹਿਮ ਕਰੋ, ਤੁਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੇ ਰਹਿਮ ਕਰੋ। ਆਪ ਦੀਆਂ ਸਿਆਸੀ ਰੋਟੀਆਂ ਸਿੱਖਣ ਵਾਸਤੇ ਪੰਜਾਬ ਦੇ ਲੋਕਾਂ ਦੇ ਸਰੀਰਾਂ ਨੂੰ ਤੁਸੀਂ ਭੱਟੀ ਦਾ ਬਾਲਣ ਨਾ ਬਣਾਓ। ਕਿਰਪਾ ਕਰਕੇ ਇਹਦੇ ਤੇ ਤੁਸੀਂ ਥੋੜਾ ਜਿਹਾ ਰਹਿਮ ਕਰੋ। ਅਕਾਲ ਤਖਤ ਸਾਹਿਬ ਦਾ ਜਥੇਦਾਰ, ਅਕਾਲ ਤਖਤ ਸਾਹਿਬ ਬਹੁਤ ਵੱਡਾ ਹੈ, ਕਿਰਪਾ ਕਰਕੇ ਉਹਨਾਂ ਨੂੰ ਨਾ ਘਸੀਟੋ ਇਹੋ ਜਿਹੇ ਕੰਮਾਂ ਦੇ ਵਿੱਚ ਜਿਹੜੇ ਕੰਮਾਂ ਦੇ ਤੁਸੀਂ ਰਾਹ ਪਏ ਹੋਏ। ਜੀ ਬਿਲਕੁਲ ਜੀ। ਹਾਂਜੀ ਸੁਖਦੇਵ ਸਿੰਘ ਜੀ, ਤੁਸੀਂ ਆਉਣੇ ਰਹੋ, ਸਵਾਗਤ ਹੈ ਤੁਹਾਡਾ। ਸੁਖਵਿੰਦਰ ਬਹੁਤ ਧੰਨਵਾਦ, ਮਿਹਰਬਾਨੀ। ਵਨ ਟੱਚ ਕਮਿਊਨੀਕੇਸ਼ਨ ਦੇ ਉੱਤੇ ਸੈੱਲਫੋਨ ਦੇ ਬਹੁਤ ਹੀ ਵਧੀਆ ਪਲਾਨ ਨੇ। ਜਿਹੜੇ ਵੀ ਜਿਨ੍ਹਾਂ ਕੋਲ ਸਮਾਲ ਬਿਜ਼ਨਸ ਹੈਗਾ ਜਾਂ ਕੋਈ ਕੰਪਨੀਆਂ ਰਜਿਸਟਰਡ ਹੈਗੀਆਂ, ਜਿਸ ਤਰ੍ਹਾਂ ਆਪਣੇ ਵੀ ਟਰੱਕ ਚਲਾਉਂਦੇ ਜੀ ਉਹਨਾਂ ਵਾਸਤੇ, ਸੋ ਆਪਣੇ ਕੋਲ ਸੈੱਲਫੋਨ ਦਾ ਪਲਾਨ ਆ। $70 'ਚ ਪਹਿਲੀ ਲਾਈਨ ਹੋਏਗੀ, 20 GB ਡਾਟਾ, ਉਸ ਤੋਂ ਬਾਅਦ ਡਾਟਾ ਬਿਲਕੁਲ ਅਨਲਿਮਿਟਡ ਹੋ ਜਾਊਗਾ।
ਔਰ ਸੈਕੰਡ ਲਾਈਨ ਚਾਹੇ 2 ਲਾਈਨਾਂ 4 5 ਜਿੰਨੀਆਂ ਵੀ ਲਾਈਨਾਂ ਮਰਜ਼ੀ ਐਡ ਕਰ ਲਓ ਜੀ, ਪਰ ਲਾਈਨ ਜਿਹੜੀ ਆ $45 ਦੇ ਵਿੱਚ 20 GB ਡਾਟਾ, ਉਸ ਤੋਂ ਬਾਅਦ ਡਾਟਾ ਬਿਲਕੁਲ ਅਨਲਿਮਿਟਡ। ਸੋ ਬੜਾ ਜ਼ਬਰਦਸਤ ਪਲਾਨ ਹੈ ਜੀ ਸੈੱਲਫੋਨ ਦੇ। ਔਰ ਤੁਹਾਨੂੰ ਪਤਾ ਕਿ ਇਹ ਜਿਹੜੇ ਬਿੱਲ ਆਉਣਗੇ ਆਪਣੇ ਖਰਚੇ ਵਿੱਚ ਵੀ ਸਰੋਤੇ ਜਿਹੜੇ ਨੇ ਉਹ ਸ਼ਾਮਲ ਕਰ ਸਕਦੇ ਨੇ। ਨਾਲ ਦੀ ਨਾਲ ਸਾਡੇ ਕੋਲ $25 ਦਾ ਵੀ ਪਲਾਨ ਅਵੇਲੇਬਲ ਹੈ ਜੀ, ਜਿਹੜੇ ਘੱਟ ਕਰਨਾ ਚਾਹੁੰਦੇ, ਪੈਸੇ ਬਚਾਉਣਾ ਚਾਹੁੰਦੇ ਨੇ। ਸੋ $25 ਚ ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ ਟੈਕਸਟ, 40 ਦੇ ਵਿੱਚ ਆਪਣੇ ਕੋਲ 5 GB ਡਾਟਾ ਜੀ, ਉਸ ਤੋਂ ਬਾਅਦ ਡਾਟਾ ਬਿਲਕੁਲ ਅਨਲਿਮਿਟਡ ਹੋ ਜਾਊਗਾ। ਸੋ ਕਿਸੇ ਵੀ ਸਰੋਤੇ ਦਾ ਸੈੱਲਫੋਨ ਦਾ ਪਲਾਨ ਮਹਿੰਗਾ ਜੀ, ਬਿੱਲ ਘੱਟ ਕਰਨਾ ਚਾਹੁੰਦੇ ਆ ਸਰੋਤੇ, ਸਾਡੇ ਨਾਲ ਸੰਪਰਕ ਕਰ ਲੈਣ। ਇਸ ਦੇ ਨਾਲ ਫਾਈਬਰ ਇੰਟਰਨੈਟ ਜਿਹੜੀ ਹੈ ਜੀ ਓਨਟਾਰੀਓ ਤੇ ਕਿਊਬਿਕ ਵਾਸਤੇ ਸਾਡੇ ਕੋਲ ਬੜੇ ਜ਼ਬਰਦਸਤ ਪਲਾਨ ਹਾਈ ਸਪੀਡ ਇੰਟਰਨੈਟ ਤੇ ਅਵੇਲੇਬਲ ਨੇ ਜੀ। ਸੋ ਕਿਸੇ ਵੀ ਸਰੋਤੇ ਦਾ ਬਿੱਲ ਜ਼ਿਆਦਾ ਜਾਂ ਇੰਟਰਨੈਟ ਵਧੀਆ ਕੰਮ ਨਹੀਂ ਕਰ ਰਹੀ, ਸਰੋਤੇ ਸੰਪਰਕ ਕਰ ਲੈਣ। ਘਰ ਦਾ ਫੋਨ ਲੋਕਲ ਪਲੱਸ ਵਰਲਡ ਵਾਈਡ ਇੰਡੀਆ ਦੇ ਨਾਲ ਜਿਹੜੀਆਂ ਨੇ 60 ਹੋਰ ਕੰਟਰੀਆਂ ਜਿੱਥੇ ਲੈਂਡਲਾਈਨ ਤੇ ਸੈੱਲਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਕਾਲ ਕਰ ਸਕਦੇ ਨੇ। ਸੋ ਕਿਸੇ ਵੀ ਪ੍ਰੋਵਿੰਸ ਤੋਂ ਸਰੋਤੇ ਆਪਣੇ ਨਾਲ ਜੁੜੇ ਹੋਏ ਨੇ ਜੀ, ਘਰ ਦਾ ਲੌਂਗ ਡਿਸਟੈਂਸ ਦਾ ਪਲਾਨ ਆਪਣੇ ਕੋਲ ਲੈ ਸਕਦੇ ਨੇ। ਔਰ ਕਿਸੇ ਵੀ ਸਰੋਤੇ ਦੀ ਅਗਰ ਬਿਲਿੰਗ $20 ਤੋਂ ਜ਼ਿਆਦਾ ਸਰੋਤੇ ਸੰਪਰਕ ਕਰ ਲੈਣ, ਬਿੱਲ ਦੀ ਗਰੰਟੀ ਕੀਤੀ ਜਾਂਦੀ ਹੈ ਕਿ ਬਿੱਲ ਬਾਰ-ਬਾਰ ਨਹੀਂ ਵਧਣਾ। ਫੋਨ ਦਾ ਅਡੈਪਟਰ ਨੰਬਰ ਪੋਰਟਿੰਗ ਬਿਲਕੁਲ ਫ੍ਰੀ ਹੈਗੀ ਹੈ ਜੀ। ਤੇ ਅਖੀਰ ਵਿੱਚ ਮੈਂ ਕਹੂੰਗਾ ਕਿ ਬਿਜ਼ਨਸ ਫੋਨ ਲਾਈਨਸ ਲੈਣੀਆਂ ਨੇ ਸਰੋਤਿਆਂ ਨੇ, ਸਾਰੇ ਕਾਲਿੰਗ ਫੀਚਰ ਨਾਲ $19.95 ਦੇ ਵਿੱਚ ਨਾਰਥ ਅਮਰੀਕਾ ਅਨਲਿਮਿਟਡ। ਸੋ ਵਧੇਰੇ ਜਾਣਕਾਰੀ ਵਾਸਤੇ ਨੰਬਰ ਹੈ ਜੀ 905 203 3636 905 203 3636 905 203 3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ। ਥਾਪਰ ਸਾਹਿਬ ਤੁਸੀਂ ਵੀਕਐਂਡ ਤੇ ਖੁੱਲੇ ਆ ਜੀ? ਬਿਲਕੁਲ ਖੁੱਲੇ ਹੋਇਆ ਜੀ, ਸਰੋਤੇ ਸਾਨੂੰ ਕਾਲ ਕਰ ਲੈਣ ਤੇ ਫਿਰ ਆਪਾਂ ਅਪਾਇੰਟਮੈਂਟ ਬਣਾ ਕੇ ਜਿਹੜਾ ਜੀ ਉਹਨਾਂ ਨੂੰ ਜਿਹੜਾ ਮਿਲ ਸਕਦੇ ਆ। ਬਿਲਕੁਲ ਜੀ, ਵੀਕਐਂਡ ਤੇ ਵੀ ਤੁਸੀਂ ਜਾ ਸਕਦੇ ਹੋ 905 203 3636 ਤੇ ਸੁਖਦੇਵ ਸਿੰਘ ਥਾਪਰ ਉਹਨਾਂ ਨੂੰ, ਭਾਵੇਂ ਤੁਸੀਂ ਮੌਂਟਰੀਅਲ ਰਹਿੰਦੇ ਹੋ ਕਿਤੇ ਵੀ ਰਹਿੰਦੇ ਹੋ ਜੀ, ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਸੇਵਾਵਾਂ ਜਿਹੜੀਆਂ ਲੈ ਸਕਦੇ ਹੋ। ਧੰਨਵਾਦ ਜੀ। ਧੰਨਵਾਦ। ਹਾਂਜੀ ਜੀ, 2156 ਸਵਾਗਤ ਹੈ ਜੀ। ਹੈਲੋ, ਹਾਂਜੀ 2156 ਤੁਸੀਂ ਆਉਂਦੇ ਰਹੋ। ਸ਼ਾਇਦ ਵੀਰ ਉਹਨਾਂ ਨੂੰ ਯਾਦ ਭੁੱਲ ਗਿਆ ਜੀ। ਹਾਂ ਢਿੱਲੋਂ ਸਾਹਿਬ, ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਜੀ। ਲਾਕਡਾਊਨ ਦੇ ਮੁੱਦੇ ਤੇ 2.5 ਘੰਟੇ ਮੋਦੀ ਨੇ ਕੀਤੀ ਹਾਈ ਲੈਵਲ ਮੀਟਿੰਗ। ਬਿਲਕੁਲ ਜੀ, ਅੱਜ ਨਰਿੰਦਰ ਮੋਦੀ ਸਾਹਿਬ ਨੇ ਲਾਕਡਾਊਨ ਦੇ ਮੁੱਦੇ ਨੂੰ ਲੈ ਕੇ 2.5 ਘੰਟੇ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਉਹਨਾਂ ਦੇ ਨਾਲ ਸੀ ਔਰ ਕਈ ਵੱਡੀਆਂ ਸ਼ਖਸੀਅਤਾਂ ਹੋਰ ਸੀ। ਜਨਰਲ ਬਿਪਿਨ ਜਿਹੜੇ ਹੈਗੇ ਸਾਡੇ, ਉਹ ਵੀ ਇਹਦੇ ਵਿੱਚ ਆਏ ਹੋਏ ਸੀ ਜੀ। ਇਹ ਸਿਰਫ ਤੇ ਸਿਰਫ ਲਾਕਡਾਊਨ ਨੂੰ ਲੈ ਕੇ ਸੀ ਕਿ ਲਾਕਡਾਊਨ ਨੂੰ ਰੱਖਿਆ ਜਾਵੇ ਜਾਂ ਇਹਨੂੰ ਅੱਗੇ ਵਧਾਇਆ ਜਾਵੇ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਾ ਕਿ ਲਾਕਡਾਊਨ ਨੂੰ ਵਧਾਉਣ ਦਾ ਫੈਸਲਾ ਹੋ ਗਿਆ ਤੇ 2 ਹਫ਼ਤਿਆਂ ਦੇ ਲਈ ਇਹਨੂੰ ਵਧਾ ਦਿੱਤਾ ਜਾਵੇ। ਲੇਕਿਨ ਜਿਹੜਾ ਗ੍ਰੀਨ ਜ਼ੋਨ ਹੈ ਤੇ ਔਰੇਂਜ ਜ਼ੋਨ ਹੈ, ਇਹਨਾਂ ਦੇ ਵਿੱਚ ਕੁਝ ਜਿਹੜੀਆਂ ਛੋਟਾਂ ਦਿੱਤੀਆਂ ਜਾਣਗੀਆਂ ਜੀ। ਉਹ ਛੋਟਾਂ ਕੀ ਹੈ ਡਿਟੇਲ ਨਾਲ ਆਇਆ ਨਹੀਂ ਹੈ, ਲੇਕਿਨ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਚਲਦੀ ਉਹਦੇ ਚ ਇਹ ਹੈ ਕਿ ਲਾਕਡਾਊਨ ਜਾਰੀ ਰਹੂਗਾ। ਲਾਕਡਾਊਨ ਦੇ ਵਿੱਚ ਕੁਝ ਛੋਟਾਂ ਦਿੱਤੀਆਂ ਗਈਆਂ, ਲੇਕਿਨ 10 ਸਾਲ ਦੇ ਬੱਚੇ ਤੱਕ ਤੇ 65 ਸਾਲ ਤੋਂ ਉੱਪਰ ਦੇ ਜਿਹੜੀ ਉਮਰ ਦੇ ਮਰਦ ਹੈ, ਬਜ਼ੁਰਗ ਹੈ, ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਕਿ ਉਹ ਲੋਕ ਜਿਹੜੇ ਹੈਗੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਣਗੇ। ਉਹਨਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਪੈਣਾ, ਕਿਉਂਕਿ ਤੁਹਾਨੂੰ ਪਤਾ ਕਿ ਇਸ ਏਜ ਗਰੁੱਪ ਦੇ ਲੋਕਾਂ ਨੂੰ ਜ਼ਿਆਦਾ ਆਪਣੇ ਲਪੇਟੇ ਦੇ ਵਿੱਚ ਲੈਂਦਾ ਕਰੋਨਾ ਵਾਇਰਸ। ਬਿਲਕੁਲ। ਇਹਦੇ ਤੋਂ ਵੈਸੇ ਸ਼ੰਕਾ ਇਹ ਪਹਿਲਾਂ ਹੀ ਸੀ ਕਿ ਇਹ ਕੁਛ ਹੋਊਗਾ, ਕਿਉਂਕਿ ਪਹਿਲਾਂ ਜਿਹੜੀ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਸੀਗੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਰਿੰਦਰ ਮੋਦੀ ਨੇ, ਉਹਦੇ ਵਿੱਚੋਂ ਵੀ ਕਾਫੀ ਤਾਦਾਦ ਦੇ ਵਿੱਚ ਮੁੱਖ ਮੰਤਰੀਆਂ ਨੇ ਇਹੀ ਗੱਲ ਕਹੀ ਸੀ ਕਿ ਜੇ ਆਪਾਂ ਲਾਕਡਾਊਨ ਵਾਪਸ ਲੈ ਲਿਆ, ਚੁੱਕ ਲਿਆ, ਤਾਂ ਜੋ ਅਸੀਂ ਕੀਤੀ ਕਰਾਈ ਹੈ ਉਹਦਾ ਵੀ ਪੱਠਾ ਬੈਠ ਜਾਣਾ ਹੈ। ਇਹ ਸਭ ਤੋਂ ਸੰਭਲਣਾ ਨਹੀਂ, ਵੱਡੇ ਪੱਧਰ ਦੇ ਉੱਤੇ ਫੈਲ ਜਾਣਾ ਕਰੋਨਾ। ਲੋਕਾਂ ਨੂੰ ਇਲਾਜ ਤੋਂ ਬਚਾਉਣ ਦੇ ਲਈ ਘਰ ਰੱਖਿਆ ਜਾਵੇ। ਸ਼ਾਇਦ ਉਹੀ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਜੀ ਇਹ ਜਿਹੜਾ ਹੈਗਾ ਕਰਫਿਊ ਹੈ ਜਿਹੜਾ 2 ਹਫ਼ਤਿਆਂ ਲਈ ਅੱਗੇ ਵਧਾਇਆ ਜਾਂਦਾ ਹੈ। ਉਹਨੇ ਕਰਫਿਊ ਵਧਾਇਆ ਸੀ ਤੇ ਅੱਜ ਫਿਰ ਭਾਰਤ ਸਰਕਾਰ ਨੇ ਵੀ 2 ਹਫ਼ਤੇ ਦੇ ਲਈ ਵਧਾ ਦਿੱਤਾ ਹੈ ਲਾਕਡਾਊਨ। ਮੇਰੇ ਖਿਆਲ ਮੁਤਾਬਕ ਇਹ ਤੋਂ ਬਗੈਰ ਕੋਈ ਹੋਰ ਇਲਾਜ ਵੀ ਹੈ ਨਹੀਂਗਾ, ਕਿਉਂਕਿ ਭਾਰਤ ਦੇ ਕੋਲੇ ਨਾ ਤਾਂ ਕੋਈ ਇਲਾਜ ਪ੍ਰਣਾਲੀ ਹੈ, ਵੈਸੇ ਇਲਾਜ ਪ੍ਰਣਾਲੀ ਤਾਂ ਦੁਨੀਆ 'ਚ ਕਿਤੇ ਹੈ ਨੀਗੀ। ਇਹਨਾਂ ਦੇ ਕੋਲੇ ਤਾਂ ਘੱਟੋ ਘੱਟ ਜਿਹੜਾ ਮਰੀਜ਼ਾਂ ਨੂੰ ਰੱਖਣ ਦਾ ਵੀ ਠੀਕ ਪ੍ਰਬੰਧ ਨਹੀਂ ਹੈ। ਸੋ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜੀ ਕਿ ਮਨੁੱਖਤਾ ਨੂੰ ਬਚਾਉਣ ਵਾਸਤੇ, ਸਾਡੀ ਨਸਲ ਨੂੰ ਬਚਾਉਣ ਵਾਸਤੇ ਸਰਕਾਰਾਂ ਨੂੰ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਆ, ਭਾਵੇਂ ਸਾਡੇ ਬਹੁਤ ਸਾਰੇ ਮੁੱਦਿਆਂ ਤੇ ਸਰਕਾਰਾਂ ਦੇ ਨਾਲ ਮਤਭੇਦ ਹੈ, ਲੇਕਿਨ ਇਸ ਮਾਮਲੇ ਦੇ ਸਾਨੂੰ ਹਮਾਇਤ ਕਰਨੀ ਪੈਣੀ ਹੈ ਤੇ ਹਮਾਇਤ ਤੋਂ ਬਗੈਰ ਹੋਰ ਕੋਈ ਚਾਰਾ ਹੀ ਨਹੀਂ। ਕਿਉਂਕਿ ਜੇ ਲੋਕ ਬਚਣਗੇ ਤਾਂ ਫੇਰ ਹੀ ਉਦੋਂ ਬਾਅਦ ਕਹਾ ਜਾ ਕੇ ਦੇਸ਼ ਨੇ ਅੱਗੇ ਵਧਣਾ ਹੈ, ਨਹੀਂ ਤਾਂ ਲੋਕ ਹੀ ਜੇ ਮਰਨੇ ਸ਼ੁਰੂ ਹੋ ਗਏ ਤਾਂ ਫਿਰ ਅਸੀਂ ਕੀ ਕਰਾਉਣਾ ਸਰਕਾਰਾਂ ਤੋਂ। ਜੀ ਬਿਲਕੁਲ ਜੀ। ਜੇ ਤੁਸੀਂ ਫਸਟ ਜਾਂ ਸੈਕੰਡ ਮੌਰਗੇਜ ਕਰਾਉਣੀ ਚਾਹੁੰਦੇ ਹੋ ਤਾਂ ਕਿਰਨ ਕਾਰਪੋਰੇਟਰ ਨੂੰ ਕਾਲ ਕਰ ਸਕਦੇ ਹੋ 416 710 20
ਕਿਸੇ ਵੀ ਤਰ੍ਹਾਂ ਦੀ ਘੜੀਆਂ ਦੀ ਰਿਪੇਅਰ ਵਾਸਤੇ ਸੋਮਲ ਵਾਚ ਕਲੌਕ ਐਂਡ ਪਾਰਟਸ 905-790-2188। ਟਰੱਕ ਦਾ ਲਾਇਸੈਂਸ ਲੈਣਾ ਜੀ ਤੇ ਤੁਸੀਂ ਕਾਲ ਕਰ ਸਕਦੇ ਹੋ ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ, ਭਾਈ ਕਰਨੈਲ ਸਿੰਘ ਨੂੰ 416-670-3113। ਜੇ ਤੁਸੀਂ ਮੌਂਟਰੀਅਲ ਗਏ ਹੋ, ਤੁਹਾਡੇ ਟਰਾਂਸਮਿਸ਼ਨ ਕਲਚ ਜਾਂ ਡਿਫਰੈਂਸ਼ੀਅਲ ਨੂੰ ਪ੍ਰੋਬਲਮ ਆ ਗਈ ਹੈ ਤੇ STE ਟਰਾਂਸਮਿਸ਼ਨ ਲਸ਼ੀਨ ਦੇ ਵਿੱਚ ਡੈਨੀ ਨੂੰ ਕਾਲ ਕਰ ਸਕਦੇ 514-343-3778। PTN 24 ਦਾ ਹਵਾਲਾ ਦਿਓਗੇ 250 ਤੋਂ ਲੈ ਕੇ 500 ਤੱਕ ਜਿਹੜਾ ਤੁਹਾਨੂੰ ਰਿਬੇਟ ਦਿੱਤਾ ਜਾਊਗਾ। ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣੀ, ਜੇ ਤੁਸੀਂ ਵਧੀਆ ਬੈਸਟ ਕੁਆਲਿਟੀ 'ਚ ਸੋਫਾ ਬਣਾਉਣਾ ਚਾਹੁੰਦੇ ਹੋ, L ਸ਼ੇਪ ਕਸਟਮ ਮੇਡ ਰਾਉਂਡ ਸੋਫਾ ਤੇ 905-799-8877। ਹਰਦਿਆਲ ਸਿੰਘ ਜੀ ਤੁਹਾਨੂੰ ਕਾਲ ਕਰ ਸਕਦੇ ਜੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੇਸਮੈਂਟ ਜਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ ਕਰਾਉਣਾ, ਬੇਸਮੈਂਟ ਲੀਗਲ ਕਰਾਉਣੀ। 647-409-9915। ਢਿੱਲੋਂ ਸਾਹਿਬ, ਲਾਕਡਾਊਨ ਦੇ ਕੋਰੋਨਾ ਵਾਇਰਸ ਚੀਨ ਦੀ ਲੈਬ 'ਚ ਹੋਇਆ ਤਿਆਰ, ਇਹ ਟਰੰਪ ਨੇ ਕਿਹਾ ਜੀ। ਬਿਲਕੁਲ ਜੀ, ਟਰੰਪ ਸਾਹਿਬ ਨੇ ਇਹ ਗੱਲ ਪੂਰੀ ਤਰ੍ਹਾਂ ਜਨਤਕ ਤੌਰ ਤੇ ਕਹਿ ਦਿੱਤੀ ਹੈ ਕਿ ਇਹ ਉਹਨਾਂ ਦੀ ਲੈਬ ਦੇ ਵਿੱਚ ਤਿਆਰ ਹੋਇਆ ਹੈ ਜੀ। ਧਨੋਆ ਸਾਹਿਬ ਵੀ ਇਹਨੂੰ ਕਵਰ ਕਰਕੇ ਗਏ ਹੈ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਟਰੰਪ ਸਾਹਿਬ ਦੀ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਲੇਕਿਨ ਮੈਂ ਜਿਹੜੀ ਇਹਦੇ ਵਿੱਚ ਗੱਲ ਕਰਨੀ ਚਾਹੂੰਗਾ ਉਹ ਗੱਲ ਇਹ ਹੈ ਕਿ ਭਾਵੇਂ ਉੱਥੇ ਹੋਇਆ ਹੋਵੇ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ। ਕਈ ਵਾਰੀ ਸਰਕਾਰਾਂ ਇਸ ਕਿਸਮ ਦੇ ਕੰਮ ਕਰਦੀਆਂ ਹੈ ਜੀ, ਕਿਉਂਕਿ ਮੈਂ ਤਾਂ ਪਹਿਲੇ ਹੀ ਮੇਰਾ ਇਹ ਮੰਨਣਾ ਕਿ ਜਦੋਂ ਅਸੀਂ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਾਂਗੇ ਜੀ, ਕੁਦਰਤ ਦਾ ਨਿਯਮ ਇਹ ਨਹੀਂ ਕਿ ਤੁਸੀਂ ਆਪਣੀਆਂ ਲੈਬਸ ਦੇ ਵਿੱਚ ਇਸ ਕਿਸਮ ਦੇ ਜੈਵਿਕ ਹਥਿਆਰ ਬਣਾਓ ਜਿਹੜੇ ਮਨੁੱਖਤਾ ਦਾ ਨਾਸ਼ ਕਰਨ। ਜੇ ਅਸੀਂ ਬਣਾ ਰਹੇ ਹਾਂ ਤੇ ਕੁਦਰਤ ਦੇ ਨਿਯਮਾਂ ਦਾ ਇੱਕ ਕਿਸਮ ਦਾ ਵਿਰੋਧ ਹੀ ਹੈ। ਤੁਹਾਡੇ ਯਾਦ ਹੋਣਾ ਅਮਰੀਕਾ ਨੇ ਇਰਾਕ ਦੇ ਵਿੱਚ ਜਦੋਂ ਸਦਾਮ ਹੁਸੈਨ ਦਾ ਤਖਤਾ ਪਲਟਿਆ ਜੀ, ਉਦੋਂ ਵੀ ਇਹੀ ਇਲਜ਼ਾਮ ਲਾਇਆ ਸੀ ਕਿ ਇਰਾਕ ਦੇ ਕੋਲੇ ਸਦਾਮ ਹੁਸੈਨ ਨੇ ਆਪਣੀ ਸਰਕਾਰ ਦੇ ਹੁੰਦਿਆਂ ਜੈਵਿਕ ਹਥਿਆਰ ਬਣਾਏ ਹੈ। UN ਦੀ ਅਗਵਾਈ ਦੇ ਹੇਠ ਉੱਥੇ ਇੰਸਪੈਕਸ਼ਨ ਵੀ ਕਰਵਾਈ ਗਈ ਸੀ ਤੇ ਇੰਸਪੈਕਸ਼ਨ ਕਰਨ ਵਾਸਤੇ ਇੰਸਪੈਕਟਰਾਂ ਨੂੰ ਭੇਜਿਆ ਗਿਆ ਸੀ। ਉਹਨਾਂ ਇੰਸਪੈਕਟਰਾਂ ਨੇ ਰਿਪੋਰਟਾਂ ਵੀ ਦੇ ਦਿੱਤੀਆਂ ਸੀ ਕਿ ਹਾਂ ਇਰਾਕ ਦੇ ਕੋਲੇ ਇਸ ਕਿਸਮ ਦੇ ਜੀਵਾਣੂ ਹਥਿਆਰ ਹੈਗੇ ਹੈ। ਲੇਕਿਨ ਜਦੋਂ ਉੱਥੋਂ ਦੀ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਟੇਕ ਓਵਰ ਕਰ ਲਿਆ ਸੀ ਅਮਰੀਕਾ ਨੇ ਸਾਰੇ ਇਰਾਕ ਨੂੰ। ਕੱਲੀ ਜਗ੍ਹਾ ਦੀ ਤਲਾਸ਼ੀ ਲਈ ਕਿਸੇ ਵੀ ਥਾਂ ਦੇ ਉੱਤੇ ਇੱਕ ਵੀ ਜੈਵਿਕ ਹਥਿਆਰ ਨਹੀਂ ਸੀ ਮਿਲਿਆ। ਬਾਅਦ ਦੇ ਵਿੱਚ ਜਿਨ੍ਹਾਂ ਇੰਸਪੈਕਟਰਾਂ ਨੇ ਰਿਪੋਰਟਾਂ ਦਿੱਤੀਆਂ ਸੀ ਉਹਨਾਂ ਇੰਸਪੈਕਟਰਾਂ ਨੇ ਕਹਿ ਦਿੱਤਾ ਸੀ ਕਿ ਹਾਂ ਜਿਹੜੀਆਂ ਅਸੀਂ ਰਿਪੋਰਟਾਂ ਦਿੱਤੀਆਂ ਉਹ ਸਾਥੋਂ ਪ੍ਰੈਸ਼ਰ ਬਿਲਡ ਕਰਕੇ ਪਿਛਲੀਆਂ ਰਿਪੋਰਟਾਂ ਮਿਲੀਆਂ ਗਈਆਂ ਸੀ। ਅਸੀਂ ਨਹੀਂ ਦੇਖੇ ਕਿ ਇਰਾਕ ਦੇ ਕੋਲੇ ਇਸ ਕਿਸਮ ਦੇ ਜੈਵਿਕ ਹਥਿਆਰ ਸੀ। ਉਹਨੇ ਚਾਈਨਾ ਬਾਰੇ ਕਹਿ ਰਹੇ ਕਿ ਚਾਈਨਾ ਕੋਲ ਜੈਵਿਕ ਹਥਿਆਰ ਹੈ ਕਿਉਂਕਿ ਚਾਈਨਾ ਦੇ ਕੋਲ ਜੈਵਿਕ ਹਥਿਆਰ ਹੋ ਸਕਦੇ, ਬਣਾਇਆ ਹੋ ਸਕਦਾ। ਚਾਈਨਾ ਦਾ ਤੇ ਇਰਾਕ ਦਾ ਜੇ ਆਪਾਂ ਫਰਕ ਦੇਖੀਏ ਤਾਂ ਬਹੁਤ ਹੁੰਦਾ ਹੈ। ਇਰਾਕ ਦੇ ਕੋਲ ਤਕਨੀਕ ਨਹੀਂ ਸੀ ਜਿਹੜੀ ਚਾਈਨਾ ਦੇ ਕੋਲ ਤਕਨੀਕ ਹੈਗੀ ਹੈ। ਲੇਕਿਨ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹ ਤੋਂ ਪਹਿਲਾਂ ਅਮਰੀਕਾ ਦੀ ਖੁਫੀਆ ਏਜੰਸੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਭਾਵੇਂ ਇਲਜ਼ਾਮ ਲੱਗ ਰਿਹਾ ਚਾਈਨਾ ਦੇ ਉੱਤੇ ਪਰ ਅਜੇ ਤੱਕ ਕਿਸੇ ਦੋਸ਼ ਦੀ ਪੁਸ਼ਟੀ ਨਹੀਂ ਹੋਈ, ਕੋਈ ਸਬੂਤ ਨਹੀਂ ਮਿਲਿਆ ਕਿ ਇਹ ਉਹਨਾਂ ਦੀ ਲੈਬ ਦੇ ਵਿੱਚ ਜਿਹੜਾ ਜੈਵਿਕ ਵਾਇਰਸ ਤਿਆਰ ਹੋਇਆ ਹੈ ਕੋਰੋਨਾ ਵਾਲਾ। ਭਾਵੇਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕੋਰੋਨਾ ਵਾਲਾ ਵਾਇਰਸ ਉੱਤੇ ਇਹਦਾ ਕੋਈ ਸਬੂਤ ਨਹੀਂ ਮਿਲੇ, ਪਰ ਟਰੰਪ ਸਾਹਿਬ ਇਹ ਗੱਲ ਕਹਿੰਦੇ ਹੈ ਕਿ ਮੈਂ ਸਬੂਤ ਦੇਖ ਲਏ। ਹੁਣ ਜਾਂ ਤਾਂ ਇਹ ਵੀ ਉਹਨਾਂ ਦੀ ਆਪਦੀ ਏਜੰਸੀ ਝੂਠ ਬੋਲਦੀ ਹੈ ਕਿਉਂਕਿ ਟਰੰਪ ਸਾਹਿਬ ਬਾਰ-ਬਾਰ WHO ਤੇ ਇਹ ਇਲਜ਼ਾਮ ਲਾਉਂਦੇ ਹੈ ਕਿ ਉਹ ਸਪੋਕਸ ਪਰਸਨ ਬਣੀ ਹੋਈ ਹੈ ਚੀਨ ਦੇ ਪਾਪਾ ਨੂੰ ਲੁਕਾਉਣ ਦੀ ਗੱਲ ਕਰ ਰਹੀ ਹੈ। ਜੇ WHO ਨੂੰ ਇਹ ਗੱਲ ਕਹਿ ਰਹੇ ਹੈ ਤਾਂ ਅਮਰੀਕਾ ਦੀ ਖੁਫੀਆ ਏਜੰਸੀ ਨੇ ਇਹ ਗੱਲ ਫਿਰ ਕਿਉਂ ਕਹੀ ਕਿ ਉਹ ਵੀ ਚਾਈਨਾ ਦੇ ਪ੍ਰਭਾਵ ਥੱਲੇ। ਟਰੰਪ ਸਾਹਿਬ ਇਹ ਵੀ ਗੱਲ ਕਹਿ ਚੁੱਕੇ ਹੈ ਕਿ ਚਾਈਨਾ ਨਹੀਂ ਚਾਹੁੰਦਾ ਕਿ ਮੈਂ ਦੁਬਾਰਾ ਇਲੈਕਸ਼ਨ ਜਿੱਤਾਂ, ਮੈਨੂੰ ਇਲੈਕਸ਼ਨ ਦੇ ਵਿੱਚ ਹਰਾਉਣ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ। ਟਰੰਪ ਸਾਹਿਬ ਇਹ ਵੀ ਗੱਲ ਕਹੀ ਜਾਂਦੇ। ਫਿਰ ਇਹਦਾ ਮਤਲਬ ਸਾਨੂੰ ਇਹ ਮੰਨਣਾ ਪਊ ਕਿ ਜਿਵੇਂ ਪਹਿਲਾਂ ਇਲਜ਼ਾਮ ਲੱਗੇ ਸੀ ਕਿ ਅਮਰੀਕਾ ਦੇ ਇਲੈਕਸ਼ਨਾਂ ਨੂੰ ਪ੍ਰਭਾਵਿਤ ਕੀਤਾ ਰਸ਼ੀਆ ਨੇ, ਹੁਣ ਰਸ਼ੀਆ ਡਾਊਨ ਚੱਲ ਰਿਹਾ ਕਿ ਚਾਈਨਾ ਇੰਨਾ ਪਾਵਰਫੁਲ ਹੋ ਗਿਆ ਕਿ ਉਹ ਅਮਰੀਕਾ ਦੇ ਜਿਹੜੇ ਹੈਗੇ ਹੈ ਇਲੈਕਸ਼ਨਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਪਰ ਉਹ ਇਸ ਤਰ੍ਹਾਂ ਉੱਥੋਂ ਦੀਆਂ ਏਜੰਸੀਆਂ ਨੂੰ ਵੀ ਕਾਬੂ ਕਰ ਸਕਦਾ ਹੈ। ਇਸ ਚੀਜ਼ ਦੇ ਉੱਤੇ ਕਾਫੀ ਵਿਚਾਰ ਕਰਨ ਦੀ ਲੋੜ ਹੈ ਕਿ ਇਲੈਕਸ਼ਨ ਤੋਂ ਐਨ ਪਹਿਲਾਂ ਇਸ ਕਿਸਮ ਦੀਆਂ ਗੱਲਾਂ ਬਾਤਾਂ ਕਿਉਂ ਹੋਣ ਲੱਗ ਪਈਆਂ। ਢਿੱਲੋਂ ਸਾਹਿਬ 1 ਮਿੰਟ ਦੇ ਵਿੱਚ ਕਵਰ ਕਰਿਓ ਜੀ। ਪੰਜਾਬ ਦੀਆਂ ਸਰਹੱਦਾਂ ਕਹਿੰਦੇ ਪੂਰੀ ਤਰ੍ਹਾਂ ਸੀਲ ਕਰਨ ਦਾ ਹੁਕਮ ਹੈ ਜੀ। ਬਿਲਕੁਲ ਜੀ, ਇਹ ਹੁਕਮ ਇਸ ਕਰਕੇ ਕੀਤਾ ਗਿਆ ਕਿਉਂਕਿ ਜਿਵੇਂ ਹਜ਼ੂਰ ਸਾਹਿਬ ਤੋਂ ਆਏ ਜਾਂ ਸਾਡੇ ਕੋਟਾ ਤੋਂ ਵਿਦਿਆਰਥੀ ਆਏ ਹੈ, ਮਜ਼ਦੂਰ ਵੀ ਕਾਫੀ ਤਾਦਾਦ ਦੇ ਵਿੱਚ ਜਿਹੜੇ ਸਾਡੇ ਫਸੇ ਹੋਏ ਸੀ ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ, ਉਹ ਵੀ ਆ ਰਹੇ ਹੈ। ਹੁਣ ਇਹ ਤਾਂ ਕੀਤੀਆਂ ਸਰਹੱਦਾਂ ਸੀ
ਕਿ ਜਿਹੜੇ ਬੰਦੇ ਆਉਂਦੇ ਆ ਉਹ ਅੰਦਰ ਨਾ ਲੰਘ ਸਕਣ, ਉਹਨਾਂ ਨੂੰ ਉੱਥੋਂ ਹੀ ਕਾਬੂ ਕਰ ਲਿਆ ਜਾਵੇ ਜੀ, ਔਰ ਉਹਨਾਂ ਨੂੰ ਸਿੱਧਾ ਕੋਰੋਨਾ ਕੁਆਰੰਟਾਈਨ ਕਰ ਦਿੱਤਾ ਜਾਵੇ। ਕੁਆਰੰਟਾਈਨ ਕੀਤੇ ਤੋਂ ਬਗੈਰ ਇਹਦਾ ਕੋਈ ਚਾਰਾ ਨਹੀਂ। ਜੇ ਬੰਦੇ ਉੱਥੋਂ ਨਿਕਲ ਕੇ ਪੰਜਾਬ ਦੇ ਵਿੱਚ ਇੰਟਰ ਕਰ ਗਏ, ਸੋਸਾਇਟੀ ਦੇ ਵਿੱਚ ਚਲੇ ਗਏ, ਤਾਂ ਉਹਦੇ ਨਾਲ ਨੁਕਸਾਨ ਬਹੁਤ ਵੱਡਾ ਹੋ ਜਾਣਾ ਹੈ। ਇਸ ਲਈ ਇਸ ਵੇਲੇ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੇ ਹੁਕਮ ਕਰਤੇ ਹੈ। ਨਾ ਸਿਰਫ ਜਿਹੜੀਆਂ ਹੈਗੀਆਂ ਰਾਜਾਂ ਦੀਆਂ ਸਰਹੱਦਾਂ, ਸਗੋਂ ਜ਼ਿਲ੍ਹਿਆਂ ਦੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਹੁਕਮ ਵੀ ਹੋ ਗਏ ਹੈ। ਇਹ ਅਜੇ ਤੱਕ ਹੁਕਮ ਹੋਏ ਆ ਜੀ, ਅਮਲ ਹੁੰਦਾ ਕਿ ਨਹੀਂ ਹੁੰਦਾ ਇਹ ਆਪਾਂ ਨੂੰ ਅਗਲੇ 12-13 ਘੰਟੇ 'ਚ ਪਤਾ ਲੱਗ ਜਾਣਾ ਹੈ ਕਿ ਇਹ ਨਾਕੇ ਵਗੈਰਾ ਲੱਗੇ ਜਾਂ ਨਹੀਂ ਲੱਗੇ। ਜੀ ਬਿਲਕੁਲ ਜੀ, ਧੰਨਵਾਦ ਢਿੱਲੋਂ ਸਾਹਿਬ। ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਆਲਮੋਸਟ ਸਮਾਪਤੀ ਵੱਲੀ ਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੇ ਮਿਲਾਂਗੇ ਮੰਡੇ ਨੂੰ ਫਿਰ। ਸ਼ੁਕਰੀਆ ਜੀ, ਮਿਹਰਬਾਨੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਆਪਣੇ ਨਾਲ ਬਖਤੌਰ ਸਿੰਘ ਢਿੱਲੋਂ ਸੀਗੇ, ਭਾਰਤ ਤੋਂ ਜੁੜੇ ਹੋਏ। ਮੈਂ ਜਾਣਕਾਰੀ ਦੇਣੀ ਚਾਹੁੰਦਾ ਜੀ, ਜੇ ਤੁਸੀਂ ਵਧੀਆ ਫੋਨ ਦੀਆਂ ਡੀਲਾਂ ਲੈਣੀਆਂ ਚਾਹੁੰਦੇ ਹੋ ਤਾਂ ਵੀਕਐਂਡ ਆ ਗਿਆ ਜੀ, ਤੇ ਜਲਦੀ ਤੋਂ ਜਲਦੀ ਕਾਲ ਕਰ ਲਓ ਸੁਖਦੇਵ ਥਾਪਰ ਹੋਣਾ ਨੂੰ। ਵਨ ਟੱਚ ਕਮਿਊਨੀਕੇਸ਼ਨ ਤੇ ਕੈਨੇਡਾ ਜਾਂ US ਨੂੰ ਟਰੱਕ ਚਲਾਉਂਦੇ ਹੋ ਤੇ ਬਹੁਤ ਹੀ ਵਧੀਆ ਪਲਾਨ ਆ ਜੀ ਉਹਨਾਂ ਦੇ ਕੋਲ। 905-203-3636 ਕੋਈ ਟਿਕਟਾਂ ਬਾਰੇ ਜਾਣਕਾਰੀ ਲੈਣੀ ਆ, ਔਰ ਲਿੰਕ ਟਰੈਵਲ ਦੀ ਨੇੜਲੀ ਬ੍ਰਾਂਚ ਨੂੰ ਕਾਲ ਕਰ ਸਕਦੇ ਹੋ 416-293-8700। ਤੁਸੀਂ ਟਰੱਕ ਚਲਾਉਣਾ ਚਾਹੁੰਦੇ ਹੋ ਕੈਨੇਡਾ ਜਾਂ ਅਮਰੀਕਾ ਦੇ ਵਿੱਚ, ਓਨਰ ਆਪਰੇਟਰ ਬਣਨਾ ਚਾਹੁੰਦੇ ਹੋ ਤਾਂ KJS ਦਾ ਨਾਂ ਯਾਦ ਰੱਖੋ ਹਮੇਸ਼ਾ ਹੀ, KJS ਟਰਾਂਸਪੋਰਟ, ਜਿੰਦਰ ਬੁੱਟਰ ਜਾਂ ਕੁਲਵੰਤ ਸਿੰਘ ਨੂੰ ਕਾਲ ਕਰ ਸਕਦੇ ਹੋ 905-799-9500 ਤੇ ਏਸ਼ੀਅਨ ਫੂਡ ਦੇ ਕਿਸੇ ਵੀ ਨੇੜਲੇ ਸਟੋਰ ਤੋਂ ਜਿਹੜੀ ਤੁਸੀਂ ਫਰੈਸ਼ ਗਰੋਸਰੀ ਲੈ ਸਕਦੇ ਹੋ 416 ਜੀ 543-7107 ਤੇ ਗੱਲ ਕੀਤੀ ਜਾ ਸਕਦੀ ਆ। ਤੇ ਇਸ ਦੇ ਨਾਲ ਹੀ ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਆ, ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ। ਤੇ ਵੀਰ ਜੀ ਹੁਣੀ ਜਿਹੜਾ ਹਲਚਲ ਪ੍ਰੋਗਰਾਮ ਲੈ ਕੇ ਸਟੂਡੀਓ 'ਚ ਆ ਚੁੱਕੇ ਆ, ਮੇਰੇ ਤੋਂ ਬਾਅਦ ਉਹ ਹੋਣਗੇ ਤੇ ਉਸ ਤੋਂ ਬਾਅਦ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ ਜਿਹੜਾ ਤਹਿਲਕਾ ਲੈ ਕੇ ਆਉਣਗੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਹੈਵ ਅ ਨਾਈਸ ਵੀਕਐਂਡ। ਸਤਿ ਸ਼੍ਰੀ ਅਕਾਲ।